ਅੱਜ ਬੈਂਸ ਸਾਹਿਬ ਹਜੇ ਕਿਸੇ ਸੱਤਾ ਦੇ ਵਿੱਚ ਨਹੀਂ, ਕਿਸੇ ਲਾਲ ਬੱਤੀ ਵਾਲੀ ਸੀਟ ਤੇ ਨਹੀਂ, ਉਸ ਤੋਂ ਬਗੈਰ ਇੰਨਾ ਕੁਝ ਘਾੜਾ ਵਾਲਾ ਆਉਣ ਵਾਲੇ ਸਮੇਂ 'ਚ ਮੈਂ ਨੰਗਾ ਕਰਦਾ ਰਹੂੰਗਾ। ਕੀ ਹੋਇਆ ਜਦ ਹੁਣ ਅੱਜ ਉਹਨਾਂ ਦੇ ਪਿਆਜ਼ ਵਾਂਗੂ ਮੈਂ ਪਰਤਾਂ ਉਹ ਦੇ ਦੇਣੀਆਂ ਸ਼ੁਰੂ ਕੀਤੀਆਂ ਤੇ ਮੈਨੂੰ ਪਤਾ ਲੱਗ ਰਿਹਾ ਵੀ ਇਹਦੇ 'ਚ ਘੁਟਾਲਾ ਸੀਗਾ। ਮੈਂ ਤੁਹਾਡੇ ਅੱਗੇ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਸੀਗਾ। ਮੈਨੂੰ ਬੈਂਸ ਸਾਹਿਬ ਦੇ ਪੀਏ ਨੇ ਪਰਸੋਂ ਫੋਨ ਕਰਕੇ ਧਮਕਾਇਆ ਵੀ ਹੈ ਜੀ, ਮਣੀ ਬੈਂਸ, ਜਿਹਦੇ ਉੱਤੇ ਕੱਲ ਨਸ਼ੇ ਦੇ ਉੱਤੇ ਗੱਲ ਕੀਤੀ ਗਈ ਜੀ। ਇਹ ਉਹਦੇ ਕਾਲ ਵੇਰਵਾ WhatsApp ਦੀ ਕਾਲ ਹੈ ਜਿਹਦੇ ਉੱਤੇ ਮੈਂ ਕੰਪਲੇਂਟ ਤਿਆਰ ਕਰ ਲਈ। ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਗੱਲ ਹੈ, ਅੱਜ ਤੁਹਾਡੇ ਚੈਨਲ ਦੇ ਹਜੇ ਤੱਕ ਮੈਂ ਕਿਸੇ ਨੂੰ ਨਹੀਂ ਦੱਸੀ, ਉਹ ਵੀ ਤੁਹਾਨੂੰ ਦੱਸ ਦਿਆਂਗਾ, ਉਹਦੇ ਲਈ ਚੈੱਕ ਕੀਤਾ ਜਾਵੇ। ਆਹ ਬੈਂਸ ਸਾਹਿਬ ਦੇ ਐਫੀਡੇਵਿਟ ਦਿੱਤੇ ਹੋਏ ਨੇ ਸਰਕਾਰੀ ਤੌਰ ਦੇ ਉੱਤੇ ਜੀ, ਇਲੈਕਸ਼ਨ ਕਮਿਸ਼ਨ ਜੀ, ਜਿੰਦੇ ਵਿੱਚ ਪ੍ਰਾਪਰਟੀਆਂ ਦਾ ਐਡਾ ਵੱਡਾ ਹੇਰ ਹੈ। ਜਿਹੜਾ ਬੰਦਾ 2007 ਚ ਬਿਲਕੁਲ ਜ਼ੀਰੋ ਆਪਣੀ ਪ੍ਰਾਪਰਟੀਆਂ ਦਿਖਾ ਰਿਹਾ, 2012 ਚ 4 ਤੋਂ 5 ਪ੍ਰਾਪਰਟੀਆਂ ਦਾ ਵੇਰਵਾ ਦੇ ਰਿਹਾ, ਤੇ 2014 ਦੀਆਂ, 2017 ਦੀਆਂ, 2019 ਦੇ ਇਲੈਕਸ਼ਨਾਂ 'ਚ ਉਹ ਪ੍ਰਾਪਰਟੀਆਂ ਦੀ ਗਿਣਤੀ ਤਾਂ 200% ਵੱਧ ਗਈ, 300% ਵੱਧ ਗਈ, ਪਰ ਪ੍ਰਾਪਰਟੀ ਦੀ ਵੈਲਿਊ ਉਹਨੇ ਦਾਇਰੇ 'ਚ ਰਹਿ ਗਈ। ਮੈਂ ਲੁਧਿਆਣੇ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕ ਜਿਹੜੇ ਪ੍ਰਾਪਰਟੀ ਨਾਲ ਜੁੜੇ ਹੋਏ ਜਾਂ ਦੂਜੇ ਕਿਸੇ ਨੂੰ ਵੀ ਜਾ ਕੇ ਜਾਣਕਾਰੀ ਲੈ ਲਓ, ਕੋਈ ਬੰਦਾ ਦੱਸਦਾ ਵੀ 12 ਤੋਂ ਲੈ ਕੇ 20 ਤੱਕ ਸਰਕਾਰੀ ਰੇਟ ਵੀ ਇੰਨਾ ਬਦਲ ਗਿਆ ਜੀ। ਇਹਨਾਂ ਨੇ ਕਿਸ ਆਧਾਰ ਤੇ ਪ੍ਰਾਪਰਟੀ ਦਾ ਵੈਲੂਏਸ਼ਨ ਇਲੈਕਸ਼ਨ ਕਮਿਸ਼ਨ ਦਿੱਤਾ, ਇਹ ਸਾਰੇ ਦਾ ਵੇਰਵਾ ਲੈ ਕੇ ਮੈਂ ਇਨਕਮ ਟੈਕਸ ਡਿਪਾਰਟਮੈਂਟ, ID ਡਿਪਾਰਟਮੈਂਟ ਔਰ ਸਾਰੀਆਂ ਚੀਜ਼ਾਂ ਦੀ ਮੈਂ ਤਿਆਰੀ ਕਰੀ ਹੋਈ ਹੈ। ਮੈਂ ਇਹਨਾਂ ਦੇ ਸਾਰੇ ਜਿਹਨੇ ਇੰਤਕਾਲ ਤੋਂ ਲੈ ਕੇ ਸਾਰੇ ਕਢਾਲੇ ਹੋਏ ਨੇ, ਸਾਰੇ ਵੇਰਵੇ ਤਿਆਰ ਹੋ ਰਹੇ ਨੇ, ਜਿਹਨੂੰ ਮੈਂ ਹਾਈ ਕੋਰਟ ਤੱਕ ਲੈ ਕੇ ਜਾਵਾਂਗਾ। ਸਿਮਰਜੀਤ ਸਿੰਘ ਬੈਂਸ ਪੜੋ ਗੂਗਲ ਤੇ ਜਾ ਕੇ, ਨੀਚੇ ਕਾਲਮ ਆਉਂਦਾ ਇਮੇਜ ਚੈੱਕ ਕਰ ਲਓ, ਪੀਲੀ 50। ਆ ਤੁਸੀਂ ਉਹ ਛੱਡੋ, ਝੰਡੇ ਦਾ ਰੰਗ ਪੀਲਾ ਉਹ ਵੀ ਛੱਡੋ। ਬੈਂਸ ਸਾਹਿਬ ਜਿਹੜੀ ਸਾਈਕਲ ਯਾਤਰਾ ਕਰ ਰਹੇ ਹੋ, ਸਾਈਕਲ ਵੀ ਪੀਲਾ ਹੈ ਜੀ। ਤੁਸੀਂ ਦੇਖੋ ਇੱਕ ਬੰਦਾ ਕਿਹੜੀ ਮਾਈਂਡ ਨਾਲ ਖੇਡਦਾ। ਬੈਂਸ ਸਾਹਿਬ ਲਈ ਕਹਿ ਸਕਦੇ ਆ ਲੱਕੀ ਹੈ, ਹੋ ਸਕਦਾ ਜੀ, ਪਰ ਬੈਂਸ ਸਾਹਿਬ ਉਹ ਪੀਲੇ ਰੰਗ ਨਾਲ ਲੋਕਾਂ ਦੇ ਘਰੇ ਪੀਲੇ ਚੌਲ ਹੀ ਪਹੁੰਚਾ ਦਿਓ, ਕੋਈ ਹਲਦੀ ਸਾਬਣ ਹੀ ਪਹੁੰਚਾ ਦਿਓ। ਲੋਕ ਕਰੋਨਾ ਕਰਕੇ ਤੁਹਾਡੇ ਹਲਕੇ ਤੇ ਤਰਾਈ ਕਰ ਗਏ, ਉਹ ਲੋਕ ਮੈਨੂੰ ਗੁਲਾਮੀਓ ਫੜ ਲਾਹਨਤਾਂ ਪਾਉਂਦੇ ਨੇ, ਜਿਨ੍ਹਾਂ ਦੇ ਕੋਲੋਂ ਤੁਹਾਡੇ ਲਈ ਵੋਟਾਂ ਮੰਗੀਆਂ ਸੀ। ਨਹੀਂ ਐਕਸਪੋਜ਼ ਨਹੀਂ ਕਰ ਰਿਹਾ ਜੀ, ਐਕਸਪੋਜ਼ ਕਰਨ ਦੀ ਗੱਲ ਹੈ ਤਾਂ ਐਕਸਪੋਜ਼ ਤਾਂ ਹਜੇ ਮੈਂ ਬਹੁਤ ਵਧੀਆ ਤਰੀਕੇ ਨਾਲ ਜਦੋਂ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਜਾਊਂਗਾ, ਇਲੈਕਸ਼ਨ ਕਮਿਸ਼ਨ ਕੋਲ ਲੈ ਕੇ ਜਾਊਂਗਾ, ਉਦੋਂ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਆਣਗੀਆਂ। ਐਕਸਪੋਜ਼ ਇਸ ਗੱਲ ਦੀ ਕਰ ਰਿਹਾ ਵੀ ਕ੍ਰਾਂਤੀਕਾਰੀ ਹੋਣ ਦਾ ਸਿਰਫ ਮੁਖੌਟਾ ਪਾਇਆ ਹੋਇਆ। ਇਹਨੇ ਨਵਜੋਤ ਸਿੰਘ ਸਿੱਧੂ ਦਾ ਬੇਵਕੂਫ ਬਣਾਇਆ, ਇਹਨੇ ਸੁਖਪਾਲ ਖਹਿਰੇ ਦਾ ਬਣਾਇਆ, ਇਹਨੇ ਆਮ ਆਦਮੀ ਪਾਰਟੀ ਦਾ ਬਣਾਇਆ। ਇਹ ਲੋਕ ਮੈਨੂੰ ਸਵਾਲ ਕਰਦੇ ਵੀ ਦੂਜੀਆਂ ਪਾਰਟੀਆਂ ਚ ਲੱਗੇ, ਬੈਂਸ ਸਾਹਿਬ ਨੂੰ ਕਿਉਂ ਨਹੀਂ ਪੁੱਛਦੇ? ਬੈਂਸ ਸਾਹਿਬ ਕਦੀ ਸਿਮਰਜੀਤ ਸਿੰਘ ਮਾਨ ਨਾਲ, ਕਦੀ ਬਲਵੰਤ ਸਿੰਘ ਰਾਮੂ ਵਾਲੀਆ, ਕਦੀ ਸ਼੍ਰੋਮਣੀ ਅਕਾਲੀ ਦਲ, ਕਦੀ ਆਮ ਆਦਮੀ। ਬੈਂਸ ਸਾਹਿਬ ਨੇ ਤਾਂ ਕਿੰਨੇ ਚਿਹਰੇ ਬਦਲ ਲਏ। ਵੇਰਕਾ ਮਿਲਕ ਪਲਾਂਟ ਦਾ ਤਾਜ਼ਾ ਸਕੈਂਡਲ ਅਸੀਂ ਖੋਲਿਆ ਸੀਗਾ। ਬੈਂਸ ਸਾਹਿਬ ਨੇ ਵੇਰਕਾ ਮਿਲਕ ਪਲਾਂਟ ਦਾ ਸਾਨੂੰ ਦੱਸਿਆ, ਮੈਂ 3 ਦਿਨ ਲਗਾਤਾਰ ਬਾਹਰੋਂ ਵੇਰਕਾ ਮਿਲਕ ਪਲਾਂਟ ਤੋਂ ਦੁੱਧ ਦਾ ਪੈਕਟ ਖਰੀਦਣਾ, ਡੋਲੂ ਦੇ ਵਿੱਚ ਪਾਣਾ, ਅੰਦਰੋਂ ਦੀ ਫੈਟ ਚੈੱਕ ਕਰਾਂ ਜਾਂਦੀ। ਇਹ ਉੱਥੇ ਇੱਕ ਸਿਸਟਮ ਹੈਗਾ, ਤੁਸੀਂ ਆਪਣੇ ਘਰ ਕੋਈ ਵੀ ਦੁੱਧ ਦੇ ਕੇ ਜਾਂਦਾ ਨਾ, ਉਹਦੀ ਫੈਟ ਤੁਸੀਂ ਅੰਦਰ ਜਾ ਕੇ ਚੈੱਕ ਕਰ ਸਕਦੇ। ਉਹ ਫੈਟ ਦਾ ਜਿਹੜਾ ਸਿਸਟਮ ਹੈ 3-4 ਦਿਨਾਂ ਦਾ, ਪਰਚੀਆਂ ਜਿਹੜੀਆਂ ਬੈਂਸ ਸਾਹਿਬ ਨੂੰ ਮੈਂ ਦੇ ਦਿੱਤੀਆਂ, ਪਰਚੀ ਕੱਟ ਕੇ ਅੰਦਰ ਐਂਟਰੀ ਹੁੰਦੀ ਹੈ ਵੀ ਉਹਦੇ 'ਚ ਫਰਕ ਸੀਗਾ, ਫੈਟ ਦਾ ਫਰਕ ਸੀਗਾ। ਤੇ ਉਹ ਕੈਲਕੂਲੇਸ਼ਨ ਜਿਹੜੀ ਬੈਂਸ ਸਾਹਿਬ ਨੇ ਬਣਾਈ ਸੀ 200 ਕਰੋੜ ਦੀ ਹੈ। ਪਰ ਬੈਂਸ ਸਾਹਿਬ ਨੂੰ ਬਾਅਦ 'ਚ ਜਦੋਂ ਮੈਂ ਇਸ ਗੱਲ ਦਾ ਸਵਾਲ ਕੀਤਾ, ਬੈਂਸ ਸਾਹਿਬ ਵੀ 200 ਕਰੋੜ ਦੀ ਆਪਾਂ ਗੱਲ ਕੀਤੀ, ਉਹ ਕਿਸੇ ਖਜ਼ਾਨੇ 'ਚ ਨਹੀਂ ਆਇਆ, ਆਪਾਂ ਰੋਲਾ ਤਾਂ ਪਾ ਲਿਆ ਜੀ, ਆਪਾਂ ਸਾਰਾ ਕੁਝ ਕਰ ਲਿਆ, ਸਾਡੇ ਤੇ ਪਰਚੇ ਵੀ ਹੋ ਗਏ, ਪੁਲਿਸ ਮੇਰੇ ਘਰੇ ਗੇੜੇ ਮਾਰਦੀ ਰਹੀ, ਸ਼ਾਮਲ ਤਫਤੀਸ਼ ਹੋ, ਸਾਰਾ ਕੁਝ ਹੋ ਗਿਆ। ਮੈਂ ਸ਼ਾਮਲ ਤਫਤੀਸ਼ ਵੀ ਹੋਇਆ, ਮੈਂ ਬਿਆਨ ਵੀ ਦੇ ਕੇ ਆਇਆ, ਜਿਵੇਂ ਜੋ ਬਿਆਨ ਦੀ ਸਾਡੀ ਆਪਣੀ ਗੱਲ ਹੋਈ ਵੀ ਆਹ ਸਟੇਟਮੈਂਟ ਸਾਡੀ ਬਣਦੀ, ਪਰ ਉਸ ਤੋਂ ਬਾਅਦ ਉਹ ਮੁੱਦਾ ਕਿੱਥੇ ਗਿਆ? ਉਸ ਮੁੱਦੇ ਤੇ ਕਿਉਂ ਨਹੀਂ ਕਾਰਵਾਈ ਹੋਈ? ਅਗਰ ਅਸੀਂ ਗਲਤ ਸੀਗੇ, ਸਰਕਾਰ ਨੇ ਸਾਡੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ? ਤੁਹਾਨੂੰ ਲੱਗਦਾ ਵੀ ਨੌਜਵਾਨ ਜਿਹੜੀ ਪੀੜ੍ਹੀ ਅੱਜ ਤਾਂ ਹਰ ਪਾਸੇ, ਮੈਂ ਕਹਿ ਸਕਦਾ ਵੀ ਬੈਂਸ ਹੋਈ ਹੈ, ਲੋਕਾਂ ਦੇ ਦਿਮਾਗ ਤੇ ਚੜ੍ਹ ਕੇ ਸਿਮਰਜੀਤ ਬੈਂਸ ਬੋਲ ਰਿਹਾ, ਤੁਹਾਨੂੰ ਲੱਗਦਾ ਤੁਹਾਡੇ ਇਸ ਚੀਜ਼ ਕਰਨ ਨਾਲ ਲੋਕਾਂ ਦਾ ਕੋਈ ਅਸਰ ਹੋਏਗਾ? ਅੱਜ ਬੈਂਸ ਸਾਹਿਬ ਨਵਾਂ ਡਰਾਮਾ ਲੈ ਕੇ ਸਾਈਕਲ ਯਾਤਰਾ ਤੇ ਨਿਕਲੇ ਹੋਏ ਨੇ MSP ਦੇ ਮੁੱਦੇ ਤੇ। ਉਹ ਆਉਣ ਵਾਲੀਆਂ ਭਵਿੱਖਬਾਣੀਆਂ ਕਰ ਰਹੇ ਨੇ ਵੀ ਕਾਰਪੋਰੇਟ ਇਹ ਕਰ ਲੂ, ਕਾਰਪੋਰੇਟ ਉਹ ਕਰ ਲੂ, ਉਹਦੇ ਆਰਡੀਨੈਂਸ ਆ ਕੇ ਉਹਦੇ ਕੀ ਕੰਟਰੈਕਟ ਬਣਨੇ, ਹਜੇ ਉਹ ਪਬਲਿਕਲੀ ਨਹੀਂ ਹੋਏ। ਕਿਸਾਨ ਉਹਦੇ ਤੇ ਕੀ ਸੋਚਦਾ, ਹਜੇ ਕੁਝ ਨਹੀਂ ਹੋਇਆ, ਸਿਰਫ ਖਾਮ-ਖਾ ਦਾ ਰੋਲਾ ਪਾਇਆ ਹੋਇਆ। ਉਹ ਵੀ ਮੈਂ ਦੱਸਦਾ ਕਿਉਂ, ਉਹਦੇ ਬਾਰੇ ਬਾਅਦ ਚ ਆਉਣਾ। ਉਹ MSP ਦੇ ਉੱਤੇ ਇਹਨਾਂ ਨੇ ਸਰਦਾਰਾ ਸਿੰਘ ਜੋਲ, ਜਿਹੜੇ ਉੱਗੇ ਅਰਥ ਸ਼ਾਸਤਰੀ, ਜਿਹੜੇ ਡਾਕਟਰ ਮਨਮੋਹਨ ਸਿੰਘ ਨਾਲ ਵੀ ਕੰਮ ਕਰ ਚੁੱਕੇ ਨੇ, ਜਿਨ੍ਹਾਂ ਨੇ ਦੇਸ਼ ਦੀ ਤਰੱਕੀ 'ਚ ਬੜਾ ਵੱਡਾ ਯੋਗਦਾਨ ਪਾਇਆ, ਜਿਨ੍ਹਾਂ ਨੇ ਪੰਜਾਬ ਦੀ ਉੱਨਤੀ ਵਾਸਤੇ, ਖੇਤੀ ਵਾਸਤੇ ਬੜਾ ਯੋਗਦਾਨ ਪਾਇਆ। ਇਹਨਾਂ ਨੇ ਬੜੇ ਮਾੜੇ ਸ਼ਬਦਾਵਲੀਆਂ ਨਾਲ ਉਹਨਾਂ ਨੂੰ ਟੌਂਟਿੰਗ ਕੀਤੀ, ਟਾਰਗੇਟ ਕੀਤਾ। ਉਹ ਬੰਦਾ ਜਿਹੜਾ ਇੰਨਾ ਪੜ੍ਹਿਆ ਲਿਖਿਆ, 85 ਜਿੰਨੀ ਵੀ ਉਹਨਾਂ ਦੀ ਉਮਰ ਹੈ, ਇਸ ਉਮਰ ਦੇ ਵਿੱਚ ਉਹਨਾਂ ਦੇ ਦਾਗ ਲਾਇਆ ਵੀ ਕਿਤੇ ਉਹ ਵਿਕ ਗਏ। ਪਰ ਬੈਂਸ ਸਾਹਿਬ
ਜਿਹੜੀ ਹੈਗੇ ਨੇ ਉਹਨਾਂ ਦੇ ਨਾਲ ਮੈਂ ਇਕੱਲਾ ਐਸਾ ਸ਼ਖਸ ਨਹੀਂ ਜਿਹੜਾ ਛੱਡ ਕੇ ਗਿਆ। ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਜਮਾਤੀ ਸੀਗੇ, ਜਿਹੜੇ ਉਹਨਾਂ ਦੇ ਜੁੰਡੀ ਦੇ ਯਾਰ ਸੀਗੇ, ਜਿਹੜੇ ਬਚਪਨ ਤੋਂ ਜਦੋਂ ਤੀਜੀ ਚੌਥੀ ਤੋਂ ਪੜ੍ਹਦੇ ਆ ਰਹੇ ਜਾਂ ਉਸ ਤੋਂ ਬਾਅਦ ਦਾ ਵੀ ਸਮਾਂ ਉਹਨਾਂ ਦੇ ਨਾਲ ਸੀ, ਉਹ ਸਾਰੇ ਛੱਡ ਗਏ। ਬੈਂਸ ਸਾਹਿਬ ਸੈਂਡ ਮਾਫੀਆ ਦੀ ਗੱਲ ਕੀਤੀ। ਸੈਂਡ ਮਾਫੀਆ ਲਈ ਮੈਂ ਬੈਂਸ ਸਾਹਿਬ ਨੂੰ ਸਵਾਲ ਕਰਦਾ ਵੀ ਕੈਂਟ ਨਹਿਰ ਤੋਂ ਲੈ ਕੇ ਜਦੋਂ ਤੁਸੀਂ ਸੈਂਡ ਮਾਫੀਆ ਸ਼ੁਰੂ, ਉਸ ਤੋਂ ਪਹਿਲੇ ਨਹਿਰ ਤੇ ਸੈਂਡ ਚੱਲਦੀ ਰਹੀ ਹੈ। ਬੈਂਸ ਸਾਹਿਬ ਦੇ ਘਰ ਦੇ ਬਿਲਕੁਲ ਨੇੜੇ ਆ। ਬੈਂਸ ਸਾਹਿਬ ਨੇ ਉਸ ਖੱਡ ਤੇ ਨਹੀਂ ਅਸੀਂ ਗਏ, ਬੈਂਸ ਸਾਹਿਬ ਦੂਸਰੀ ਜਗ੍ਹਾ ਖੱਡਾਂ ਤੇ ਕਿਉਂ ਗਏ? ਪੰਜਾਬ ਦੇ ਵਿੱਚ ਤੀਜੀ ਧਿਰ ਬਣ ਕੇ ਪੰਜਾਬ ਦੇ ਭਲੇ ਲਈ ਇੱਕ ਵੱਡਾ ਨਵਾਂ ਗਚੋੜ ਆ ਸਕਦਾ ਸੀਗਾ, ਉਹਨੂੰ ਬੈਂਸ ਸਾਹਿਬ ਨੇ ਤਾਰ ਪਿੱਟ ਦਿੱਤਾ। ਮੈਂ ਤੁਹਾਨੂੰ ਪੁਖਤਾ ਜਾਣਕਾਰੀ ਨਾਲ ਦੱਸ ਦੇਣਾ, ਬੈਂਸ ਸਾਹਿਬ ਦੀ ਸੁੱਖੀ ਰੰਧਾਵੇ ਨਾਲ ਫੋਨ ਦੇ ਉੱਤੇ ਵਾਰਤਾਲਾਪ ਹੋਈ ਸੀ। ਕਿਹੜੇ ਸੱਜਣ ਨੇ, ਕਿਹੜੇ ਵਧੀਆ ਐਮਐਲਏ ਨੇ ਕਰਾਈ ਸੀ, ਉਹ ਵੀ ਮੇਰੇ ਕੋਲ ਜਾਣਕਾਰੀ ਹੈ, ਮੇਰੇ ਕੋਲ ਔਨ ਰਿਕਾਰਡ ਹੈਗੀ ਹੈ। ਇਹ ਪਤਾ ਜੀ, ਇੱਕ ਸਵਾਲ ਕਰੂੰਗਾ, ਉਹ ਤਾਂ ਅਹਿਮ ਸਵਾਲ। ਤੁਸੀਂ ਗੱਲ ਕੀਤੀ ਹੈ, ਕਾਰਵਾਈ ਦੀ ਗੱਲ ਕੀਤੀ ਹੈ, ਇਹ ਕੀ ਕਾਰਨ ਰਿਹਾ? ਗੱਲ ਆਮ ਚੱਲਦੀ ਹੈ ਜੀ, ਕਾਂਗਰਸੀ ਤੇ ਅਕਾਲੀ ਮਿਲੇ ਹੋਏ ਨੇ, ਕੈਪਟਨ ਤੇ ਬਾਦਲ ਮਿਲੇ ਹੋਏ ਨੇ, ਤੇ ਜੇ ਬੈਂਸ ਭਰਾਵਾਂ ਤੇ ਕਾਰਵਾਈ ਦੀ ਗੱਲ ਆਉਂਦੀ ਆ, ਉੱਥੇ ਵੀ ਸਰਕਾਰ ਨਿਭ ਜਾਂਦੀ ਹੈ। ਕਿਹੜੀ ਇਹ ਸਰਕਾਰ ਦੀ ਕਿਹੜੀ ਮਜਬੂਰੀ ਹੈ ਵੀ ਉਹਨੂੰ ਨਿਭਣਾ ਪੈਂਦਾ? ਕਿ ਸਰਕਾਰ ਦੀ ਮਜਬੂਰੀ ਹੈ ਜਾਂ ਬਾਦਲਾਂ ਕੈਪਟਨ ਦੇ ਨਾਲ ਬੈਂਸ ਵੀ ਉਸੇ ਕੜੀ ਵਿੱਚ ਜੁੜੇ ਹੋਏ ਨੇ? ਮੈਂ ਤੁਹਾਨੂੰ ਬਿਲਕੁਲ ਸਹੀ ਗੱਲ ਤੁਸੀਂ ਸਵਾਲ ਦਿੱਤਾ ਜੀ। ਤਾਂ ਵੀ ਬੈਂਸ ਸਾਹਿਬ ਕਾਂਗਰਸ ਦੇ ਨਾਲ ਹਮੈਤੀ ਰਹੇ ਨੇ, ਉਹਨਾਂ ਦਾ ਅਲਾਈਅੰਸ ਬਣ ਰਿਹਾ ਸੀਗਾ, ਪਰ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਹੋ ਗਿਆ, ਜਿਸ ਕਰਕੇ ਬੈਂਸ ਸਾਹਿਬ ਉਸ ਤੋਂ ਬਾਹਰ ਹੋ ਗਏ। ਬੈਂਸ ਸਾਹਿਬ ਉਹਦੇ ਵਿੱਚ ਐਸਾ ਕਿਹੜਾ ਫਾਇਦਾ ਲੈਣਾ ਚਾਹੁੰਦੇ ਨੇ ਵੀ ਗੱਲ-ਗੱਲ ਦੇ ਉੱਤੇ ਰੋਲਾ ਪਾਉਂਦੇ ਨੇ? ਬੈਂਸ ਸਾਹਿਬ ਦੇ ਖਿਲਾਫ ਸੀਐਮ ਹਾਊਸ ਤੱਕ ਕੰਪਲੇਂਟਸ ਗਈਆਂ ਨੇ, ਇਹ ਸੀਐਮ ਹਾਊਸ ਦੀ ਰਿਸੀਵਿੰਗ ਹੈ ਜੀ। ਪ੍ਰਾਈਮ ਉਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਗੱਲ ਰਾਜਨੀਤੀ ਦੀ ਕੀਤੀ ਜਾਵੇ ਤਾਂ ਰਾਜਨੀਤੀ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ, ਜਿਹੜਾ ਲੀਡਰ ਹੈ ਉਹ ਲੀਡਰ ਤੋਂ ਵੱਡਾ ਲੀਡਰ ਬਣ ਜਾਂਦਾ ਹੈ, ਪਰ ਜਿਹੜਾ ਵਰਕਰ ਹੈ ਉਹ ਵਰਕਰ ਹੀ ਰਹਿੰਦਾ। ਜਿਹੜਾ ਲੀਡਰ ਤੇ ਵਿੱਚ ਵਰਕਰ ਦਾ ਵਿਚਕਾਰਲਾ ਜਿਹੜਾ ਫਾਸਲਾ ਹੈ ਉਹ ਦਿਨੋਂ ਦਿਨ ਵੱਧਦਾ ਜਾਂਦਾ। ਵੱਧਦੇ ਦੂਰੀਆਂ ਇੱਥੋਂ ਤੱਕ ਦੂਰੀਆਂ ਵੱਧ ਜਾਂਦੀਆਂ ਨੇ ਵੀ ਇੱਕ ਦਿਨ ਅਜਿਹਾ ਆਉਂਦਾ ਵੀ ਲੀਡਰ ਤੋਂ ਵਰਕਰ ਨੂੰ ਸਾਥ ਜਿਹੜਾ ਇੱਕ ਦੂਜੇ ਦਾ ਸਾਥ ਟੁੱਟ ਜਾਂਦਾ ਹੈ, ਤੇ ਉਹ ਸਾਥ ਟੁੱਟਣ ਤੋਂ ਬਾਅਦ ਜਿਹੜੀਆਂ ਦੂਸ਼ਣਬਾਜ਼ੀਆਂ ਸਟਾਰਟ ਹੋ ਜਾਂਦੀਆਂ ਦੋਵਾਂ ਪੱਖਾਂ ਤੋਂ। ਦਲ ਬਦਲੀ ਵੀ ਕਹਿ ਸਕਦੇ ਹਾਂ, ਵੱਡੇ ਲੀਡਰ ਦਲ ਬਦਲੀ ਵੀ ਹੋ ਜਾਂਦੀ ਹੈ। ਉਹ ਬੰਦਾ ਰਾਜਨੀਤੀ ਵਿੱਚ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਜਿਹੜੀਆਂ ਉਸ ਨਾਲ ਰਹਿ ਕੇ ਬੰਦਾ ਤਾਂ ਕਹਿ ਲਈਏ ਵੀ ਐਕਸੈਪਟ ਕਰ ਲੈਂਦਾ, ਤੇ ਬਾਅਦ ਵਿੱਚ ਉਹਨੂੰ ਐਕਸਪੋਜ਼ ਕਰਨ ਲਈ ਵੀ ਬੰਦਾ ਸਾਹਮਣੇ ਆਉਂਦਾ। ਅੱਜ ਸਾਡੇ ਨਾਲ ਨੇ ਜਸਵਿੰਦਰ ਰਾਜਾ, ਜਿਹੜੇ ਰਾਜਾ ਬੈਂਸ ਦੇ ਨਾਮ ਨਾਲ ਜਾਣੇ ਜਾਂਦੇ ਸਨ, ਤੇ ਥੋੜੇ ਮਹੀਨੇ ਪਹਿਲਾਂ ਇਹਨਾਂ ਨੇ ਬੈਂਸ ਭਰਾਵਾਂ ਦਾ ਜਿਹੜਾ ਸਾਥ ਛੱਡ ਦਿੱਤਾ ਸੀ। ਇਹਦੇ ਨਾਲ ਅਸੀਂ ਗੱਲਬਾਤ ਕਰਾਂਗੇ ਵੀ ਕਿਹੜੇ ਕਾਰਨ ਸੀਗੇ ਜਿਹੜਾ ਇਹਨਾਂ ਨੇ ਬੈਂਸ ਭਰਾਵਾਂ ਨੂੰ ਛੱਡਿਆ, ਕੀ ਕਾਰਨ ਸੀ, ਭਵਿੱਖ ਦਾ ਇਹਨਾਂ ਦਾ ਰਾਜਨੀਤੀ ਵਿੱਚ ਇਹਨਾਂ ਦਾ ਕੀ ਭਵਿੱਖ ਹੈ, ਕੀ ਇਹ ਸੋਚ ਰਹੇ ਰਾਜਨੀਤੀ ਬਾਰੇ। ਬਹੁਤ ਬਹੁਤ ਸਵਾਗਤ ਰਾਜਾ ਜੀ। ਧੰਨਵਾਦ ਤੁਨਾ ਜੀ, ਤੇ ਪ੍ਰਾਈਮ ਉਦੇ ਦੇ ਸਾਰੇ ਵਿਊਵਰਸ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਰਾਜੇ, ਪਹਿਲਾ ਸਵਾਲ ਮੈਨੂੰ ਤੁਹਾਡਾ ਇਹੀ ਹੈ ਵੀ ਤੁਸੀਂ ਬੈਂਸ ਭਰਾਵਾਂ ਨੂੰ ਕਿਉਂ ਛੱਡਿਆ? ਤੁਸੀਂ ਛੋਟੇ ਭਰਾ ਦੇ ਤੌਰ ਤੇ ਇੱਕ ਵਿਚਰਦੇ ਸੀ ਉਹਨਾਂ ਨਾਲ। ਬਿਲਕੁਲ, ਮੈਂ ਜਿਵੇਂ ਕਿ ਤੁਸੀਂ ਗੱਲ ਕਹੀ ਹੈ ਵੀ ਰਾਜਨੀਤੀ ਤੇ ਵਰਕਰ ਔਰ ਜਿਹੜਾ ਨੇਤਾ ਦਾ ਸੰਬੰਧ ਹੁੰਦਾ, ਉਹਦੇ ਜਦੋਂ ਖਿਲਾਫ ਪੈਦਾ ਹੁੰਦਾ ਤੇ ਬੜਾ ਕੁਝ ਉੱਤੇ ਨੀਚੇ ਹੁੰਦਾ ਜੀ, ਪਰ ਉਹਦੇ ਵਿੱਚ ਜਿਹੜੀ ਦੂਸ਼ਣਬਾਜ਼ੀ, ਉਹ ਦੂਸ਼ਣਬਾਜ਼ੀ ਨਹੀਂ ਹੁੰਦੀ ਜੀ। ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਵੀ ਜਿਹੜੀਆਂ ਇੱਕ ਪਰਿਵਾਰ ਦੇ ਵਿੱਚ ਕਹਿ ਲਈਏ ਜਾਂ ਇੱਕ ਪਾਰਟੀ ਪਲੇਟਫਾਰਮ ਤੇ ਕਹਿ ਲਈਏ ਵੀ ਸਾਂਝੀਆਂ ਹੁੰਦੀਆਂ ਨੇ, ਤੇ ਬੰਦਾ ਉਸ ਚੀਜ਼ ਨੂੰ ਕਿਤੇ ਨਾ ਕਿਤੇ ਅਵੋਇਡ ਕਰਦਾ। ਬਟ ਜਸਵਿੰਦਰ ਰਾਜਾ ਐਸਾ ਸ਼ਖਸ ਰਿਹਾ ਵੀ ਜਿਹੜੀਆਂ ਵੀ ਕੋਈ ਪਾਰਟੀ ਪੱਧਰ ਦੇ ਉੱਤੇ ਬੈਂਸ ਸਾਹਿਬ ਨਾਲ ਗੱਲਾਂ ਰਹੀਆਂ ਨੇ, ਜਾਂ ਸਮਾਜਿਕ ਤੌਰ ਦੇ ਉੱਤੇ ਜਾਂ ਰਾਜਨੀਤਿਕ ਤੌਰ ਦੇ ਉੱਤੇ, ਉਹਦੀ ਆਵਾਜ਼ ਮੈਂ ਪਾਰਟੀ ਪਲੇਟਫਾਰਮ ਤੇ ਬੜੀ ਵਧੀਆ ਤਰੀਕੇ ਨਾਲ ਚੱਕੀ ਹੈ ਤੇ ਚੱਕਦਾ ਵੀ ਰਿਹਾ ਜੀ। ਕਿਉਂਕਿ ਮੈਂ ਖੁਦ ਪਾਰਟੀ ਦਾ ਸਪੋਕਸਪਰਸਨ ਰਿਹਾ। ਬੈਂਸ ਸਾਹਿਬ ਨੇ ਮੈਨੂੰ ਆਪਣੀ ਆਵਾਜ਼ ਬਣਾਇਆ, ਆਪਣੀ ਆਵਾਜ਼ ਬਣਾ ਕੇ ਮੈਂ ਮੀਡੀਆ ਦੇ ਵਿੱਚ ਵੀ ਵਿਚਰਦਾ ਰਿਹਾ, ਲੋਕਾਂ ਦੇ ਵਿੱਚ ਵਿਚਰਦਾ ਰਿਹਾ, ਪੂਰੇ ਪੰਜਾਬ 'ਚ ਵਰਕਿੰਗ ਕੀਤਾ, NRIਆਂ 'ਚ ਵਰਕਿੰਗ ਕੀਤੀ ਹੈ। ਤੇ ਜਦ ਜੇ ਮੈਂ ਆਵਾਜ਼ ਹੈਗਾ, ਉਹਦੇ ਵਿੱਚ ਜਿਹੜੇ ਲੋਕਾਂ ਦੇ ਵਿਚਾਰ ਆਉਂਦੇ ਨੇ, ਵਿਊਜ਼ ਆਉਂਦੇ ਨੇ ਉਹਦੇ ਮੁਤਲਕ, ਔਰ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਵੀ ਉਹ ਜਿਹੜੀ ਇੱਕ ਕ੍ਰਾਂਤੀ ਲੈ ਕੇ, ਜਿਹੜੀ ਇੱਕ ਕ੍ਰਾਂਤੀ ਆਪਾਂ ਅੱਜ ਦੇ ਬੜਾ ਆਮ ਜਿਹਾ ਲਫ਼ਜ਼ ਹੋ ਗਿਆ ਹੁਣ ਵਾਪਸ, ਕਿ ਨਹੀਂ ਤਾਂ ਆਪਾਂ ਕਿਤਾਬਾਂ 'ਚ ਪੜ੍ਹਿਆ ਵੀ ਭਗਤ ਸਿੰਘ ਦੇ ਟਾਈਮ ਤੇ ਜਾਂ ਅੰਗਰੇਜ਼ਾਂ ਤੋਂ ਬਾਹਰ ਨਿਕਲਣ ਦੇ ਤੇ ਉਹ ਕ੍ਰਾਂਤੀ ਲਫ਼ਜ਼ ਹੁੰਦੇ ਸੀ। ਇਨਕਲਾਬ ਦਾ ਨਾਰਾ, ਇਨਕਲਾਬ ਜਿੰਦਾਬਾਦ ਦੇ ਨਾਰੇ ਤੁਸੀਂ ਦੇਖਿਆ ਹੋਣਾ ਵੀ ਰਾਜਨੀਤੀ 'ਚ ਵਾਪਸ ਉੱਠ ਕੇ ਆਏ। ਕਈ ਪਾਰਟੀਆਂ ਨੇ ਸ਼ੁਰੂ ਕੀਤਾ ਤੇ ਬੈਂਸ ਸਾਹਿਬ ਦੇ ਨਾਲ ਹੀ। ਪਰ ਬੈਂਸ ਸਾਹਿਬ ਜਿਹੜੀ ਹੈਗੇ ਨੇ, ਉਹਨਾਂ ਦੇ ਨਾਲ ਮੈਂ ਇਕੱਲਾ ਐਸਾ ਸ਼ਖਸ ਨਹੀਂ ਜਿਹੜਾ ਛੱਡ ਕੇ ਗਿਆ। ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਜਮਾਤੀ ਸੀਗੇ, ਜਿਹੜੇ ਉਹਨਾਂ ਦੇ ਜੁੰਡੀ ਦੇ ਯਾਰ ਸੀਗੇ, ਜਿਹੜੇ ਬਚਪਨ ਤੋਂ ਜਦੋਂ ਤੀਜੀ ਚੌਥੀ ਤੋਂ ਪੜ੍ਹਦੇ ਆ ਰਹੇ ਜਾਂ ਉਸ ਤੋਂ ਬਾਅਦ ਦਾ ਵੀ ਸਮਾਂ ਉਹਨਾਂ ਦੇ ਨਾਲ ਸੀ, ਉਹ ਸਾਰੇ ਛੱਡ ਗਏ। ਪਰ ਅਸੀਂ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਇਹ ਕਹ ਲਓ ਵੀ ਅੰਧ ਭਗਤੀ ਦਾ ਚਸ਼ਮਾ ਸੀਗਾ, ਜਾਂ ਸਾਨੂੰ ਓਵਰ ਕੌਨਫੀਡੈਂਸ ਸੀਗਾ, ਵਿਸ਼ਵਾਸ ਸੀਗਾ, ਜਿਹੜਾ ਅਸੀਂ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਤੁਰਦੇ ਰਹੇ। ਪਰ ਜਦੋਂ ਉਹ ਚੀਜ਼ਾਂ 1 ਬਾਏ 1 ਸਾਰੇ ਸਾਥੀ ਛੱਡਦੇ ਗਏ, ਉਹ ਸਾਨੂੰ ਕਹਿੰਦੇ ਗਏ, ਪਰ ਉਹਨਾਂ ਦਾ ਸਵਾਲ ਜਦੋਂ ਬੈਂਸ ਸਾਹਿਬ ਨੂੰ ਕਰਦੇ ਰਹੇ ਤੇ ਬੈਂਸ ਸਾਹਿਬ ਕੋਲ ਜਦੋਂ ਜਵਾਬ ਨਹੀਂ ਸੀਗਾ, ਤੇ ਨਜ਼ਰ ਆਇਆ ਵੀ ਬੈਂਸ ਸਾਹਿਬ
ਕ੍ਰਾਂਤੀਕਾਰੀ ਹੋਣ ਦਾ, ਇਨਕਲਾਬੀ ਹੋਣ ਦਾ ਮੁਖੌਟਾ ਪਾ ਕੇ ਜੀ ਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਤੇ ਉਹ ਆਪਣੇ ਕੋਲ ਬਰਦਾਸ਼ਤ ਨਹੀਂ ਹੋਣਾ। ਰਾਜਾ ਜੀ, ਮੈਂ ਦੂਸ਼ਣਬਾਜ਼ੀ ਸ਼ਬਦ ਤਾਂ ਯੂਜ਼ ਕੀਤਾ ਵਾ, ਤੁਸੀਂ ਵੀ ਦੋਸ਼ ਲਗਾਉਂਦੇ ਹੋ, ਕੜਬਲ ਸਾਹਿਬ ਵੀ ਦੋਸ਼ ਲਗਾਉਂਦੇ ਆ, ਹੋਰ ਵੀ ਜਿਹੜੇ ਤੁਹਾਡੇ ਪੁਰਾਣੇ ਸਾਥੀ ਸੀ ਬੈਂਸ ਸਾਹਿਬ ਦੇ ਉਹ ਵੀ ਦੋਸ਼ ਲਗਾਉਂਦੇ। ਦੂਸ਼ਣ ਵਾਲੀ ਸ਼ਬਦ ਉੱਥੇ ਯੂਜ਼ ਹੁੰਦਾ ਵਾ ਜਿੱਥੇ ਕੋਈ ਆਧਾਰ ਨਾ ਹੋਵੇ, ਕੋਈ ਸਬੂਤ ਨਾ ਹੋਵੇ। ਤੁਸੀਂ ਕਿਹੜੇ ਸਬੂਤਾਂ ਦੇ ਆਧਾਰ ਤੇ ਗੱਲ ਕਰਦੇ ਹੋ? ਬਿਲਕੁਲ, ਮੈਂ ਤੁਹਾਨੂੰ ਸਾਰੇ ਸਬੂਤ ਵੀ ਦਿਆਂਗਾ। ਦੂਸ਼ਣਬਾਜ਼ੀ ਦੀ ਜਿਹੜੀ ਗੱਲ ਹੈ ਬ੍ਰਦਰ, ਮੈਂ ਇੱਕ ਲਵਾਂ, ਜਿਹੜੇ ਵੀ ਸੱਜਣ ਸਾਥੀ ਉਹਨਾਂ ਦੇ ਪੁਰਾਣੇ ਮਿੱਤਰ ਨੇ, ਜਿਹੜੇ ਮੇਰੇ ਵੀ ਮਿੱਤਰ ਨੇ, ਪਰ ਉਹ ਉਹਨਾਂ ਦੇ ਜ਼ਿਆਦਾ ਨਜ਼ਦੀਕੀ ਰਹੇ ਨੇ ਜੀ, ਜ਼ਿਆਦਾ ਲੰਬਾ ਸਮਾਂ ਉਹ ਬਚਪਨ ਤੋਂ ਨਾਲ ਰਹੇ ਨੇ। ਅਗਰ ਉਹ ਕੋਈ ਦੋਸ਼ ਲਗਾ ਰਹੇ ਨੇ ਪਰ ਬੈਂਸ ਸਾਹਿਬ ਨੇ ਉਹਨਾਂ ਦੇ ਗੱਲਾਂ ਦਾ ਜਵਾਬ ਨਹੀਂ ਦਿੱਤਾ ਜੀ, ਇਹਦੇ ਵਿੱਚ ਇੱਕ ਚੀਜ਼ ਸਮਝ ਆਉਂਦੀ ਹੈ ਵੀ ਉਹ ਦੋਸ਼ ਲਗਾਉਣ ਵਾਲਾ ਬੰਦਾ ਸੱਚਾ ਹੈ। ਜੀ, ਅਗਰ ਉਹ ਸੱਚਾ ਨਹੀਂ ਹੈਗਾ ਤਾਂ ਬੈਂਸ ਸਾਹਿਬ ਨੂੰ ਜਵਾਬ ਦੇਣੇ ਬਣਦੇ ਸੀਗੇ। ਜੀ, ਉਹਦਾ ਕਾਰਨ ਮੈਂ ਕਿਉਂ ਕਹਿ ਰਿਹਾ ਕਿ ਉਹੀਓ ਗੱਲਾਂ ਦੇ ਜਵਾਬ ਮੈਂ ਵੀ ਉਹਨਾਂ ਨੂੰ ਪਾਰਟੀ ਪਲੇਟਫਾਰਮ ਤੇ ਮੰਗੇ ਨੇ ਜੀ, ਪਰ ਬੈਂਸ ਸਾਹਿਬ ਨੇ ਕਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ। ਜੀ, ਜਿਹੜੀ ਗੱਲ ਤੁਸੀਂ ਕ੍ਰਾਂਤੀ ਦੀ ਮੈਂ ਜਿਵੇਂ ਤੁਹਾਨੂੰ ਗੱਲ ਕਰ ਰਿਹਾ ਸੀ ਨਾ, ਇਹਦੇ 'ਚ ਇੱਕ ਬੜੀ ਵੱਡੀ ਚੀਜ਼ ਹੈ। ਮੈਂ ਦੋਸ਼ ਨਹੀਂ ਲਗਾ ਰਿਹਾ। ਮੈਂ ਅਗਰ ਕਿਸੇ ਗਰੀਬ ਪਰਿਵਾਰ ਦਾ ਹੈਗਾ, ਮੈਂ ਕਿਸੇ ਮਿਡਲ ਕਲਾਸ ਫੈਮਿਲੀ ਤੋਂ ਆ, ਮੇਰੇ ਮਨ ਦੀ ਭਾਵਨਾ ਹੈ ਵੀ ਪੰਜਾਬ ਦੀ ਇੱਕ ਤਰੱਕੀ ਹੋਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਜਿਹੜਾ ਰਾਜਨੀਤਿਕ ਖਲਾ ਹੈ, ਜਿਹੜਾ ਸਿਸਟਮ ਹੈ, ਉਹ ਚੇਂਜ ਆਉਣਾ ਚਾਹੀਦਾ ਹੈ ਤਾਂ ਕਿ ਸਾਡੇ ਜਿਹੜੇ ਨੌਜਵਾਨ ਵੀਰ ਬਾਹਰ ਜਾ ਰਹੇ ਨੇ ਉਹ ਨਾ ਜਾ ਸਕਣ। ਅਸੀਂ ਇੱਥੇ ਆਪਣੇ ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਕੇ ਜਾ ਸਕੀਏ, ਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਵਿੱਚ ਬਹੁਤ ਜ਼ਿਆਦਾ ਮਾੜਾ ਸਮਾਂ ਦੇਖਿਆ ਤੇ ਪੰਜਾਬ ਅੱਜ ਵੀ ਮਾੜੇ ਸਮੇਂ 'ਚੋਂ ਗੁਜ਼ਰ ਰਿਹਾ ਹੈ। ਤੇ ਉਸ ਚੀਜ਼ ਦੇ ਵਿੱਚ ਜਿਹੜੀ ਇੱਕ ਮਨ ਦੀ ਭਾਵਨਾਵਾਂ ਹੁੰਦੀਆਂ, ਜਿਵੇਂ ਤੁਸੀਂ ਦੇਖੋਗੇ ਮੇਰੀ ਇੰਟਰਵਿਊਜ਼ ਹੋਈਆਂ, ਲੋਕ ਸਵਾਲ ਕਰਦੇ ਨੇ ਵੀ ਤੂੰ ਪਹਿਲਾਂ ਸੁੱਤਾ ਸੀ, ਵੀ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਵੀਰੇ, ਭਾਵਨਾਵਾਂ ਹਰ ਬੰਦੇ ਦੇ ਹੁੰਦੇ ਨੇ। ਅਗਰ ਤੁਸੀਂ ਕਿਸੇ ਭਾਵਨਾ ਨਾਲ ਬੈਂਸ ਸਾਹਿਬ ਨੂੰ ਸੋਚਦੇ ਹੋ ਚੰਗਾ ਕੰਮ ਕਰ ਰਹੇ ਨੇ ਤੇ ਉਸੇ ਭਾਵਨਾ ਨਾਲ ਅਸੀਂ ਜੁੜੇ ਹੋਏ ਸੀਗੇ, ਉਸੇ ਭਾਵਨਾ ਨਾਲ ਸਾਰੇ ਸਾਥੀ ਜੁੜੇ ਹੋਏ ਸੀਗੇ। ਸਵਾਲ ਇਸ ਗੱਲ ਦਾ ਬੰਦਾ ਵੀ ਉਹ ਸਾਰੇ ਸਾਥੀ ਛੱਡ ਗਏ, ਉਹਨਾਂ ਨੇ ਹਰ ਤਰ੍ਹਾਂ ਦਾ ਸਵਾਲ ਖੜਾ ਕੀਤਾ ਪਰ ਬੈਂਸ ਸਾਹਿਬ ਨੇ ਜਵਾਬ ਨਹੀਂ ਦਿੱਤਾ। ਬੈਂਸ ਸਾਹਿਬ ਕਿਸੇ ਸੱਤਾ ਦੀ ਸੀਟ ਤੇ ਨਹੀਂ ਹੈਗੇ, ਇਹ ਬੜੀ ਵੱਡੀ ਗੱਲ ਹੈ। ਉਹਨਾਂ ਦੇ ਉੱਤੇ ਬੜੇ ਤਰ੍ਹਾਂ ਦੇ ਇਲਜ਼ਾਮ ਲੱਗੇ ਜਿਨ੍ਹਾਂ ਦੇ ਜਵਾਬ ਨਹੀਂ ਦਿੱਤੇ, ਪਰ ਕਿਸੇ ਨੇ ਇਸ ਗੱਲ ਦਾ ਘੋਖ ਕਰਨ ਦੀ ਕੋਸ਼ਿਸ਼ ਕੀਤੀ, ਪੜਚੋਲ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਬੰਦੇ ਉਹਨਾਂ ਤੇ ਦਾਗ ਲਾ ਰਹੇ ਨੇ ਜਾਂ ਉਹਨਾਂ ਤੇ ਸਵਾਲ ਕਰ ਰਹੇ ਨੇ, ਉਹ ਕਿਤੇ ਰਾਜਨੀਤਿਕ ਤੌਰ ਦੇ ਉੱਤੇ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਉਹਨਾਂ ਨੇ ਕੋਈ ਬਹੁਤ ਸਾਰਾ ਪੈਸਾ ਬਣਾ ਲਿਆ ਜਾਂ ਦੂਜੀਆਂ ਪਾਰਟੀਆਂ। ਮੈਂ ਬੈਂਸ ਸਾਹਿਬ ਨਾਲ ਜੁੜਿਆ, ਕੋਈ ਮੈਨੂੰ ਬੈਂਸ ਸਾਹਿਬ ਨੇ ਤਨਖਾਹ ਥੋੜੀ ਲਾਈ ਹੋਈ ਜਾਂ ਮੈਂ ਕਿਸੇ ਹੋਰ ਪਾਰਟੀ ਚਲਾ ਜਾਊਂਗਾ ਮੈਨੂੰ ਤਨਖਾਹ ਮਿਲਣ ਲੱਗ ਜੂਗੀ। ਇੱਕ ਰਾਜਨੀਤੀ ਦੀ ਵਿਚਾਰਧਾਰਾ ਜਿੰਦੇ ਮੁਤਲਕ ਸਾਰੀਆਂ ਚੀਜ਼ਾਂ ਚੱਲਦੀਆਂ। ਸਾਨੂੰ ਬੈਂਸ ਸਾਹਿਬ ਦੇ ਨਾਲ ਉਹਨਾਂ ਦੀ ਟੀਮ ਜਿਹੜੀ ਵੱਡੀ ਸੀਗੀ ਚੰਗੀ ਲੱਗੀ, ਮੈਂ ਉਹਨਾਂ ਦੇ ਨਾਲ ਜੁੜ ਗਿਆ ਔਰ ਕੰਮ ਕੀਤਾ। ਕੰਮ ਕਰਕੇ ਜਿਹੜੇ ਮੁੱਦੇ ਬੈਂਸ ਸਾਹਿਬ ਅੱਜ ਕਰਦੇ ਨੇ ਉਹਨਾਂ ਦੇ ਵਿੱਚ ਉਸ ਟੀਮ ਦਾ ਹਿੱਸਾ ਬਣ ਕੇ ਮੈਂ ਕੰਮ ਕੀਤਾ, ਜਿੰਦੇ ਵਿੱਚ ਬੜੇ ਵੱਡੇ ਘੁਟਾਲੇ ਜਾ ਕੇ ਕਰਨ ਦੀ ਕੋਸ਼ਿਸ਼ ਹੋਈ ਔਰ ਅਸੀਂ ਉਹਨਾਂ ਦੇ ਸਟਿੰਗ ਆਪਰੇਸ਼ਨ ਵੀ ਕੀਤੇ ਔਰ ਉਹਨਾਂ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਲੈ ਕੇ ਵੀ ਆਏ। ਬਟ ਦੇਖੋ, ਪਰਿਵਾਰ ਦਾ ਮੁਖੀ ਇੱਕ ਹੁੰਦਾ, ਪਾਰਟੀ ਦਾ ਮੁਖੀ ਵੀ ਇੱਕ ਹੁੰਦਾ ਹੈ। ਜਦੋਂ ਸਾਰੇ ਮੁੱਦਿਆਂ ਨੂੰ ਅਸੀਂ ਉਜਾਗਰ ਕੀਤਾ, ਸਾਰੀਆਂ ਚੀਜ਼ਾਂ ਹੋ ਗਈਆਂ ਪਰ ਉਹਨਾਂ ਦੇ ਰਿਜ਼ਲਟ ਨਹੀਂ ਨਿਕਲੇ। ਜਿਵੇਂ ਮੈਂ ਤੁਹਾਨੂੰ ਗੱਲ ਕਰਾਂ, ਅਸੀਂ ਟੋਲ ਪਲਾਜ਼ਾ ਦਾ ਕੀਤਾ, ਟੋਲ ਪਲਾਜ਼ਾ ਅੱਜ ਵੀ ਲੋਕ ਦੁਖੀ ਨੇ। ਬੈਂਸ ਸਾਹਿਬ ਅੱਜ ਤੋਂ ਜਦੋਂ ਅਕਾਲੀ ਦਲ ਦੇ ਯੂਥ ਪ੍ਰਧਾਨ ਸੀ ਉਦੋਂ ਤੋਂ ਟੋਲ ਪਲਾਜ਼ਿਆਂ ਦੇ ਖਿਲਾਫ ਧਰਨੇ ਪ੍ਰਦਰਸ਼ਨ ਲਾ ਰਹੇ ਨੇ। ਜਦੋਂ ਮੈਂ ਬੈਂਸ ਸਾਹਿਬ ਨੂੰ ਲੋਕ ਸਵਾਲ ਕਰਦੇ ਨੇ ਜਾਂ ਮੈਂ ਸਵਾਲ ਕਰਦਾ ਪਾਰਟੀ ਪਲੇਟਫਾਰਮ, ਬੈਂਸ ਸਾਹਿਬ ਟੋਲ ਪਲਾਜ਼ਿਆਂ ਦਾ ਕੋਈ ਹੱਲ ਨਹੀਂ ਹੋਇਆ। ਤੇ ਸੁਣਨ 'ਚ ਆਇਆ ਵੀ ਬੈਂਸ ਸਾਹਿਬ ਤੁਹਾਨੂੰ ਬੰਦੇ ਅਪਰੋਚਾਂ ਕਰਦੇ ਨੇ ਵੀ ਆਪਾਂ ਨੂੰ ਉਸ ਚੀਜ਼ ਦਾ ਕੋਈ ਹੱਲ ਕਰਨਾ ਚਾਹੀਦਾ। ਤੇ ਹੁਣ ਉਹ ਇਹ ਗੱਲ ਮੈਂ ਕਿੱਥੇ ਗਲਤ ਕਹਿਤੀ ਜਾਂ ਪਬਲਿਕ ਕਿੱਥੇ ਗਲਤ ਕਹਿਤੀ? ਇਹ ਤਾਂ ਬੈਂਸ ਸਾਹਿਬ ਜਵਾਬ ਦੇਣਾ ਵੀ ਟੋਲ ਪਲਾਜ਼ਾ ਦਾ ਮਸਲਾ ਹੱਲ ਨਹੀਂ ਹੋਇਆ ਜਾਂ ਬੈਂਸ ਸਾਹਿਬ ਨੇ ਉਹ ਸਟੈਂਡ ਛੱਡਤਾ। ਸਿਰਫ ਜਾਂ ਤਾਂ ਆਪਾਂ ਉਹਨੂੰ ਕਾਵਾ ਰੋਲੀ ਪਾਉਣਾ ਚਾਹੁੰਦੇ ਆ ਤੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਵੀ ਮੈਂ ਹੀ ਇਮਾਨਦਾਰ ਆ, ਮੈਂ ਰੋਲਾ ਪਾ ਸਕਦਾ, ਮੈਂ ਚੱਕ ਸਕਦਾ, ਤੇ ਜਾਂ ਕਿਸੇ ਅੰਡਰ ਦਾ ਟੇਬਲ ਸੈਟਿੰਗ ਹੋਈ ਹੈ ਤੇ ਬੈਂਸ ਸਾਹਿਬ ਇਸ ਗੱਲ ਦਾ ਇਮਾਨਦਾਰੀ ਨਾਲ ਜਵਾਬ ਦੇ ਸਕਦੇ ਨੇ ਵੀ ਕਿਉਂ ਨਹੀਂ ਹੋਇਆ। ਕਿਉਂਕਿ ਪਾਰਟੀ ਮੁਖੀ ਕੁਝ ਮੈਨੂੰ ਕਹੂਗਾ ਜਾਂ ਕੋਈ ਅਦਾਰਾ ਜਿੰਦੇ ਨਾਲ ਮੈਂ ਜੁੜਿਆ ਮੈਨੂੰ ਕਹੂਗਾ ਤਾਂ ਹੀ ਮੈਂ ਉਹਦੇ ਤੇ ਅੱਗੇ ਕੰਮ ਕਰੂੰਗਾ। ਮੇਰੇ ਕੋਲ ਪਾਵਰ ਨਹੀਂ ਹੈ ਕਿਉਂਕਿ ਆਰਡਰ ਦੇ ਨਾਲ ਹੀ ਚੱਲਣਾ ਹੈ। ਹਸਪੀਟਲ ਦੀ ਗੱਲ ਕਰੀਏ, ਕੇਬਲ ਮਾਫੀਆ ਦੀ ਗੱਲ ਕਰੀਏ, ਸੈਂਡ ਮਾਫੀਆ ਦੀ ਗੱਲ ਕਰੀਏ ਔਰ ਕਰਪਸ਼ਨ ਕੇਸਿਸ ਤਾਂ ਇੰਨੇ ਨੇ, ਪਟਵਾਰੀਆਂ ਤੋਂ ਲੈ ਕੇ ਅਸੀਂ ਇੰਨੇ ਬੰਦੇ ਫੜੇ ਨੇ, ਕਿਸੇ ਦੇ ਖਿਲਾਫ ਅੱਜ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਕੰਪਲੀਟ ਨਹੀਂ ਹੋਈ, ਨਾ ਉਹਨਾਂ ਨੂੰ ਸਜ਼ਾ ਹੋਈ ਹੈ। ਔਰ ਮੰਨ ਲਓ ਕਿਸੇ ਕੇਸ ਦੇ ਵਿੱਚ ਸਟਿੰਗ ਆਪਰੇਸ਼ਨ ਕਰਨ ਗਿਆ ਮੈਂ, ਸਾਰੀ ਅਸੀਂ ਤਿਆਰੀ ਕੀਤੀ, ਸਿਰਫ ਬੈਂਸ ਸਾਹਿਬ ਉਹਦੇ 'ਚ ਪਾਰਟੀ ਬਣ ਗਿਆ, ਆਪਣੀ ਐਮਐਲਏ ਹੋਣ ਦੀ ਪਾਵਰ ਨੂੰ ਵਰਤ ਕੇ ਉਹਦੇ 'ਚ ਧਿਰ ਬਣ ਗਿਆ ਵੀ ਮੇਰੇ ਖਿਲਾਫ ਮੈਂ ਇਹਦੇ ਵੱਲੋਂ ਕੰਪਲੀਟ ਦੇ ਰਿਹਾ, ਪਰ ਮੁੱਦਾ ਤਾਂ ਹੱਲ ਨਹੀਂ ਹੋਇਆ, ਨਾ ਕਿਸੇ ਨੇ ਸੋਚਿਆ। ਇਹ ਬੈਂਸ ਸਾਹਿਬ ਜਵਾਬ ਦੇਣ ਨਾ, ਉਹਦੇ ਰਾਜੇ ਨੂੰ ਉਹਨੀ ਪਾਰਟੀ ਨਾਲ ਬਣਾਇਆ ਗਿਆ ਵੀ ਰਾਜਾ ਮੌਕੇ ਤੇ ਸੀਗਾ। ਸਵਾਲ ਸਮਝਣ ਦੀ ਗੱਲ ਹੈ, ਬੜੀ ਡੀਪਲੀ ਗੱਲ ਹੈ ਵੀ ਇਹ ਲੋਕਾਂ ਨੇ ਸਮਝਣਾ ਚਾਹੀਦਾ ਹੈ। ਬੈਂਸ ਸਾਹਿਬ ਉਹਦੇ 'ਚ ਆਪ ਹੀ ਇਕੱਲੇ ਪਾਰਟੀ ਬਣ ਗਿਆ, ਆਪਣੇ ਕਿਸੇ ਸਾਥੀ ਨੂੰ ਰੱਖਿਆ ਵੀ ਬੈਂਸ ਸਾਹਿਬ ਦੱਸ ਦੇਣ ਵੇਰਕਾ ਮਿਲਕ ਪਲਾਂਟ ਦੇ ਬੰਦਾ ਇਹ ਵੀ ਸੋਚਣਾ ਚਲੋ ਯਾਰ ਬੰਦੇ ਨੇ ਗਲਤੀ ਕੀਤੀ ਆ, ਉਹਦੀ ਲੌਂਗ ਟਰਮ ਖਰਾਬ ਨਾ ਹੋਵੇ, ਅਸੀਂ ਤਾਂ ਸਰ ਬੈਂਸ ਸਾਹਿਬ ਗੱਲਾਂ ਵੱਡੀਆਂ ਫਿਰ ਕਿਉਂ ਮਾਰਦੇ ਆ? 70 80 ਹਜ਼ਾਰ ਦੀਆਂ ਤਨਖਾਹਾਂ ਲੈਣ ਵਾਲੇ ਬੰਦੇ ਆਮ ਥੱਲੜੇ ਲੱਭਕੇ ਵੀ ਦੀ, ਅਗਰ ਉਹ ਕਰਪਸ਼ਨ ਕਰ ਰਿਹਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਉੱਪਰਲੇ ਤਬਕੇ ਤੋਂ ਲੈ ਕੇ ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਕਰਪਸ਼ਨ ਦੇ ਖਿਲਾਫ ਜੰਗ ਜਾਰੀ ਹੈ। ਬਹੁਤ ਵੱਡੀ ਟੀਮ ਕੰਮ ਕਰ ਰਹੀ ਹੈ ਜਿਹਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ, ਪਰ ਸਿਮਰਜੀਤ ਸਿੰਘ ਬੈਂਸ ਕਿਸੇ ਮੁੱਦੇ ਦੇ ਉੱਤੇ ਰਿਜ਼ਲਟ ਨਹੀਂ ਕੱਢ ਕੇ ਦਿੱਤਾ ਜਦੋਂ ਉਹਨਾਂ ਨੂੰ ਪਾਰਟੀ ਪਲੇਟਫਾਰਮ ਤੇ ਵੀ ਗੱਲ ਕੀਤੀ ਗਈ ਹੈ। ਬੈਂਸ ਸਾਹਿਬ ਸੈਂਡ ਮਾਫੀਆ ਦੀ ਗੱਲ ਕੀਤੀ ਹੈ,
ਸੈਂਡ ਮਾਫੀਆ ਲਈ ਮੈਂ ਬੈਂਸ ਸਾਹਿਬ ਨੂੰ ਸਵਾਲ ਕਰਦਾ ਵੀ ਕੈਂਟ ਨਹਿਰ ਤੋਂ ਲੈ ਕੇ ਜਦੋਂ ਤੁਸੀਂ ਸੈਂਡ ਮਾਫੀਆ ਸ਼ੁਰੂ ਉਸ ਤੋਂ ਪਹਿਲੇ ਨਹਿਰ ਦੇ ਸੈਂਡ ਚੱਲਦੀ ਰਹੀ ਹੈ। ਬੈਂਸ ਸਾਹਿਬ ਦੇ ਘਰ ਦੇ ਬਿਲਕੁਲ ਨੇੜੇ ਹੈ। ਬੈਂਸ ਸਾਹਿਬ ਨੇ ਉਸ ਖੱਡ ਤੇ ਨਹੀਂ ਅਸੀਂ ਗਏ, ਬੈਂਸ ਸਾਹਿਬ ਦੂਸਰੀ ਜਗ੍ਹਾ ਖੱਡਾਂ ਤੇ ਕਿਉਂ ਗਏ? ਜੀ, ਕਿਉਂਕਿ ਇਹਦੇ ਵਿੱਚ ਬਹੁਤ ਵੱਡਾ ਸਕੈਂਡਲ ਹੈ, ਉਹ ਮੈਂ ਅੱਗੇ ਲੈ ਕੇ ਆਉਂਗਾ। ਜੀ, ਬੈਂਸ ਸਾਹਿਬ ਦੇ ਸਾਥੀ ਜੀ, ਮੌਜੂਦਾ ਪਾਰਟੀ ਦੇ ਵਿੱਚ ਨੁਮਾਇੰਦੇ ਉਹ ਉੱਥੇ ਰੇਡ ਮਾਫੀਆ ਚੱਲਦੇ ਰਹੇ ਨੇ। ਮੇਰੇ ਕੋਲ ਉਹਨਾਂ ਦੇ ਵੀਡੀਓ ਰਿਕਾਰਡਿੰਗ ਪ੍ਰੂਫ ਮੇਰੇ ਕੋਲ ਆ ਚੁੱਕੇ ਨੇ ਜੀ। ਸੈਕੰਡ ਗੱਲ ਕਰਦਾ, ਵੇਰਕਾ ਮਿਲਕ ਪਲਾਂਟ ਦਾ ਤਾਜ਼ਾ ਸਕੈਂਡਲ ਅਸੀਂ ਖੋਲਿਆ ਸੀਗਾ। ਬੈਂਸ ਸਾਹਿਬ ਨੇ ਵੇਰਕਾ ਮਿਲਕ ਪਲਾਂਟ ਦਾ ਸਾਨੂੰ ਦੱਸਿਆ, ਮੈਂ 3 ਦਿਨ ਲਗਾਤਾਰ ਬਾਹਰੋਂ ਵੇਰਕਾ ਮਿਲਕ ਪਲਾਂਟ ਤੋਂ ਦੁੱਧ ਦਾ ਪੈਕਟ ਖਰੀਦਣਾ, ਡੋਲੂ ਦੇ ਵਿੱਚ ਪਾਣਾ, ਅੰਦਰੋਂ ਦੀ ਫੈਟ ਚੈੱਕ ਕਰਾਂ ਜਾਂਦੀ। ਇਹ ਉੱਥੇ ਇੱਕ ਸਿਸਟਮ ਹੈਗਾ, ਤੁਸੀਂ ਆਪਣੇ ਘਰ ਕੋਈ ਵੀ ਦੁੱਧ ਦੇ ਕੇ ਜਾਂਦਾ ਨਾ, ਉਹਦੀ ਫੈਟ ਤੁਸੀਂ ਅੰਦਰ ਜਾ ਕੇ ਚੈੱਕ ਕਰ ਸਕਦੇ ਹੋ। ਉਹ ਫੈਟ ਦਾ ਜਿਹੜਾ ਸਿਸਟਮ ਹੈ 3-4 ਦਿਨਾਂ ਦਾ ਪਰਚੀਆਂ ਜਿਹੜੀਆਂ ਬੈਂਸ ਸਾਹਿਬ ਨੂੰ ਮੈਂ ਦੇਤੀਆਂ, ਪਰਚੀ ਕੱਟ ਕੇ ਅੰਦਰ ਐਂਟਰੀ ਹੁੰਦੀ ਹੈ ਵੀ ਉਹਦੇ 'ਚ ਫਰਕ ਸੀਗਾ ਜੀ, ਫੈਟ ਦਾ ਫਰਕ ਸੀਗਾ। ਤੇ ਉਹ ਕੈਲਕੂਲੇਸ਼ਨ ਜਿਹੜੀ ਬੈਂਸ ਸਾਹਿਬ ਨੇ ਬਣਾਈ ਸੀ 200 ਕਰੋੜ ਦੀ ਹੈ। ਪਰ ਬੈਂਸ ਸਾਹਿਬ ਨੂੰ ਬਾਅਦ 'ਚ ਜਦੋਂ ਮੈਂ ਇਸ ਗੱਲ ਦਾ ਸਵਾਲ ਕੀਤਾ, ਬੈਂਸ ਸਾਹਿਬ ਵੀ 200 ਕਰੋੜ ਦੀ ਆਪਾਂ ਗੱਲ ਕੀਤੀ, ਉਹ ਕਿਸੇ ਖਜ਼ਾਨੇ 'ਚ ਨਹੀਂ ਆਇਆ, ਆਪਾਂ ਰੋਲਾ ਤਾਂ ਪਾ ਲਿਆ ਜੀ, ਆਪਾਂ ਸਾਰਾ ਕੁਝ ਕਰ ਲਿਆ, ਸਾਡੇ ਤੇ ਪਰਚੇ ਵੀ ਹੋ ਗਏ, ਪੁਲਿਸ ਮੇਰੇ ਘਰੇ ਗੇੜੇ ਮਾਰਦੀ ਰਹੀ ਜੀ, ਸ਼ਾਮਲ ਤਫਤੀਸ਼ ਹੋ, ਸਾਰਾ ਕੁਝ ਹੋ ਗਿਆ। ਮੈਂ ਸ਼ਾਮਲ ਤਫਤੀਸ਼ ਵੀ ਹੋਇਆ, ਮੈਂ ਬਿਆਨ ਵੀ ਦੇ ਕੇ ਆਇਆ, ਜਿਵੇਂ ਜੋ ਬਿਆਨ ਸਾਹਿਬ ਦੇ ਸਾਡੀ ਆਪਣੀ ਗੱਲ ਹੋਈ ਵੀ ਆਹ ਸਟੇਟਮੈਂਟ ਸਾਡੀ ਬਣਦੀ ਸੀ। ਪਰ ਉਸ ਤੋਂ ਬਾਅਦ ਉਹ ਮੁੱਦਾ ਕਿੱਥੇ ਗਿਆ? ਉਸ ਮੁੱਦੇ ਤੇ ਕਿਉਂ ਨਹੀਂ ਕਾਰਵਾਈ ਹੋਈ? ਅਗਰ ਅਸੀਂ ਗਲਤ ਸੀਗੇ, ਸਰਕਾਰ ਨੇ ਸਾਡੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ? ਜੀ, ਬੈਂਸ ਸਾਹਿਬ ਦੇ ਖਿਲਾਫ ਪਰਚਾ ਦਰਜ ਹੋਇਆ ਸਾਥੀਆਂ ਦੇ ਨਾਮ, ਸ਼ਾਮਲ ਤਫਤੀਸ਼ ਦੇ ਵਿੱਚ ਮੈਂ ਰਿਹਾ ਵਾਂ, ਮੇਰੇ ਖਿਲਾਫ ਮੈਨੂੰ ਉਹਦੇ 'ਚ ਨਾਮ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ, ਨਾਮ ਮੇਰੇ ਕੋਲ ਉਸ ਤੋਂ ਬਾਅਦ ਕੋਈ ਆਇਆ। ਤੇ ਬੈਂਸ ਸਾਹਿਬ ਕਿਉਂ ਨਹੀਂ ਇਹ ਜਵਾਬ ਦਿੰਦੇ ਵੀ ਐਸੀ ਕਿਹੜੀ ਸੈਟਿੰਗ ਹੋਈ ਵੀ ਉਹ 200 ਕਰੋੜ ਦਾ ਘਪਲਾ ਸ਼ਾਂਤੀ ਦਾ ਮੁੱਦਾ ਬਣ ਗਿਆ? ਨਹੀਂ, ਇਹ ਸਵਾਲ ਤਾਂ ਰਾਜਾ ਜੀ ਓਪੋਜੀਸ਼ਨ ਵਾਲੇ ਵੀ ਕਰਦੇ। ਚਲੋ ਤੁਸੀਂ ਹੁਣ ਓਪੋਜੀਸ਼ਨ ਵਾਲੇ ਹੀ ਹੋ, ਪਬਲਿਕ ਵਿੱਚ ਰਹਿ ਰਹੇ, ਤੁਸੀਂ ਵੀ ਸਵਾਲ ਕਰਦੇ ਹੋ। ਮੈਂ ਉਹੀ ਗੱਲ ਕਰਦੇ ਆ ਵੀ ਸਬੂਤ ਨਹੀਂ ਕਿਸੇ ਚੀਜ਼ ਦੇ ਆਪਾਂ ਪੇਸ਼ ਕਰ ਸਕੇ, ਨਾ ਓਪੋਜੀਸ਼ਨ ਕੋਈ ਸਬੂਤ ਭਾਜੀ ਸਬੂਤ ਮੈਂ ਤੁਹਾਨੂੰ ਦੱਸਦਾ ਨਾ, ਆਹ ਦੇਖੋ ਉਹੀ ਸੁੱਖੀ ਰੰਧਾਵਾ ਜਿੰਦੇ ਖਿਲਾਫ ਬੈਂਸ ਸਾਹਿਬ ਕਹਿ ਰਹੇ ਵੀ ਮੈਂ ਕੰਮ ਕਰੂੰਗਾ ਜੀ, ਆਹ ਅਖਬਾਰ ਦੀਆਂ ਕਟੀਆਂ ਨੇ, ਜੇਲ੍ਹ ਮੰਤਰੀ ਸੀਗੇ। ਉਹੀ ਸੁੱਖੀ ਰੰਧਾਵਾ ਜਦੋਂ ਸਹਿਕਾਰੀ ਦਾ ਮੰਤਰੀ ਬਣ ਗਿਆ, ਜਦੋਂ ਅਸੀਂ ਰੇਟ ਸੈਂਡ ਕੀਤੀ ਹੈ, ਉਹੀ ਸੁੱਖੀ ਰੰਧਾਵਾ ਜੀ ਵਧੀਆ ਵਧਾਈ ਦਾ ਪਾਤਰ ਹੋ ਗਿਆ ਜੀ। ਮੈਂ ਤੁਹਾਨੂੰ ਪੁਖਤਾ ਜਾਣਕਾਰੀ ਨਾਲ ਦੱਸ ਦੇਣਾ, ਬੈਂਸ ਸਾਹਿਬ ਦੀ ਸੁੱਖੀ ਰੰਧਾਵੇ ਨਾਲ ਫੋਨ ਦੇ ਉੱਤੇ ਵਾਰਤਾਲਾਪ ਹੋਈ ਸੀ, ਕਿਹੜੇ ਸੱਜਣ ਨੇ ਕਿਹੜੇ ਵਧੀਆ ਐਮਐਲਏ ਨੇ ਕਰਾਈ ਸੀ, ਉਹ ਵੀ ਮੇਰੇ ਕੋਲ ਜਾਣਕਾਰੀ ਹੈ, ਮੇਰੇ ਕੋਲ ਔਨ ਰਿਕਾਰਡ ਹੈਗੀ ਹੈ ਜੀ। ਉਸ ਤੋਂ ਬਾਅਦ ਇਹ ਸਾਰਾ ਮੁੱਦਾ ਛਿੱਕੇ ਟੰਗਿਆ ਗਿਆ। ਇਹਦੇ 'ਚ ਇੱਕ ਹੋਰ ਬੜੀ ਵੱਡੀ ਗੱਲ ਦੱਸਦੇ ਆ, ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਨੁਮਾਇੰਦਗੀ ਕਿਸੇ ਬੰਦੇ ਨੂੰ ਦਿੱਤੀ ਗਈ, ਜਿੰਦੇ ਪਰਿਵਾਰ ਦੇ ਪਹਿਲੇ ਵੇਰਕਾ ਦੇ ਵਿੱਚ ਦੁੱਧ ਦੀਆਂ ਕੈਨੀਆਂ ਚੱਲਦੀਆਂ ਸੀਗੀਆਂ, ਅੱਜ ਉਹਨਾਂ ਦੇ ਉੱਥੇ ਟੈਂਕਰ ਚੱਲ ਰਹੇ ਨੇ, ਜਿੰਦੇ ਉੱਤੇ ਮੈਂ ਉਹਦੀ ਆਰਟੀਆਈ ਪਾਈ ਹੋਈ ਹੈ, ਜਿੰਦੀ ਜਾਣਕਾਰੀ ਮੇਰੇ ਕੋਲ ਜਲਦੀ ਆ ਜਾਊਗੀ, ਜਿੰਦੀ ਜਾਣਕਾਰੀ ਜਲਦੀ ਆ ਜਾਊਗੀ। ਹੁਣ ਉਹੀ ਸਹਿਕਾਰਤਾ ਮੰਤਰੀ ਬੀਜ ਘੁਟਾਲੇ ਦੇ ਵਿੱਚ ਨਾਮ ਉਛਲਿਆ, ਬੈਂਸ ਸਾਹਿਬ ਉਹਨਾਂ ਤੋਂ ਉਹਦੇ ਬਾਰੇ ਕੁਝ ਨਹੀਂ ਬੋਲੇ। ਮੈਂ ਤੁਹਾਨੂੰ ਧੁੰਨਾ ਸਾਹਿਬ, ਤੁਸੀਂ ਪਿਛਲੇ ਵਾਵਾ ਸਮੇਂ ਤੋਂ ਕੰਮ ਕਰ ਰਹੇ ਹੋ, ਤੁਸੀਂ ਬੈਂਸ ਸਾਹਿਬ ਨੂੰ ਵੀ ਦੇਖ ਲਿਆ, ਗੱਲ ਤੇ ਆਪਾਂ ਲਾਈਵ ਹੁੰਦੇ ਰਹੇ। ਮੈਂ ਬੈਂਸ ਸਾਹਿਬ ਨੂੰ ਸਵਾਲ ਪੁੱਛਣਾ ਚਾਹੁੰਦਾ, ਬੈਂਸ ਸਾਹਿਬ 500 ਰੁਪਏ 2000 ਰੁਪਏ ਦੀ ਰਿਸ਼ਵਤ ਕਰਨ ਵਾਲਾ ਬੰਦਾ ਮਿੰਟ 'ਚ ਲਾਈਵ ਹੋ ਜਾਂਦੇ ਨੇ। ਬੈਂਸ ਸਾਹਿਬ ਕੋਲੋਂ ਬੀਜ ਦੇ ਘੁਟਾਲੇ ਦੀ ਜਾਣਕਾਰੀ ਆਈ, ਬੈਂਸ ਸਾਹਿਬ ਨੇ ਕਿਸੇ ਪ੍ਰਕਾਰ ਦੇ ਕੋਈ ਲਾਈਵ ਨਹੀਂ ਹੋਏ, ਕੋਈ ਸਟਿੰਗ ਆਪਰੇਸ਼ਨ ਨਹੀਂ ਕੀਤਾ, ਕੋਈ ਉਹਦੀ ਜਾਣਕਾਰੀ ਪਬਲਿਕਲੀ ਨਹੀਂ ਕੀਤੀ। ਉਹ ਤਾਂ ਕਹਿੰਦੇ ਮੈਂ ਤਾਂ ਮੁੱਖ ਮੰਤਰੀ ਨੂੰ ਚਿੱਠੀ ਲਿਖੀ, ਇਸ ਤੋਂ ਪਹਿਲੇ ਚਿੱਠੀ ਲਿਖੀ ਸੀ ਵੀ ਇਹਦੀ ਜਾਂਚ ਕਰਵਾਈ। ਤੇ ਫਿਰ ਬੈਂਸ ਸਾਹਿਬ ਜਵਾਬ ਦੇਣਾ, ਇਹ ਹਜਮ ਹੋਣ ਵਾਲੀ ਗੱਲ ਹੈਗੀ ਹੈ, ਕਿਉਂਕਿ ਉਹ ਕਨੈਕਸ਼ਨ ਸਿੱਧਾ ਬੈਂਸ ਸਾਹਿਬ ਨਾਲ ਜੁੜਿਆ ਹੋਇਆ। ਬਲਵਿੰਦਰ ਸਿੰਘ ਭੁੰਦੜੀ ਜਿੰਦੀਆਂ ਤੁਸੀਂ ਵੀ ਫੋਟੋਆਂ ਪਿੱਛੇ ਨਸ਼ਰ ਕੀਤੀਆਂ ਨੇ, ਜਿਹੜਾ ਬੈਂਸ ਸਾਹਿਬ ਦਾ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਵੀ ਦੂਜਾ ਵੀ ਇਹਨਾਂ ਦਾ ਸਾਰੀਆਂ ਚੀਜ਼ਾਂ ਉਹ ਤਾਂ ਸੰਭਾਲਦਾ ਰਿਹਾ, ਬੈਂਸ ਸਾਹਿਬ ਦਾ ਸਾਥੀ ਹਲਕਾ ਦਾਖਾ ਤੋਂ ਜਿਹੜਾ ਨੁਮਾਇੰਦਾ ਰਿਹਾ, ਉਹ ਇਹਨਾਂ ਦੇ ਨਾਲ ਕਨੈਕਟਡ ਰਿਹਾ। ਉਹ ਤੁਸੀਂ ਚੀਜ਼ਾਂ ਦੀ ਜਾਣਕਾਰੀ ਸਮਝਣੀ ਹੋਵੇ ਤਾਂ ਬੈਂਸ ਦੇ ਪੇਜ ਤੇ ਜਾ ਕੇ ਉਹਨਾਂ ਦੀਆਂ ਅਖਬਾਰਾਂ ਦੀਆਂ ਕਟੀਆਂ, ਪੁਰਾਣੇ ਇਸ਼ਤਿਹਾਰਾਂ, ਸਾਰੀਆਂ ਚੀਜ਼ਾਂ ਸਮਝ ਲੱਗ ਜਾਣਗੀਆਂ। ਕਾਕਾ ਬਰਾੜ ਦੀ ਜਿਹੜੀ ਗੱਲ ਹੈ, ਉਹ ਜਦੋਂ ਫੜਿਆ ਜਾਂਦਾ ਉਹਦੇ ਉੱਤੇ ਪੁਸ਼ਤ ਬਣਾਈ ਕੀਤੀ ਜਾ ਰਹੀ ਹੈ, ਉਹਦੇ ਲਈ ਬੈਂਸ ਸਾਹਿਬ ਨੇ ਆਪਣੇ, ਜੇ ਅਗਰ ਮੈਂ ਕਹਿੰਦਾ ਚਿੱਠੀ ਲਿਖਤੀ, ਸਿਮਰਜੀਤ ਸਿੰਘ ਬੈਂਸ ਨੇ ਚਿੱਠੀ ਦੇ ਵਿੱਚ ਉਸ ਬੰਦੇ ਦਾ ਜ਼ਿਕਰ ਕਰਕੇ ਕਿਉਂ ਨਹੀਂ ਕੀਤਾ ਵੀ ਇਹ ਵੀ ਉਸ ਘੁਟਾਲੇ ਦਾ ਸ਼ਾਮਲ ਹੈ? ਜਿਹੜੀਆਂ ਪੁਰਾਣੀਆਂ ਫੋਟੋਆਂ ਕੱਢ ਕੇ ਕਿਸੇ ਵੀ ਬੰਦੇ ਦੇ ਆਪਾਂ ਦੋਸ਼ ਲਾ ਰਹੇ ਹਾਂ, ਜਾਂਚ ਉਹਦੀ ਵੀ ਹੋਣੀ ਚਾਹੀਦੀ ਹੈ। ਮੈਂ ਨਹੀਂ ਕਹਿ ਰਿਹਾ ਵੀ ਜਾਂਚ ਨਹੀਂ ਹੋਣੀ ਚਾਹੀਦੀ, ਜਾਂ ਅਕਾਲੀ ਦਲ ਤੇ ਲੱਗ ਰਹੀ ਜਾਂ ਕੁਝ ਵੀ ਲੱਗ ਰਹੀ ਹੈ, ਪਰ ਸਵਾਲਾਂ ਦੇ ਘੇਰੇ 'ਚ ਬੈਂਸ ਸਾਹਿਬ ਆਉਂਦੇ ਨੇ। ਇਹ ਪਤਾ ਜੀ, ਇੱਕ ਸਵਾਲ ਕਰੂੰਗਾ, ਉਹ ਤਾਂ ਅਹਿਮ ਸਵਾਲ, ਤੁਸੀਂ ਗੱਲ ਕੀਤੀ ਕਾਰਵਾਈ ਦੀ ਗੱਲ ਕੀਤੀ ਹੈ, ਇਹ ਕੀ ਕਾਰਨ ਰਿਹਾ? ਗੱਲ ਆਮ ਚੱਲਦੀ ਹੈ ਜੀ, ਕਾਂਗਰਸੀ ਤੇ ਅਕਾਲੀ ਮਿਲੇ ਹੋਏ ਨੇ, ਕੈਪਟਨ ਤੇ ਬਾਦਲ ਮਿਲੇ ਹੋਏ ਨੇ, ਤੇ ਜੇ ਬੈਂਸ ਭਰਾਵਾਂ ਤੇ ਕਾਰਵਾਈ ਦੀ ਗੱਲ ਆਉਂਦੀ ਆ, ਉੱਥੇ ਵੀ ਸਰਕਾਰ ਨਿਭ ਜਾਂਦੀ ਹੈ। ਕਿਹੜੀ ਇਹ ਸਰਕਾਰ ਦੀ ਕਿਹੜੀ ਮਜਬੂਰੀ ਹੈ ਵੀ ਉਹ ਨਿਭਣਾ ਪੈਂਦਾ, ਕਿ ਸਰਕਾਰ ਦੀ ਮਜਬੂਰੀ ਹੈ ਜਾਂ ਬਾਦਲਾਂ ਕੈਪਟਨ ਦੇ ਨਾਲ ਬੈਂਸ ਵੀ ਉਸੇ ਕੜੀ ਵਿੱਚ ਜੁੜੇ ਹੋਏ ਨੇ? ਮੈਂ ਤੁਹਾਨੂੰ ਬਿਲਕੁਲ ਸਹੀ ਗੱਲ ਤੁਸੀਂ ਸਵਾਲ ਦਿੱਤਾ ਜੀ। ਜਦੋਂ ਇੱਕ ਬੰਦੇ ਦਾ ਕੱਦ ਵੱਡਾ ਹੋ ਜਾਂਦਾ, ਨਾਮ ਵੱਡਾ ਹੋ ਜਾਂਦਾ, ਬਹੁਤੀਆਂ ਪਾਰਟੀਆਂ ਨਾਲ ਕਨੈਕਸ਼ਨ ਬਣ ਜਾਂਦਾ,
ਕਿਉਂਕਿ ਇਸ ਬਾਰੇ ਤਾਂ ਮੈਂ ਪਹਿਲੇ ਖੁਲਾਸਾ ਕਰ ਚੁੱਕਾ ਵੀ ਬੈਂਸ ਸਾਹਿਬ ਕਾਂਗਰਸ ਦੇ ਨਾਲ ਹਮੈਤੀ ਰਹੇ ਨੇ, ਉਹਨਾਂ ਦਾ ਅਲਾਈਅੰਸ ਬਣ ਰਿਹਾ ਸੀਗਾ, ਪਰ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਹੋ ਗਿਆ, ਜਿਸ ਕਰਕੇ ਬੈਂਸ ਸਾਹਿਬ ਉਸ ਤੋਂ ਬਾਹਰ ਹੋ ਗਏ। ਬੈਂਸ ਸਾਹਿਬ ਉਹਦੇ ਵਿੱਚ ਐਸਾ ਕਿਹੜਾ ਫਾਇਦਾ ਲੈਣਾ ਚਾਹੁੰਦੇ ਨੇ ਵੀ ਗੱਲ-ਗੱਲ ਦੇ ਉੱਤੇ ਰੋਲਾ ਪਾਉਂਦੇ ਨੇ। ਬੈਂਸ ਸਾਹਿਬ ਦੇ ਖਿਲਾਫ ਸੀਐਮ ਹਾਊਸ ਤੱਕ ਕੰਪਲੇਂਟਸ ਗਈਆਂ ਨੇ, ਇਹ ਸੀਐਮ ਹਾਊਸ ਦੀ ਰਿਸੀਵਿੰਗ ਹੈ ਜੀ। ਮੈਂ ਦਿਖਾ ਕਿਸੇ ਸੱਜਣ ਵੱਲੋਂ ਬੈਂਸ ਸਾਹਿਬ ਦੇ ਖਿਲਾਫ ਕੰਪਲੇਂਟ ਕੀਤੀ, ਬੈਂਸ ਸਾਹਿਬ ਦੇ ਖਿਲਾਫ ਕੰਪਲੇਂਟਾਂ ਨੇ ਉਹਨਾਂ ਦੇ ਅਦਾਰੇ ਦੇ ਅੰਦਰ, ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਇਹ ਸਤੰਬਰ 2017 ਤੋਂ ਬਾਅਦ ਦੀਆਂ ਕੰਪਲੇਂਟਾਂ ਨੇ ਜੀ, ਕਾਂਗਰਸ ਸਰਕਾਰ ਆਉਣ ਤੋਂ ਬਾਅਦ ਜੀ। ਉਸ ਤੋਂ ਬਾਅਦ ਆਹ ਬੈਂਸ ਸਾਹਿਬ ਦੇ ਖਿਲਾਫ ਬਿਜਲੀ ਮਹਿਕਮੇ ਵੱਲੋਂ ਜੁਰਮਾਨਾ ਕੀਤਾ ਗਿਆ ਹੋਇਆ ਜੀ। ਕਿੰਨਾ ਜੁਰਮਾਨਾ ਜੀ? 12 ਲੱਖ ਰੁਪਏ ਦਾ ਜੁਰਮਾਨਾ ਜੀ, ਜਿੰਦੇ ਉੱਤੇ ਇਹਨਾਂ ਦੇ ਅਮੂਮਨ ਦੋਸ਼ ਲੱਗਦੇ ਰਹੇ ਨੇ। ਮੈਂ ਇਹਦੇ ਉੱਤੇ ਵੀ ਸਵਾਲ ਬੈਂਸ ਸਾਹਿਬ ਨੂੰ ਕੀਤਾ ਸੀਗਾ, ਜਿੰਦੇ ਲਈ ਬੈਂਸ ਸਾਹਿਬ ਨੇ ਇਹਨੂੰ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਗਏ ਸੀਗੇ। ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ, ਜਿੰਦੇ ਵਿੱਚ ਉਹਨਾਂ ਨੇ ਜਵਾਬਦਾਰੀ ਕੀਤੀ ਹੈ। ਮੈਂ ਬੈਂਸ ਸਾਹਿਬ ਨੂੰ ਕਿਹਾ ਸੀ ਆਪਾਂ ਇਮਾਨਦਾਰ ਹਾਂ, ਪਬਲਿਕ ਆਪਣੇ ਨਾਲ ਹੈ, ਆਪਾਂ ਨੂੰ ਲਾਈਵ ਹੋ ਕੇ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਵੀ ਦੇਖੋ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ। ਪਰ ਬੈਂਸ ਸਾਹਿਬ ਨੂੰ ਹਾਈ ਕੋਰਟ ਲੈ ਗਏ। ਬੈਂਸ ਸਾਹਿਬ ਬੀਜ ਘੁਟਾਲਾ ਹੋਵੇ, ਦੂਸਰੇ ਘੁਟਾਲੇ ਹੁਣ ਉਹਨਾਂ ਦੀ ਗੱਲਾਂ ਕਰਦੇ ਨੇ ਵੀ ਸੀਬੀਆਈ ਇਨਕੁਆਰੀ ਮੰਗਦੇ ਨੇ, ਸਿਟਿੰਗ ਜੱਜ ਤੋਂ ਇਨਕੁਆਰੀ ਕਰਦੇ। ਬੈਂਸ ਸਾਹਿਬ ਆਪਣੇ ਉੱਤੇ ਲੱਗਦੇ ਇਲਜ਼ਾਮਾਂ ਨੂੰ ਕਿਉਂ ਨਹੀਂ ਧੋ ਲੈਂਦੇ ਜੀ? ਇਹਨਾਂ ਦੀ ਇਨਕੁਆਰੀਆਂ ਕਿਉਂ ਨਹੀਂ ਸਿਟਿੰਗ ਜੱਜ ਤੋਂ ਕਰਾਉਂਦੇ? ਬਿਜਲੀ ਚੋਰੀ ਦਾ ਇਲਜ਼ਾਮ ਅਕਸਰ ਇਹ ਉਹਦੀ ਡਿਟੇਲ ਦੇ ਰਿਹਾ ਜੀ, ਇਹ ਮੇਰੀ ਨਹੀਂ ਹੈ, ਕੋਰਟ ਦੇ ਕਾਗਜ਼ ਨੇ ਜੀ। ਤੁਸੀਂ ਆਨਲਾਈਨ ਡਾਟਾ ਕੱਢ ਸਕਦੇ ਹੋ ਜਾ ਕੇ, ਇਹਨਾਂ ਦੇ ਜਿਹੜੇ ਚੱਲ ਰਹੇ ਨੇ। ਬੈਂਸ ਲॉयर्स ਦੀ ਤੁਹਾਨੂੰ ਕਾਗਜ਼ ਦਿਖਾ ਰਿਹਾ। ਬੈਂਸ ਸਾਹਿਬ ਇਹਦੇ ਉੱਤੇ ਐਸਆਈਟੀ ਕਿਉਂ ਨਹੀਂ ਮੰਗਦੇ ਜੀ? ਜਾਂ ਸਰਕਾਰ ਇਹਦੇ ਉੱਤੇ ਕਿਉਂ ਨਹੀਂ ਇਨਕੁਆਰੀ ਕਰਾ ਰਹੀ ਜੀ? ਉਸ ਤੋਂ ਬਾਅਦ ਦੀ ਗੱਲ, ਆਹ ਬੈਂਸ ਸਾਹਿਬ ਦੇ ਖਿਲਾਫ ਆਰਟੀਆਈਆਂ ਪਾਈਆਂ ਹੋਈਆਂ ਗਲਾਡਾ ਦੇ ਵਿੱਚ ਜੀ। ਇਹ ਕਿਹੜੇ ਕਿਸੇ ਹੋਰ ਜੀ, ਇਹਨਾਂ ਦੇ ਗਲਾਡਾ ਦੇ ਵਿੱਚ ਫਾਈਲ ਹੋਈ ਹੈ, ਉਹਦੇ ਚ ਉਹਨਾਂ ਨੇ ਇਹਨਾਂ ਨੂੰ ਮੰਗਿਆ ਵੀ ਇਹਨਾਂ ਕੋਲ ਕਿਹੜੀ ਐਨਓਸੀ ਹੈ ਜੀ, ਕਿਹੜਾ ਪੰਜਾਬ ਪੋਲੂਸ਼ਨ ਬੋਰਡ ਤੋਂ ਇਹਨਾਂ ਕੋਲ ਜੀ ਹੈਗਾ, ਇਹਨਾਂ ਕੋਲ ਬਿਜਲੀ ਦੇ ਜਿਹੜੇ ਕਨੈਕਸ਼ਨ ਹੈ ਕਿਹਦੇ ਆਧਾਰ ਤੇ ਆਗਿਆ ਦਿੱਤੀ ਗਈ ਹੈ। ਕਿਉਂਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਮੈਂ ਉਹਦੀ ਆਰਟੀਆਈ ਪਾਈ ਹੋਈ ਹੈ, ਉਹਦਾ ਜਵਾਬ ਮੈਨੂੰ ਹਜੇ ਨਹੀਂ ਮਿਲਿਆ ਜੀ। ਆ ਗਲਾਡਾ ਨੂੰ ਮੈਂ ਆਰਟੀਆਈ ਪਾਈ ਹੈ, ਸੇਮ ਆਰਟੀਆਈ ਮੈਂ ਖੁਦ ਵੀ ਪਾਈ ਹੈ ਜੀ। ਇਹ ਪੁਰਾਣੀ ਮਾਮਲਾ ਕੀ ਹੈ? ਮਾਮਲਾ ਇਦਾਂ ਹੈ ਸਰ ਜੀ, ਹੁਣ ਜਿਹੜੀ ਬੇਸਿਕਲੀ ਗੱਲ ਆਪਣੀ ਰਹਿ ਗਈ ਸੀ, ਜਿਹੜੀ ਅਸੀਂ ਇਹ ਗੱਲ ਕਰ ਰਹੇ ਸੀ ਘੁਟਾਲਿਆਂ ਦੇ, ਉਹਨਾਂ ਦੇ ਉੱਤੇ ਅਸੀਂ ਜਿਹੜਾ ਵਰਕ ਕੀਤਾ ਹੈ, ਉਹਦੀ ਕਾਰਵਾਈ ਕਿਉਂ ਨਹੀਂ ਹੋ ਰਹੀ? ਇਹ ਟੋਟਲ ਦਾ ਟੋਟਲ ਬੈਂਸ ਸਾਹਿਬ ਦਿਖਾਵਾ ਕਰਕੇ ਬਿਊਰੋਕ੍ਰੇਸੀ ਨੂੰ ਦਬਾ ਕੇ ਰੱਖ ਕੇ ਅੰਡਰ ਥ੍ਰੈਟ ਔਰ ਬਲੈਕਮੇਲਿੰਗ ਕਰਕੇ, ਤਾਂ ਕਿ ਇਹਨਾਂ ਦੇ ਅਦਾਰਿਆਂ ਦੇ ਅੰਦਰ ਕੋਈ ਵੀ ਨਗਾ ਨਾ ਮਾਰੇ ਜੀ। ਠੀਕ ਹੈ, ਇਹਦੇ 'ਚ ਮੈਂ ਸਿੱਧੀ ਦੱਸ ਦਿਆਂ ਵੀ ਸਰਕਾਰੀ ਦਰਬਾਰੀ ਤੌਰ ਦੇ ਉੱਤੇ ਸ਼ਹਿਰ ਦੇ ਉੱਤੇ ਹੀ ਇਹ ਸਾਰੇ ਕੰਮ ਹੁੰਦੇ ਨੇ ਜੀ। ਆਮ ਉਸੇ ਰੋਡ ਦੇ ਉੱਤੇ ਇੱਕ ਬੰਦੇ ਦੀ ਐਨਓਸੀ ਕੈਂਸਲ ਹੈ ਜੀ, ਤੇ ਬੈਂਸ ਸਾਹਿਬ ਦੀ ਫੈਕਟਰੀ ਚੱਲ ਰਹੀ ਹੈ ਜੀ। 2007 ਜਾਂ 9 ਦੇ ਵਿੱਚ ਦੀ ਮੈਂ ਇਹਦੇ 'ਚ ਡਿਟੇਲ ਦੇ ਦੇਣਾ ਵੀ ਉਹਦੇ 'ਚ ਬੰਦ ਹੈ ਜੀ। ਅਸੀਂ ਕਾਗਜ਼ ਦੇ ਵਿੱਚ ਮੇਰੇ ਕੋਲ ਡਿਟੇਲ ਹੈ ਵੀ ਉੱਥੇ ਤੁਸੀਂ ਕੋਈ ਵੀ ਸ਼ੈੱਡ ਨਹੀਂ ਪਾ ਸਕਦੇ, ਜੋ ਆਲਰੇਡੀ ਹੈ ਉਹ ਐਜ਼ ਇਟ ਸਿਚੁਏਟਡ ਰਹੂਗਾ ਜੀ। ਹਾਂਜੀ, 2009 ਸਿਚੁਏਟਡ ਰਹੂਗਾ। ਬੈਂਸ ਸਾਹਿਬ ਨੇ ਉਸ ਤੋਂ ਬਾਅਦ ਪ੍ਰਾਪਰਟੀਆਂ ਖਰੀਦੀਆਂ ਜੀ, ਉਸ ਤੋਂ ਬਾਅਦ ਉੱਥੇ ਫੈਕਟਰੀਆਂ ਲੱਗ ਰਹੀਆਂ ਨੇ ਜੀ, ਉਸ ਤੋਂ ਬਾਅਦ ਉੱਥੇ ਐਨਓਸੀਆਂ ਕਿਸ ਆਧਾਰ ਤੇ ਮਿਲ ਗਈਆਂ ਜੀ, ਇਹਦੀ ਜਾਣਕਾਰੀ ਅਜੇ ਤੱਕ ਬਾਹਰ ਨਹੀਂ ਨਿਕਲੀ ਜੀ, ਨਾ ਮਹਿਕਮੇ ਵੱਲੋਂ ਦਿੱਤੀ ਜਾ ਰਹੀ ਹੈ ਨਾ ਕੁਛ ਹੈ। ਉਹਦੀ ਪੁਸ਼ਤ ਬਣਾਈ ਲਈ ਮੈਂ ਸਾਰੀਆਂ ਪਾਈਆਂ ਆਰਟੀਆਈਆਂ। ਮਹਿਕਮਾ ਮੈਨੂੰ ਉਹਦਾ ਜਵਾਬ ਦਿੰਦਾ ਜਾਂ ਨਹੀਂ ਦਿੰਦਾ ਮੈਨੂੰ ਪਤਾ, ਕਿਉਂਕਿ ਉਹ ਜਿਹੜਾ ਮਾਸਟਰ ਪਲਾਨ ਹੈ, ਤੁਸੀਂ ਆਨਲਾਈਨ ਜਾ ਕੇ ਲੁਧਿਆਣਾ ਸਿਟੀ ਦਾ ਮਾਸਟਰ ਪਲਾਨ ਚੈੱਕ ਕਰੋਗੇ, ਉਹ ਏਰੀਆ ਆਲਮਗੀਰ ਰੋਡ ਜਿੱਥੇ ਇਹ ਸਾਰਾ ਕੁਝ ਸਿਚੁਏਟਡ ਹੈਗਾ ਜੀ, ਉਹ ਏਰੀਆ ਜਿਹੜਾ ਗ੍ਰੀਨ ਜ਼ੋਨ ਦੇ ਅੰਡਰ ਹੈ ਜੀ। ਉਹਦੇ 'ਚ ਕਮਰਸ਼ਲੀ ਪਾਸ ਹੈਗੇ ਨੇ ਜਿਨ੍ਹਾਂ ਤੇ ਕਰ ਸਕਦੇ ਹੋ, ਉਹ ਜਾਣਕਾਰੀ ਮੈਂ ਮੰਗੀ ਹੈ, ਜਿੰਦੇ ਵਿੱਚ ਬਹੁਤ ਵੱਡਾ ਖਲਾ ਹੈਗਾ ਜੀ। ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਗੱਲ ਹੈ, ਅੱਜ ਤੁਹਾਡੇ ਚੈਨਲ ਦੇ ਹਜੇ ਤੱਕ ਮੈਂ ਕਿਸੇ ਨੂੰ ਨਹੀਂ ਦੱਸੀ, ਉਹ ਵੀ ਤੁਹਾਨੂੰ ਦੱਸ ਦਿਆਂਗਾ, ਉਹਦੇ ਲਈ ਚੈੱਕ ਕੀਤਾ ਜਾਵੇ। ਆਹ ਬੈਂਸ ਸਾਹਿਬ ਦੇ ਐਫੀਡੇਵਿਟ ਦਿੱਤੇ ਹੋਏ ਨੇ ਸਰਕਾਰੀ ਤੌਰ ਦੇ ਉੱਤੇ ਜੀ ਇਲੈਕਸ਼ਨ ਕਮਿਸ਼ਨ ਨੂੰ ਜੀ, ਜਿੰਦੇ ਵਿੱਚ ਪ੍ਰਾਪਰਟੀਆਂ ਦਾ ਐਡਾ ਵੱਡਾ ਹੇਰ ਹੈ। ਜਿਹੜਾ ਬੰਦਾ 2007 ਚ ਬਿਲਕੁਲ ਜ਼ੀਰੋ ਆਪਣੀ ਪ੍ਰਾਪਰਟੀਆਂ ਦਿਖਾ ਰਿਹਾ, 2012 ਚ 4 ਤੋਂ 5 ਪ੍ਰਾਪਰਟੀਆਂ ਦਾ ਵੇਰਵਾ ਦੇ ਰਿਹਾ, ਤੇ 2014 ਦੀਆਂ, 2017 ਦੀਆਂ, 2019 ਦੇ ਇਲੈਕਸ਼ਨਾਂ 'ਚ ਉਹ ਪ੍ਰਾਪਰਟੀਆਂ ਦੀ ਗਿਣਤੀ ਤਾਂ 200% ਵੱਧ ਗਈ, 300% ਵੱਧ ਗਈ, ਪਰ ਪ੍ਰਾਪਰਟੀ ਦੀ ਵੈਲਿਊ ਉਹਨੇ ਦਾਇਰੇ 'ਚ ਰਹਿ ਗਈ। ਮੈਂ ਲੁਧਿਆਣੇ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕ ਜਿਹੜੇ ਪ੍ਰਾਪਰਟੀ ਨਾਲ ਜੁੜੇ ਹੋਏ ਜਾਂ ਦੂਜੇ ਕਿਸੇ ਨੂੰ ਵੀ ਜਾ ਕੇ ਜਾਣਕਾਰੀ ਲੈ ਲਓ, ਕੋਈ ਬੰਦਾ ਦੱਸਦਾ ਵੀ 12 ਤੋਂ ਲੈ ਕੇ 20 ਤੱਕ ਸਰਕਾਰੀ ਰੇਟ ਵੀ ਇੰਨਾ ਬਦਲ ਗਿਆ ਜੀ। ਇਹਨਾਂ ਨੇ ਕਿਸ ਆਧਾਰ ਤੇ ਪ੍ਰਾਪਰਟੀ ਦੇ ਵੈਲੂਏਸ਼ਨ ਇਲੈਕਸ਼ਨ ਕਮਿਸ਼ਨ ਦਿੱਤਾ, ਇਹ ਸਾਰੇ ਦਾ ਵੇਰਵਾ ਲੈ ਕੇ ਮੈਂ ਇਨਕਮ ਟੈਕਸ ਡਿਪਾਰਟਮੈਂਟ, ਆਈਡੀ ਡਿਪਾਰਟਮੈਂਟ ਔਰ ਸਾਰੀਆਂ ਚੀਜ਼ਾਂ ਦੀਆਂ ਮੈਂ ਤਿਆਰੀ ਕਰੀ ਹੋਈ ਆ। ਮੈਂ ਇਹਨਾਂ ਦੇ ਸਾਰੇ ਜਿੰਨੀ ਇੰਤਕਾਲ ਤੋਂ ਲੈ ਕੇ ਸਾਰੇ ਕਢਾਲੇ ਹੋਏ ਨੇ, ਸਾਰੇ ਵੇਰਵੇ ਤਿਆਰ ਹੋ ਰਹੇ ਨੇ, ਜਿਹਨੂੰ ਮੈਂ ਹਾਈ ਕੋਰਟ ਤੱਕ ਲੈ ਕੇ ਜਾਊਂਗਾ। ਬੈਂਸ ਸਾਹਿਬ ਇਹਦੇ ਵਿੱਚ ਜਿਹੜੀ ਹੋਰ ਦੂਜੀ ਸਭ ਤੋਂ ਵੱਡੀ ਗੱਲ ਦੱਸਦੇ ਆ, ਸਿਮਰਜੀਤ ਸਿੰਘ ਬੈਂਸ
87-88 ਦੇ ਵਿੱਚ ਲੁਧਿਆਣਾ ਗਵਰਨਮੈਂਟ ਕਾਲਜ ਦੇ ਵਿੱਚ ਸਟੂਡੈਂਟ ਸੀਗਾ ਜੀ ਅੱਜ ਤੋਂ ਬਾਅਦ ਨਾਈਟ ਕਾਲਜ ਦੇ ਵਿੱਚ ਵੀ ਉਹਨਾਂ ਨੇ ਈਵਨਿੰਗ ਕਾਲਜ 'ਚ ਵੀ ਸਟੱਡੀ ਕੀਤੀ ਹੈ ਜੀ ਪਰ ਸਿਮਰਜੀਤ ਸਿੰਘ ਬੈਂਸ ਨੇ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਐਫੀਡੇਵਿਟ ਦਿੱਤਾ ਉਹਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਗ੍ਰੈਜੂਏਸ਼ਨ ਹੈ ਮੁਜ਼ੱਫਰਨਗਰ ਯੂਨੀਵਰਸਿਟੀ ਦੀ ਦਿੱਤੀ ਹੈ ਜੀ ਬਾਬਾ ਸਾਹਿਬ ਭੀਮ ਰਾਮ ਅੰਬੇਦਕਰ ਯੂਨੀਵਰਸਿਟੀ ਦੀ ਦਿੱਤੀ ਹੈ ਜੀ ਉਹ ਬੜਾ ਵੱਡਾ ਇੱਕ ਸਵਾਲ ਦਾ ਚਿੰਨ੍ਹ ਹੈ ਜਾਂਚ ਦਾ ਵਿਸ਼ਾ ਹੁੰਦੇ ਤੇ ਜੀ ਮੈਂ ਤੁਹਾਨੂੰ ਵੀ ਕਹਿੰਦਾ ਕਿਵੇਂ ਕਹਿ ਸਕਦੇ ਬਿਲਕੁਲ ਕਹਿ ਸਕਦਾ ਕੋਈ ਵੀ ਬੰਦਾ ਪ੍ਰਾਈਵੇਟ ਕਰ ਸਕਦਾ ਮੈਂ ਤੁਹਾਨੂੰ ਉਹਦੇ ਤੇ ਸਿਰਫ ਇੰਨੀਆਂ ਗੱਲਾਂ ਕਹਿਣਾ ਤੁਸੀਂ ਬੈਂਸ ਸਾਹਿਬ ਤੋਂ ਇਸ ਗੱਲ ਦਾ ਸਵਾਲ ਪੁੱਛ ਲਓ ਵੀ ਬੈਂਸ ਸਾਹਿਬ ਇਸ ਗੱਲ ਦਾ ਜਵਾਬ ਦੇ ਦੇਣ ਜੀ ਪੱਤਰਕਾਰ ਤੁਹਾਨੂੰ ਵੀ ਕਹਿ ਰਹੇ ਆ ਜਿਹੜੇ ਪੱਤਰਕਾਰ ਹੋਰ ਗੱਲ ਕਹਿ ਰਹੇ ਨੇ ਜੀ ਬੈਂਸ ਸਾਹਿਬ ਆਪਣੀ ਡਿਗਰੀ ਬਾਰੇ ਜਿਹੜਾ ਉਹਦੇ ਬਾਰੇ ਚਾਨਣ ਪਾਣ ਜੀ। ਕਿਉਂਕਿ ਮੈਂ ਕਿਉਂ ਗੱਲ ਕਹਿ ਰਿਹਾ ਅੱਜ ਬੈਂਸ ਸਾਹਿਬ ਨਵਾਂ ਡਰਾਮਾ ਲੈ ਕੇ ਸਾਈਕਲ ਯਾਤਰਾ ਤੇ ਨਿਕਲੇ ਹੋਏ ਨੇ ਐਮਐਸਪੀ ਦੇ ਮੁੱਦੇ ਤੇ ਜੀ ਉਹ ਆਉਣ ਵਾਲੀਆਂ ਭਵਿੱਖਬਾਣੀਆਂ ਕਰ ਰਹੇ ਨੇ ਵੀ ਕਾਰਪੋਰੇਟ ਹੈ ਕਰ ਲੂ ਕਾਰਪੋਰੇਟ ਉਹ ਕਰ ਲੂ ਉਹਦੇ ਆਰਡੀਨੈਂਸ ਆ ਕੇ ਉਹਦੇ ਕੀ ਕੰਟਰੈਕਟ ਬਣਨੇ ਹਜੇ ਉਹ ਜੀ ਪਬਲਿਕਲੀ ਨਹੀਂ ਹੋਏ ਜੀ ਕਿਸਾਨ ਉਹਦੇ ਤੇ ਕੀ ਸੋਚਦਾ ਹਜੇ ਕੁਝ ਨਹੀਂ ਹੋਇਆ ਸਿਰਫ ਖਾਮ-ਖਾ ਦਾ ਰੋਲਾ ਪਾਇਆ ਹੋਇਆ ਉਹ ਵੀ ਮੈਂ ਦੱਸਦਾ ਕਿਉਂ ਉਹਦੇ ਬਾਰੇ ਬਾਅਦ ਚ ਆਣਾ ਉਹ ਐਮਐਸਪੀ ਦੇ ਉੱਤੇ ਇਹਨਾਂ ਨੇ ਸਰਦਾਰਾ ਸਿੰਘ ਜੋਲ ਜੀ ਜਿਹੜੇ ਉੱਗੇ ਅਰਥ ਸ਼ਾਸਤਰੀ ਨੇ ਜੀ ਜਿਹੜੇ ਡਾਕਟਰ ਮਨਮੋਹਨ ਸਿੰਘ ਨਾਲ ਵੀ ਕੰਮ ਕਰ ਚੁੱਕੇ ਨੇ ਜੀ ਜਿਨ੍ਹਾਂ ਨੇ ਦੇਸ਼ ਦੀ ਤਰੱਕੀ 'ਚ ਬੜਾ ਵੱਡਾ ਯੋਗਦਾਨ ਪਾਇਆ ਜਿਨ੍ਹਾਂ ਨੇ ਪੰਜਾਬ ਦੀ ਉન્નਤੀ ਵਾਸਤੇ ਖੇਤੀ ਵਾਸਤੇ ਬੜਾ ਯੋਗਦਾਨ ਪਾਇਆ ਇਹਨਾਂ ਨੇ ਬੜੇ ਮਾੜੇ ਸ਼ਬਦਾਵਲੀਆਂ ਨਾਲ ਉਹਨਾਂ ਨੂੰ ਟੌਂਟਿੰਗ ਕੀਤੀ ਜੀ ਟਾਰਗੇਟ ਕੀਤਾ ਜੀ ਉਹ ਬੰਦਾ ਜਿਹੜਾ ਇੰਨਾ ਪੜਿਆ ਲਿਖਿਆ 85 ਜਿੰਨੀ ਵੀ ਉਹਨਾਂ ਦੀ ਉਮਰ ਹੈ ਇਸ ਉਮਰ ਦੇ ਵਿੱਚ ਉਹਨਾਂ ਤੇ ਦਾਗ ਲਾਇਆ ਵੀ ਕਿਤੇ ਉਹ ਵਿਕ ਗਏ ਨੇ ਜੀ ਕੇਂਦਰ ਦੀ ਸਰਕਾਰ ਦੇ ਹੱਕ ਦੀ ਬੋਲੀ ਬੋਲਦੇ ਨੇ ਜੀ ਮਤਲਬ ਇਹ ਹੋ ਗਿਆ ਵਿਕਣ ਦਾ ਉਹ ਬੰਦੇ ਬਾਰੇ ਇਹ ਸਵਾਲ ਖੜਾ ਕਰ ਰਿਹਾ ਜਿੰਦੇ ਕੋਲ ਡਿਗਰੀ ਆਪ ਜਾਂਚ ਦੇ ਵਿਸ਼ੇ 'ਚ ਹੈ ਤੁਸੀਂ ਮੈਂ ਤੁਹਾਨੂੰ ਅੱਜ ਹੀ ਕਹਿਣਾ ਆਪਣੇ ਸਾਥੀ ਸੱਜਣਾਂ ਨੂੰ ਸਵੇਰੇ ਜਾ ਕੇ ਮੈਂ ਇਹਦੇ ਬਾਰੇ ਆਰਟੀਆਈ ਪਾ ਚੁੱਕਾ ਜੀ ਮੈਂ ਪੂਰਨ ਜਾਣਕਾਰੀ ਨਾਲ ਅਗਲੀ ਤੁਹਾਡੀ ਕਾਨਫਰੰਸ ਮੈਂ ਸਾਰੇ ਵੇਰਵੇ ਵੀ ਤੁਹਾਡੇ ਅੱਗੇ ਆਰਟੀਆਈ ਦੇ ਜਵਾਬ ਰੱਖ ਲਾਂਗਾ ਬੈਂਸ ਸਾਹਿਬ ਨੇ ਇੱਕੋ ਗੱਲ ਪੁੱਛ ਲਿਓ ਬੈਂਸ ਸਾਹਿਬ ਤੁਸੀਂ ਉਹ ਕਾਲਜ ਕਿਹੜਾ ਹੈ ਜਿੰਦੇ ਤੋਂ ਡਿਗਰੀ ਲਈ ਹੈ ਯੂਨੀਵਰਸਿਟੀ ਦੀ ਡਿਗਰੀ ਹੈ ਜੀ ਜਿਵੇਂ ਤੁਸੀਂ ਇੱਥੋਂ ਕਰੋਗੇ ਤਾਂ ਪੰਜਾਬ ਯੂਨੀਵਰਸਿਟੀ ਤੋਂ ਤੁਹਾਨੂੰ ਮਿਲੇਗੀ ਜੀ ਪਰ ਕਿਹੜੇ ਕਾਲਜ ਤੋਂ ਤੁਸੀਂ ਉਹ ਪੜ੍ਹਾਈ ਕੀਤੀ ਹੈ ਜੀ ਕਿਹੜਾ ਤੁਹਾਡਾ ਗੈਜ਼ਟ ਜਿਹੜਾ ਆਇਆ ਜੀ ਕਿਹੜਾ ਰੋਲ ਨੰਬਰ ਸੀਗਾ ਕਿਹੜੀ ਤੁਹਾਡੇ ਕੋਲ ਉਹਦੇ ਮਾਰਕ ਸ਼ੀਟ ਹੈ ਜੀ ਕਿਹੜੀ ਤੁਹਾਡੇ ਕੋਲ ਸੈਂਟਰ ਸੀਗਾ ਜੀ ਜਿੱਥੇ ਤੁਸੀਂ ਜਾ ਕੇ ਐਗਜ਼ਾਮ ਦਿੱਤੇ ਕਿਹੜੀਆਂ ਤਰੀਕਾਂ ਸੀਗੀਆਂ ਡੇਟ ਸ਼ੀਟ ਕਿਹੜੀ ਸੀ ਜੀ ਅੱਜ ਹੀ ਸਵਾਲ ਪੁੱਛ ਲਓ ਬੈਂਸ ਸਾਹਿਬ ਨੂੰ ਇਹਦੇ ਬਾਰੇ ਚਲੋ ਅਸੀਂ ਦਾ ਸਵਾਲ ਮੀਡੀਆ ਤੌਰ ਤੇ ਪੁੱਛਾਂਗੇ ਪਰ ਸਵਾਲ ਤੁਹਾਡਾ ਇੱਕ ਸਾਡੇ ਪੱਤਰਕਾਰ ਭਾਈਚਾਰੇ ਨੇ ਬੈਂਸ ਸਾਹਿਬ ਬਿਲਕੁਲ ਸਵਾਲਾਂ ਤੇ ਘੇਰੇ ਭਾਜੀ ਜਿਹੜਾ ਬੰਦਾ 87 88 ਚ ਲੁਧਿਆਣੇ ਪੜ ਰਿਹਾ ਉਹਨੂੰ 92 ਚੋਂ ਡਿਗਰੀ ਕਿੱਦਾਂ ਲਿਆ ਆ ਉਹਨਾਂ ਨੇ ਇਹ ਜਵਾਬ ਦਿੱਤਾ ਵੀ ਕਿਸੇ ਹੋਰ ਬੰਦੇ ਦੀ ਗੱਲ ਕਰੋ ਜਿਹਨੂੰ ਕੋਈ ਗਵਾਂਢੀ ਨਹੀਂ ਜਾਣਦਾ ਮੈਂ ਉਹ ਸਵਾਲ ਦਾ ਜਵਾਬ ਕਿਉਂ ਦਵਾਂ ਤੁਨਾ ਸਾਹਿਬ ਅੱਜ ਤੁਸੀਂ ਮੇਰੀ ਇੰਟਰਵਿਊ ਕਰ ਰਹੇ ਹੋ ਜੀ ਕਿਸ ਵਜ੍ਹਾ ਨਾਲ ਕਰ ਰਹੇ ਹੋ ਨਹੀਂ ਵਜ੍ਹਾ ਅਸੀਂ ਇਹ ਕਰ ਰਹੇ ਸਾਡੇ ਕੋਲ ਕੋਈ ਬੰਦਾ ਕੋਈ ਆਮ ਬੰਦਾ ਵੀ ਆਵੇ ਤਾਂ ਅਸੀਂ ਉਹਦੀ ਗੱਲ ਰੱਖਣ ਸਾਡੇ ਕੋਲ ਤੁਸੀਂ ਪੱਤਰਕਾਰਿਤਾ ਲਾਈਨ ਚੋਂ ਜੀ ਬੈਂਸ ਸਾਹਿਬ ਦਾ ਪਹਿਲੇ ਵੀ ਤੁਸੀਂ ਸਾਰਾ ਕੁਝ ਦੇਖਦੇ ਹੋ ਜੀ ਜਸਵਿੰਦਰ ਰਾਜਾ ਨੂੰ ਤੁਸੀਂ ਨਹੀਂ ਜਾਣਦੇ ਸੀ ਵੀ ਬੈਂਸ ਸਾਹਿਬ ਦੀ ਪਾਰਟੀ ਦੇ ਵਿੱਚ ਨਹੀਂ ਜਾਣਦੇ ਹੈਗੇ ਗੱਲ ਮੈਂ ਜਾਣਦੇ ਸੀ ਨਾ ਜੀ 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 ਤੇ ਇੱਥੋਂ ਕੀ ਸਾਬਤ ਹੁੰਦਾ ਜੀ ਵੀ ਸਿਮਰਜੀਤ ਸਿੰਘ ਬੈਂਸ ਹੰਕਾਰਿਆ ਹੋਇਆ ਇਨਸਾਨ ਹੋ ਗਿਆ ਜੀ ਉਹਨੂੰ ਇਹ ਲੱਗਣ ਲੱਗ ਗਿਆ ਵੀ ਉਹਨੂੰ ਸ਼ਾਇਦ ਕੋਲੋਂ ਦੁਨੀਆ ਦੇ ਪੰਜਾਬੀ ਬਸ ਸਿਮਰਜੀਤ ਸਿੰਘ ਬੈਂਸ ਇਮਾਨਦਾਰ ਹੈ ਤੇ ਉਹਨੂੰ ਮੋਢਿਆਂ ਤੇ ਚੱਕ ਲੈਣਗੇ ਤੇ ਉਹਨੂੰ ਸੀਐਮ ਦੀ ਕੁਰਸੀ ਤੇ ਲੈ ਜਾਣਗੇ ਜੀ ਉਹ ਇਸ ਹੰਕਾਰ 'ਚ ਬੋਲਦਾ ਜਿਹੜਾ ਉਹਨਾਂ ਜੁੰਡੀ ਦੇ ਯਾਰ ਜਿਨ੍ਹਾਂ ਨੂੰ ਕਦੇ ਕਤੂਰੇ ਦੱਸਦਾ ਮੈਨੂੰ ਉਹ ਦੱਸਦਾ ਵੀ ਗਵਾਂਢੀ ਨਹੀਂ ਜਾਣਦੇ ਫਿਰ ਮੈਨੂੰ ਉਹਨੇ ਨਾਲ ਰੱਖਿਆ ਕਿਉਂ ਰਾਜੀ ਚਲੋ ਇੱਕ ਮੈਨੂੰ ਉਹਨੇ ਪਾਰਟੀ ਦਾ ਆਪਣੀ ਆਵਾਜ਼ ਬਣਾ ਕੇ ਟੀਵੀ ਮੀਡੀਆ ਜਾਂ ਹਰ ਜਗ੍ਹਾ ਤੇ ਕਿਉਂ ਪ੍ਰੈਜ਼ੈਂਟ ਕੀਤਾ ਜੀ ਜੇ ਮੈਨੂੰ ਗਵਾਂਢੀ ਨਹੀਂ ਜਾਣਦਾ ਕੁਝ ਤਾਂ ਮੇਰੇ 'ਚ ਸੱਚਾਈ ਹੋਏਗੀ ਜੀ ਕੁਝ ਤਾਂ ਮੇਰੇ 'ਚ ਇਮਾਨਦਾਰੀ ਹੋਏਗੀ ਪਾਰਟੀ 'ਚ ਉਹਦੇ ਐਵੇਂ ਤਾਂ ਨਹੀਂ ਮਿਲ ਜਾਂਦੇ ਸਟਾਰਟਿੰਗ ਤੁਸੀਂ ਗੱਲ ਕੀਤੀ ਸੀ ਵੀ ਮੈਨੂੰ ਸਵਾਲ ਕੀਤੇ ਜਾਂਦੇ ਨੇ ਤੂੰ ਪਹਿਲਾਂ ਕਿਉਂ ਨਹੀਂ ਬੋਲੇ ਇਹ ਸਵਾਲ ਜਾਇਜ਼ ਵੀ ਹੈਗਾ ਮੈਨੂੰ ਦੱਸਦਾ ਵਾਂ ਮੈਂ ਤੁਹਾਡੀ ਗੱਲ ਨਹੀਂ ਕਰਦਾ ਮੰਨ ਲਓ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰਦੇ ਹਾਂ ਉਹ ਅੱਜ ਕਾਂਗਰਸ ਪਾਰਟੀ ਛੱਡ ਗਏ ਨੇ ਉਹ 1984 6 ਜੂਨ ਦਾ ਮਹੀਨਾ ਆਉਂਦਾ ਉਹ 1984 ਦੀ ਗੱਲ ਕਰਦੇ ਨੇ ਹੋਰ ਲੀਡਰ ਲਾ ਲਈਏ ਗੁਰਦੀਪ ਸਿੰਘ ਗੋਸ਼ਾ ਦੀ ਗੱਲ ਕਰ ਲਈਏ ਉਹ ਅੱਜ ਗੱਲ ਕਰਦੇ ਨੇ ਜੀ ਅਕਾਲੀ ਦਲ ਵਧੀਆ ਹੈ ਤੇ ਮੈਨੂੰ ਯਾਦ ਹੈ ਆਸ਼ੂਤੋਸ਼ ਕਾਂਡ ਹੋਇਆ ਸੀ ਤੇ ਗੋਸ਼ਾ ਸਾਹਿਬ ਉਦੋਂ ਅਕਾਲੀ ਦਲ ਦੇ ਐਂਟੀ ਸੀ ਤੇ ਇਹ ਕਿਉਂ ਹੁੰਦਾ ਵੀ ਜਦੋਂ ਬੰਦਾ ਐਂਟੀ ਹੁੰਦਾ ਉਹਨੂੰ ਲੱਗਦਾ ਰਹੇ ਬੰਦੇ ਇਹ ਪਾਰਟੀ ਨੇ ਪਾਪ ਕੀਤਾ ਹੋਇਆ ਜਦੋਂ ਵਿੱਚ ਬੰਦਾ ਰਹਿੰਦਾ ਉਦੋਂ ਲੱਗਦਾ ਇਹ ਪਾਰਟੀ ਸਾਧ ਹੈ ਇਹ ਕਿਉਂ ਇਦਾਂ ਹੁੰਦਾ ਜੀ ਬਿਲਕੁਲ ਮੈਂ ਹੁਣ ਤੋਂ ਇਹਦੇ ਤੇ ਜਿਵੇਂ ਤੁਸੀਂ ਗੱਲ ਕੀਤੀ ਮੈਂ ਆਪਣੇ ਤੋਂ ਵੀ ਲੈ ਰਿਹਾ ਇਹ ਸਾਡੀ ਨਲਾਇਕੀ ਹੈ ਦੇਖੋ ਆਸ਼ੂਤੋਸ਼ ਜਿਹੜੇ ਕਾਂਡ ਦੀ ਗੱਲ ਕੀਤੀ ਉਦੋਂ ਸਿਮਰਜੀਤ ਸਿੰਘ ਬੈਂਸ ਜੇਲ੍ਹ ਦੇ ਅੰਦਰ ਸੀਗਾ ਜੀ ਦਰਸ਼ਨ ਸਿੰਘ ਲੁਹਾਰੇ ਪਿੰਡ ਤੋਂ ਸੀ ਜਿਹੜਾ ਮਰਿਆ ਸੀਗਾ ਮੇਰੇ ਵੀ ਡਾਂਗਾ ਵੱਜੀਆਂ ਸੀਗੀਆਂ ਜੀ ਮੈਂ ਅੱਜ ਵੀ ਪੂਰਨ ਤੌਰ ਤੇ ਚੌਂਕੜੀ ਮਾਰ ਕੇ ਨਹੀਂ ਬਸ ਉਦੋਂ ਦੀ ਮੇਰੇ ਡੈਮੇਜ ਹੋਈ ਹੈ ਜੀ ਉਦੋਂ ਜਥੇਦਾਰ ਜੀ ਕੋਲ ਅਸੀਂ ਗਏ ਉਦੋਂ ਇਹ ਅਕਾਲੀ ਦਲ ਸੀ ਸਿਮਰਜੀਤ ਬੈਣੀਪਾਲ ਕੇਸ ਚ ਅੰਦਰ ਸੀਗਾ ਜੀ ਇਹਨਾਂ ਨੇ ਦਰਸ਼ਨ ਸਿੰਘ ਲੁਹਾਰਾ ਇਹਨਾਂ ਦੇ ਏਰੀਆ ਦਾ ਪੈਂਦਾ ਸੀ ਉਹਦੇ ਨਾਲ ਮਿਲ ਕੇ ਉਹਦਾ ਸੰਸਕਾਰ ਕਰਾਤਾ ਉਸ ਮੁੱਦੇ ਨੂੰ ਤਾਰ ਬਿੱਡੋ ਕਰਕੇ ਠੰਡੇ ਬਸਤੇ 'ਚ ਪਾਇਆ ਗਿਆ ਮੈਨੂੰ ਉਦੋਂ ਵੀ ਬਾਤ ਚੁੱਕਣੀ ਚਾਹੀਦੀ ਸੀ ਪਰ ਮੈਂ ਚੁੱਕੀ ਹੈ ਕਿਉਂਕਿ ਹੁਣ ਜਿਵੇਂ ਆਪਾਂ ਆਪਸ 'ਚ ਗੱਲ ਕਰ ਰਹੇ ਹਾਂ ਅਗਰ ਕੈਮਰਾ ਬੰਦ ਹੋ ਜੇ ਤੇ ਇਸ ਗੱਲ ਦਾ ਜਵਾਬ ਤਾਂ ਆਪਾਂ ਕਿਸੇ ਨੂੰ ਦੇ ਨਹੀਂ ਸਕਦੇ ਨਾ ਜਾਂ ਤਾਂ ਗੱਦਾਰੀ ਹੋਵੇ ਤੁਹਾਡੀ ਵੀ ਮੈਂ ਹਰ ਗੱਲ ਤੇ ਤੁਹਾਡੀ ਰਿਕਾਰਡਿੰਗਾਂ ਕਰਨੀਆਂ ਸ਼ੁਰੂ ਕਰ ਦਿਆਂ ਵੀ ਤੁਸੀਂ ਇਮਾਨਦਾਰ ਨਹੀਂ ਚੱਲ ਰਹੇ ਇਦਾਂ ਨਹੀਂ ਹੁੰਦਾ
ਹੁਣ ਜਿਵੇਂ ਉਹਨਾਂ ਨੇ ਸਵਾਲ ਚੁੱਕੇ ਜਾਂ ਮੈਂ ਸਵਾਲ ਚੁੱਕੇ ਨੇ ਜੀ ਉਹਦਾ ਅੱਜ ਰੀਜ਼ਨ ਹੈ ਵੇ ਭਾਜੀ, ਮੈਂ ਤੁਹਾਨੂੰ ਪਹਿਲੇ ਕਿਹਾ ਵੀ ਮੇਰੇ ਅੰਦਰ ਵੀ ਮਨ ਭਾਵਨਾ ਵੀ ਪੰਜਾਬ ਦਾ ਭਲਾ ਹੋਵੇ, ਜੀ ਮੇਰੇ ਭਾਈਚਾਰੇ ਦਾ ਭਲਾ ਹੋਵੇ। ਪੰਜਾਬ ਦੇ ਭਲੇ ਦੀ ਸੁਣ ਗੱਲ ਲਓ, ਕਰਦੇ ਹੋ ਮੇਰੀ ਗੱਲ ਪੂਰੀ ਹੋਣ ਦਿਓ, ਗੱਲ ਸਮਝ ਲੈਣ ਵੀ ਲੋਕ। ਮੇਰੇ ਮਨ 'ਚ ਵੀ ਭਾਵਨਾ ਹੈ, ਮੈਂ ਵੀ ਇੱਕ ਗਰੀਬ ਪਰਿਵਾਰ ਦਾ ਨੁਮਾਇੰਦਾ, ਜੀ ਮੇਰੇ ਮਨ 'ਚ ਵੀ ਭਾਵਨਾ ਵੀ ਪੰਜਾਬ ਦਾ ਭਲਾ ਹੋਵੇ। ਇਸ ਲਈ ਮੈਂ ਬੈਂਸ ਸਾਹਿਬ ਨੂੰ ਚੁਣਿਆ, ਬੈਂਸ ਸਾਹਿਬ ਨੂੰ ਸਮੇਂ-ਸਮੇਂ ਦੇ ਉੱਤੇ ਗੱਲਾਂ ਕੀਤੀਆਂ, ਬੈਂਸ ਸਾਹਿਬ ਨੂੰ ਟੋਕਿਆ। ਜਦੋਂ ਉਹਨਾਂ ਦਾ ਚਿਹਰਾ ਮੇਰੇ ਅੱਗੇ ਨੰਗਾ ਹੋ ਗਿਆ, ਜੀ ਉਹ ਮੈਨੂੰ ਹੀ ਜਵਾਬ ਨਹੀਂ ਦੇ ਪਾਏ। ਮੈਂ ਅੱਜ ਤੁਹਾਡੇ ਨਾਲ ਤੀਜੀ ਕਿ ਚੌਥੀ ਇੰਟਰਵਿਊ ਲੋਕ ਸਵਾਲ ਕਰਦੇ ਨੇ, ਉਹ ਮੇਰੀ ਕਿਸੇ ਗੱਲ ਦਾ ਜਵਾਬ ਤਾਂ ਦੇਣ। ਜੀ ਜੇ ਬੈਂਸ ਸਾਹਿਬ ਇਮਾਨਦਾਰ ਨੇ, ਆ ਇੰਨੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ, ਤੁਸੀਂ ਬੈਂਸ ਸਾਹਿਬ ਨਾਲ ਲਾਏ ਜੀ। ਮੈਂ 13-14 ਸਾਲ ਉਹਨਾਂ ਦੇ ਨਾਲ ਰਿਹਾ ਵੀ, ਪਰ ਥੱਲੜੇ ਲੈਵਲ ਤੇ ਕੰਮ ਕਰਦਾ ਰਿਹਾ। ਮੈਂ 2014 ਤੋਂ ਬਾਅਦ ਉਹਨਾਂ ਨਾਲ ਪਾਰਟੀ, ਜਦੋਂ ਦੀ ਲੋਕ ਸਭਾ ਪਾਰਟੀ ਬਣਾਈ ਹੈ, ਵੀ ਮੋਹਰੇ ਹੋ ਕੇ ਕੰਮ ਕੀਤਾ ਜੀ। ਪਰ ਮੈਂ ਬੈਂਸ ਸਾਹਿਬ ਤੋਂ ਕਿਸੇ ਪ੍ਰਕਾਰ ਦਾ ਕੋਈ ਵੀ ਟਿਕਟ ਨਹੀਂ ਮੰਗੀ ਜੀ, ਨਾ ਮੇਰਾ ਕੋਈ ਰਾਜਨੀਤੀ ਇਰਾਦਾ ਸੀਗਾ। ਜੀ ਮੈਂ 1 ਸਾਲ ਪਹਿਲੇ ਬੈਂਸ ਸਾਹਿਬ ਨੂੰ ਅਸਤੀਫਾ ਵੀ ਇਸ ਗੱਲ ਕਰਕੇ ਦਿੱਤਾ ਸੀਗਾ ਜੀ ਵੀ ਮੈਨੂੰ ਤੁਹਾਡੀਆਂ ਨੀਤੀਆਂ ਪਸੰਦ ਨਹੀਂ ਹੈਗੀਆਂ ਜੀ ਜਿੱਦਾਂ ਆਪਾਂ ਕਰ ਰਹੇ ਹਾਂ, ਪਰ ਮੈਂ ਕਿਸੇ ਪ੍ਰਕਾਰ ਦਾ ਵੀ ਆਪਣੇ ਉੱਤੇ ਤੋਹਮਤ ਨਹੀਂ ਲੈਣਾ ਚਾਹੁੰਦਾ ਵੀ ਬਾਹਰ ਨਿਕਲ ਕੇ ਮੈਂ ਕਿਸੇ ਪਾਰਟੀ ਚਲਾ ਗਿਆ ਤੇ ਤੁਹਾਡੇ ਖਿਲਾਫ ਜੀ ਪ੍ਰਚਾਰ ਕਰਾਂ। ਤੁਸੀਂ ਗੱਲ ਕੀਤੀ, ਪਰ ਬੈਂਸ ਸਾਹਿਬ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ। ਬੈਂਸ ਸਾਹਿਬ ਸੇਮ ਉਹੀਓ ਪਾਰਟੀਆਂ ਜਿਵੇਂ ਅਕਾਲੀ ਦਲ ਤੇ ਕਾਂਗਰਸ ਤੇ ਦਾਅਵੇ ਪਲਾਨੇ ਆ, ਆਪਣੇ ਬੰਦਿਆਂ ਖਿਲਾਫ ਕਾਰਵਾਈਆਂ ਸ਼ੁਰੂ ਹੋ ਜਾਂਦੇ। ਮੇਰੇ ਕਿਸੇ ਪਰਸਨਲ ਮੈਟਰਾਂ ਦੇ ਵਿੱਚ, ਮੇਰੇ ਕਿਸੇ ਵਪਾਰਕ ਰੋਲੇ ਦੇ ਵਿੱਚ ਇਹਨਾਂ ਨੇ ਮੇਰੇ ਖਿਲਾਫ ਲੋਕਾਂ ਨੂੰ ਭੜਕਾ ਕੇ ਮੇਰੇ ਖਿਲਾਫ ਕੰਪਲੇਂਟਾਂ ਕਰਾਉਣ ਦੀ ਕੋਸ਼ਿਸ਼ ਕੀਤੀਆਂ ਤਾਂ ਕਿ ਰਾਜੇ ਦੀ ਆਵਾਜ਼ ਬੰਦ ਹੋ ਜੇ। ਉਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਕਿਉਂਕਿ ਮੇਰੇ ਦੋਸਤ ਮਿੱਤਰ ਕਾਂਗਰਸ ਪਾਰਟੀ 'ਚ ਵੀ ਨੇ, ਮੇਰੇ ਦੋਸਤ ਮਿੱਤਰ ਆਮ ਆਦਮੀ ਪਾਰਟੀ 'ਚ ਨੇ, ਅਕਾਲੀ ਦਲ 'ਚ ਵੀ ਨੇ, ਤੇ ਕਿਸੇ ਜਗ੍ਹਾ ਦੇ ਉੱਤੇ ਕਿਸੇ ਮਿੱਤਰ ਨੇ, ਜਿਵੇਂ ਪ੍ਰਚਾਰ MP ਇਲੈਕਸ਼ਨ ਸੀ, ਉਹਨੇ ਮੇਰੇ ਗੱਲ 'ਚ ਸਰੋਪਾ ਪਾਤਾ। ਪਰ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਹੈਗਾ। ਜੀ ਮੈਂ ਬੁਲੰਦ ਆਵਾਜ਼ ਲੈ ਕੇ ਆਪਣੀ ਜੀ ਆਵਾਜ਼ ਆਜ਼ਾਦ ਤੌਰ ਤੇ ਆਵਾਜ਼ ਲੈ ਕੇ ਆਇਆ ਤਾਂ ਕਿ ਮੇਰੇ ਦੋਸਤ ਮਿੱਤਰਾਂ ਨੂੰ, ਯੂਥ ਨੂੰ ਇੰਨੀ ਸਮਝ ਆ ਜੇ ਵੀ ਜਿਹੜੇ ਇਹ ਲੋਕ ਦਿਖਾਵਾ ਕਰਕੇ ਕ੍ਰਾਂਤੀਕਾਰੀ ਮੁਖੌਟਾ ਲੈ ਕੇ ਬਾਹਰ ਨਿਕਲ ਕੇ ਆ ਰਹੇ, ਸਿਰਫ ਡਰਾਮਾ ਹੈ। ਅੱਜ ਬੈਂਸ ਸਾਹਿਬ ਹਜੇ ਕਿਸੇ ਸੱਤਾ ਦੇ ਵਿੱਚ ਨਹੀਂ, ਕਿਸੇ ਲਾਲ ਬੱਤੀ ਵਾਲੀ ਸੀਟ ਤੇ ਨਹੀਂ, ਉਸ ਤੋਂ ਬਗੈਰ ਇੰਨਾ ਕੁਝ ਘਾਲਾ ਮਾਲਾ ਆਉਣ ਵਾਲੇ ਸਮੇਂ 'ਚ ਮੈਂ ਨੰਗਾ ਕਰਦਾ ਰਹੂੰਗਾ। ਜੀ ਉਹ ਕਿਉਂ ਕਰਦਾ ਰਹੂੰਗਾ? ਕਿਉਂਕਿ ਮੈਂ ਬੈਂਸ ਸਾਹਿਬ ਨਾਲ ਸਮਾਂ ਲਾਇਆ ਰਾਜਨੀਤਿਕ ਤੌਰ ਦੇ ਉੱਤੇ, ਜੀ ਪਰਸਨਲ ਤੌਰ ਦੇ ਉੱਤੇ। ਉਹਨਾਂ ਦੇ ਕੀਤੇ ਕੰਮਾਂ ਦਾ ਮੈਨੂੰ ਪਤਾ ਕਿੱਥੇ ਕੀ ਹੋਇਆ। ਜਦ ਹੁਣ ਅੱਜ ਉਹਨਾਂ ਦੇ ਪਿਆਜ਼ ਵਾਂਗੂ ਮੈਂ ਪਰਤਾਂ ਉਹ ਦੇ ਦੇਣੀਆਂ ਸ਼ੁਰੂ ਕੀਤੀਆਂ ਤੇ ਮੈਨੂੰ ਪਤਾ ਲੱਗ ਰਿਹਾ ਵੀ ਇਹਦੇ 'ਚ ਘੁਟਾਲਾ ਸੀਗਾ। ਤੁਸੀਂ ਗੱਲ ਘੁਟਾਲੇ ਦੀ ਕਰ ਰਹੇ ਹੋ। ਤੁਸੀਂ 13-14 ਸਾਲ ਦੀ ਦੱਸਿਆ ਬੈਂਸ ਸਾਹਿਬ ਦੇ ਨਾਲ ਰਹੇ ਹੋ, ਭਾਵੇਂ ਪਾਰਟੀ ਬਣਾਉਣ ਤੋਂ ਪਹਿਲਾਂ ਦੀ ਗੱਲ ਹੋਵੇ ਜਾਂ ਬਾਅਦ ਦੀ ਗੱਲ ਹੋਵੇ। ਤੁਸੀਂ 14 ਸਾਲ ਨਾਲ ਰਹੇ ਹੋ, ਤੁਹਾਨੂੰ ਉਸ ਚੀਜ਼ ਦਾ ਅਹਿਸਾਸ ਨਹੀਂ ਹੋਇਆ ਉਸ ਟਾਈਮ, ਠੀਕ ਹੈ ਜੀ। ਹੁਣ ਤੁਹਾਨੂੰ ਅਹਿਸਾਸ ਹੋਇਆ ਸੀ, ਤੁਸੀਂ ਉਸ ਚੀਜ਼ ਨੂੰ ਐਕਸਪੋਜ਼ ਕਰ ਰਹੇ ਹੋ। ਤੁਹਾਡਾ ਮੈਨੂੰ ਸਵਾਲ ਇਹ ਆ, ਤੁਸੀਂ ਅੱਜ ਗੱਲ ਕਰ ਰਹੇ ਹੋ ਬੈਂਸ ਸਾਹਿਬ ਦੇ ਅਗੇਂਸਟ ਗੱਲ ਕਰ ਰਹੇ ਹੋ, ਸਬੂਤ ਵੀ ਤੁਹਾਡੇ ਕੋਲ ਕੁਝ ਹੈਗੇ ਨੇ। ਤੁਹਾਨੂੰ ਲੱਗਦਾ ਵੀ ਨੌਜਵਾਨ ਜਿਹੜੀ ਪੀੜ੍ਹੀ ਅੱਜ ਤਾਂ ਹਰ ਪਾਸੇ, ਮੈਂ ਕਹਿ ਸਕਦਾ ਵੀ ਬੈਂਸ ਹੋਈ ਹੈ, ਲੋਕਾਂ ਦੇ ਦਿਮਾਗ ਤੇ ਚੜ੍ਹ ਕੇ ਸਿਮਰਜੀਤ ਬੈਂਸ ਬੋਲ ਰਿਹਾ। ਤੁਹਾਨੂੰ ਲੱਗਦਾ ਤੁਹਾਡੇ ਇਸ ਚੀਜ਼ ਕਰਨ ਨਾਲ ਲੋਕਾਂ ਦਾ ਕੋਈ ਅਸਰ ਹੋਏਗਾ? ਮੈਨੂੰ ਅਸਰ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਜੀ। ਮੇਰੇ ਜ਼ਮੀਰ ਦੀ ਆਵਾਜ਼, ਮੇਰੇ ਉਹਨੂੰ ਸ਼ਾਂਤੀ ਮਿਲਣੀ ਚਾਹੀਦੀ ਹੈ ਜੀ। ਵੀ ਮੈਂ ਇੱਕ ਬੰਦੇ ਨੂੰ ਇੱਥੋਂ ਤੱਕ ਲੈ ਕੇ ਆਇਆ ਜਿਹੜਾ ਬੰਦਾ ਸਮਾਜਿਕ ਤੌਰ ਦੇ ਉੱਤੇ ਨੁਕਸਾਨ ਪਹੁੰਚਾ ਰਿਹਾ। ਮੈਂ ਤਾਂ ਚੈਲੰਜ ਕੀਤਾ ਬੈਂਸ ਸਾਹਿਬ ਨੂੰ, ਇਹ ਜਿੰਨੀਆਂ ਪ੍ਰਾਪਰਟੀਆਂ ਉਹਨਾਂ ਨੇ ਕਹੀਆਂ 8.5 ਕਰੋੜ 9 ਕਰੋੜ ਦੀ ਕਹਿੰਦੇ ਇਮਾਨਦਾਰੀ ਨਾਲ ਕਮਾਈਆਂ ਹੋਈਆਂ, ਉਹਨਾਂ ਨੂੰ ਮੈਂ 11 ਕਰੋੜ 12 ਕਰੋੜ ਦਿਵਾਉਣ ਨੂੰ ਤਿਆਰ ਹਾਂ 2 ਦਿਨ। ਜੀ। ਲੋਕਾਂ ਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਣਗਾ। ਜੀ। ਪ੍ਰੋਫਿਟ ਨਾ ਮਿਲਣੀ ਹੈ ਨਾ। ਬੈਂਸ ਸਾਹਿਬ ਉਸ ਗੱਲ ਦੀ ਗੱਲ ਕਰ ਰਹੇ ਨੇ। ਜੀ। ਬੈਂਸ ਸਾਹਿਬ ਇਹਨਾਂ ਸਕੈਂਡਲਾਂ ਦੇ ਉੱਤੇ ਜਵਾਬ ਦੇ ਦੇਣ, ਬੈਂਸ ਸਾਹਿਬ ਇਸ ਗੱਲ ਦਾ ਜਵਾਬ ਦੇ ਦੇਣ। ਜੀ। ਪੰਜਾਬ ਦੇ ਵਿੱਚ ਤੀਜੀ ਧਿਰ ਜਿਹੜੀ ਕ੍ਰਾਂਤੀ ਅਸੀਂ ਲੈ ਕੇ ਸਾਰੇ ਲੋਕਾਂ ਨੇ ਲੈ ਕੇ ਆਂਦੀ, ਉਹਦੇ 'ਚ ਮੁਖੀ ਅਸੀਂ ਧੁੰਨਾ ਜੀ ਨੂੰ ਵੀ ਬਣਾ ਸਕਦੇ ਹਾਂ। ਜੀ। ਕੈਪੇਬਲ ਇਨਸਾਨ ਸਾਨੂੰ ਬੈਂਸ ਸਾਹਿਬ ਲੱਗੇ, ਅਸੀਂ ਉਹਨਾਂ ਨੂੰ ਵੀ ਬਣਾ ਲਿਆ, ਜਿੰਦੀ ਆਵਾਜ਼ ਬੜੀ ਪੁਰਜੋਰ ਤੌਰ ਤੇ ਉੱਠੀ। ਅੱਜ ਉਹ ਪੀੜੀਏ ਦਾ ਹਾਲ ਬੈਂਸ ਸਾਹਿਬ ਨੇ ਕੀ ਕੀਤਾ? ਜੀ। ਸੁਖਪਾਲ ਖਹਿਰਾ ਜਿਹੜਾ ਆਵਾਜ਼ ਬੁਲੰਦ ਆਵਾਜ਼ ਸੀ, ਉਹਦਾ ਇਹਨਾਂ ਨੇ ਬੇਵਕੂਫ ਬਣਾਇਆ। ਜੀ। ਉਹਦਾ ਸਿਆਸੀ ਕਤਲ ਕੀਤਾ। ਜੀ। ਧਰਮਵੀਰ ਗਾਂਧੀ ਦਾ ਕੀਤਾ। ਆਮ ਆਦਮੀ ਪਾਰਟੀ ਦੇ ਜਿੰਨੇ MLA ਦੇ ਸਾਰਿਆਂ ਨੂੰ ਉਂਗਲ ਲਾ ਕੇ ਇਹਨਾਂ ਨੇ ਕਤਲ ਕੀਤਾ। ਤੇ ਪੰਜਾਬ 'ਚ ਫਿਰ ਤੀਜੀ ਪਾਰਟੀ ਕਿਹੜੀ ਉੱਪਰ ਕੇ ਆਏਗੀ? ਜੇ ਕਾਂਗਰਸ ਅਕਾਲੀ ਆਪਾਂ ਹਮੇਸ਼ਾ ਕਹਿ ਰਹੇ ਹਾਂ ਵੀ ਰਵਾਇਤੀ ਪਾਰਟੀਆਂ ਮਾੜੀਆਂ ਨੇ। ਜੀ। ਜਦ ਤੱਕ ਇਹ ਬੰਦਾ ਜਿਹੜੇ ਬੰਦਿਆਂ ਦੇ ਵਿੱਚ ਰਲੂਗਾ, ਮੈਂ ਓਪਨਲੀ ਕਹਿ ਰਿਹਾ, ਇਹ ਬੰਦਾ ਤੀਜੀ ਧਿਰ ਦੇ ਵਿੱਚ ਵੜ ਕੇ ਜਿਨ੍ਹਾਂ ਦੇ ਵਿੱਚ ਵੀ ਗੱਲ ਕਰੂਗਾ, ਇਹ ਬੰਦਾ ਉਹਨਾਂ ਦਾ ਨੁਕਸਾਨ ਹੀ ਪਹੁੰਚਾਊਗਾ। ਤੀਜੀ ਧਿਰ ਕਦੀ ਇਕੱਠੀ ਹੋ ਜਾਊਗਾ। ਔਰ ਇਸ ਗੱਲ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਚੁੱਕਾ, ਇਹ ਕੇਂਦਰ ਦੀਆਂ ਏਜੰਸੀਆਂ ਜੀ ਔਰ ਵੱਡੀਆਂ ਪਾਰਟੀਆਂ ਜਿਹੜੀਆਂ ਚਾਹੁੰਦੀਆਂ ਨੇ ਪੰਜਾਬ ਦੇ ਵਿੱਚ ਵਧੀਆ ਮਾਹੌਲ ਨਾ ਆਵੇ, ਉਹਨਾਂ ਨਾਲ ਰਲ ਕੇ ਕੰਮ ਕਰ ਰਹੇ। ਨਹੀਂ, ਅੱਜ ਦੇਖ ਰਹੇ ਹਾਂ ਸਿਮਰਜੀਤ ਬੈਂਸ ਸਾਈਕਲ ਯਾਤਰਾ ਲੈ ਕੇ ਨਿਕਲੇ ਹੋਏ ਨੇ, ਵੱਡੀ ਗਿਣਤੀ ਵੀ ਨੌਜਵਾਨ ਉਹਨਾਂ ਦੇ ਨਾਲ ਚੱਲੇ ਹੋਏ ਨੇ। ਤੁਹਾਨੂੰ ਲੱਗਦਾ ਵੀ ਜੇ ਇੱਕ ਪਾਸੇ ਤੁਸੀਂ ਹੈਗੇ ਹੋ, ਕੜਵਲ ਸਾਹਿਬ ਦੀ ਗੱਲ ਕਰ ਲਈਏ ਜਾਂ ਹੋਰ ਜਿਹੜੇ ਕੌਂਸਲਰ ਸਾਥੀ ਛੱਡ ਗਏ ਨੇ, ਉਹ ਵੀ ਹੁਣ ਤੱਕ ਇਹ ਇਲਜ਼ਾਮ ਲਗਾਉਂਦੇ ਆਏ ਨੇ ਤੇ ਕੋਈ ਅਸਰ ਨਹੀਂ ਖਾਸ ਲੋਕਾਂ ਤੇ ਪਿਆ। ਭਾਜੀ ਇਹ ਕੰਮ ਕੀ ਹੁੰਦਾ? ਲੋਕਾਂ ਦੀ ਵਿਚਾਰਧਾਰਾ ਹੈ ਵੋਟਾਂ ਦੀ। ਜੀ। ਅੱਜ ਲੋਕਾਂ ਨੂੰ ਚਾਨਣ ਹੋ ਗਿਆ, ਲੋਕ ਤਰਾਈ ਕਰ ਰਹੇ ਨੇ ਕਰੋਨਾ ਦੇ ਵਿੱਚ। ਜੀ। ਪੈਂਡੈਮਿਕ ਦਾ ਮਾਹੌਲ ਚੱਲ ਰਿਹਾ, ਕੋਵਿਡ-19 ਤੁਹਾਨੂੰ ਪਤਾ ਜੋ ਹਾਲਾਤ ਨੇ। ਜੀ। ਜਿੰਨੇ ਦਿਨ ਕਰੋਨਾ ਦੀ ਲੋਕਡਾਊਨ ਰਹੀ ਹੈ, ਪਹਿਲੇ ਦਿਨ ਤੋਂ ਲੈ ਕੇ ਬੈਂਸ ਸਾਹਿਬ ਆਪਣੇ ਹਲਕੇ ਦੇ ਵਿੱਚ ਨਦਾਰਤ ਰਹੇ ਨੇ। ਜੀ। ਠੀਕ ਹੈ ਨਾ। ਬੈਂਸ ਸਾਹਿਬ ਲੋਕ, ਕਿਉਂਕਿ ਉਸ ਇਲਾਕੇ ਦੇ ਵਿੱਚ ਬਹੁਤ ਸਾਰੇ ਗਰੀਬ ਲੋਕ ਨੇ,
ਜੀ ਵੱਡੀ ਤਾਦਾਦ ਮਿਹਨਤਕਸ਼ ਲੋਕਾਂ ਦੀ ਹੈ, ਇੰਡਸਟਰੀ ਵਾਲੇ ਵੀ ਨੇ, ਮਿਡਲ ਕਲਾਸ ਵੀ ਨੇ, ਹਰ ਤਰ੍ਹਾਂ ਦਾ, ਪਰ ਜ਼ਿਆਦਾ ਤਾਦਾਦ ਉਹਨਾਂ ਨੂੰ ਰਾਸ਼ਨ ਦੇਣਾ ਪੈਣਾ ਸੀਗਾ। ਜੀ ਰਾਸ਼ਨ ਨਹੀਂ ਦੇ ਸਕਦੇ, ਕਿਸੇ ਤਰੀਕੇ ਦੀ ਉਹਨਾਂ ਨੂੰ ਸੁਵਿਧਾ ਤਾਂ ਪਹੁੰਚਾ ਸਕਦੇ ਸੀ, ਜੀ ਬੈਂਸ ਸਾਹਿਬ ਨੇ ਕੋਈ ਸੁਵਿਧਾ ਨਹੀਂ ਪਹੁੰਚਾਈ, ਜੀ ਜਿੰਦੇ ਕਰਕੇ ਲੋਕ ਆ ਸਵਾਲ ਕਰ ਰਹੇ ਨੇ। ਜੀ ਜਿਹੜੇ ਦੂਜੇ ਸਾਥੀ, ਚਾਹੇ ਤੁਸੀਂ ਕੜਵਲ ਦੀ ਗੱਲ ਕਰ ਰਹੇ ਹੋ, ਜੋ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਸੇਵਾ ਨਿਭਾਈ ਹੈ। ਜੀ ਬੈਂਸ ਸਾਹਿਬ ਨੇ ਰਾਸ਼ਨ ਵੰਡਦੇ ਨਜ਼ਰ ਆਏ ਤੇ ਬੈਂਸ ਸਾਹਿਬ ਦੀ ਉਂਗਲ ਲੱਗੀ ਵੀ ਬੈਂਸ ਸਾਹਿਬ ਰਾਸ਼ਨ ਜਿਹੜਾ ਸਰਕਾਰੀ ਰਾਸ਼ਨ ਬੋਰੀਆਂ ਚੋਂ ਕੱਢ ਕੇ ਆਪਣਾ ਵੇਚ ਰਹੇ। ਬੈਂਸ ਸਾਹਿਬ ਨੇ ਕਿਉਂ ਨਹੀਂ ਜਵਾਬ ਦਿੱਤਾ? ਜਿਹੜਾ ਉਹ ਵੀਡੀਓ ਦੇ ਵਿੱਚ ਸ਼ਖਸ ਹੈ ਉਹ ਹੈਰੀ ਹੈ, ਜੀ ਮੈਂ ਜਾਣਦਾ, ਬੈਂਸ ਸਾਹਿਬ ਦਾ ਖਾਸ ਸਾਥੀ ਹੈ, ਜੀ ਨਾਲ ਰਹਿੰਦਾ ਹੈ, ਉਹ ਉੱਥੇ ਉਹ ਨਾਲ ਬਿਆਨ ਕਰ ਰਿਹਾ ਵੀ ਇਹ ਬੋਰੀਆਂ ਖਾਲੀਆਂ ਜਿਹੜੀ ਪਾੜ ਕੇ ਰੱਖਿਆ, ਵਿੱਚੋਂ ਰਾਸ਼ਨ ਕੱਢਿਆ ਗਿਆ। ਬੈਂਸ ਸਾਹਿਬ ਨੂੰ ਪੁੱਛੋ ਜੀ ਤੇ ਬੈਂਸ ਸਾਹਿਬ ਨੇ ਕਿਉਂ ਨਹੀਂ ਜਵਾਬ ਦਿੱਤਾ? ਜੀ ਸਰਕਾਰੀ ਰਾਸ਼ਨ ਵੀ ਹੈਗਾ, ਹੈ ਤਾਂ ਜਨਤਾ ਦੇ ਟੈਕਸਾਂ ਦਾ। ਬਿਲਕੁਲ ਬੈਂਸ ਸਾਹਿਬ ਨੇ ਕਿਉਂ ਨਹੀਂ ਡੀਸੀ ਨੂੰ ਫੜਿਆ ਵੀ ਜਿਹੜੀਆਂ ਸਰਕਾਰ ਵੱਲੋਂ ਕਿੱਟਾਂ ਆਈਆਂ ਨੇ ਉਹ ਇੱਥੇ ਇਲਾਕੇ 'ਚ ਵੰਡੀਆਂ ਜਾਣ, ਮੇਰੇ ਇਲਾਕੇ ਦੇ ਵੀ ਲੋਕ ਨੇ। ਜੀ ਬੈਂਸ ਸਾਹਿਬ ਆਪਣੇ ਇੱਕ ਦੇਖੋ ਰੋਲ ਮਾਡਲ ਹੁੰਦਾ। ਬੈਂਸ ਸਾਹਿਬ ਪੰਜਾਬ ਦੇ ਭਲੇ ਦੀ ਗੱਲ ਕਰ ਰਹੇ ਨੇ, ਉਹ ਭਲਾ ਆਪਾਂ ਕਿੱਦਾਂ ਕਰ ਸਕਦੇ, ਉਹ ਕਿਵੇਂ ਦਿਖਾਵਾਂਗੇ? ਜੀ ਜਦੋਂ ਅਸੀਂ ਇੱਕ ਇਲਾਕੇ ਦੇ ਲੋਕਾਂ ਨੇ ਤੁਹਾਨੂੰ ਚੁਣ ਲਿਆ, ਚੁਣ ਕੇ ਤੁਹਾਨੂੰ ਨੁਮਾਇੰਦਾ ਬਣਾਉਣਾ, ਕੀ ਤੁਸੀਂ ਉਹ ਇਲਾਕਾ ਰੋਲ ਮਾਡਲ ਬਣਾ ਲਿਆ? ਜੀ ਕਿਉਂਕਿ ਉਹ ਹਲਕੇ ਦੀ ਡਿਵੈਲਪਮੈਂਟ ਤੁਸੀਂ ਇਸ ਪੱਧਰ ਤੇ ਲੈ ਗਏ ਵੀ ਲੋਕ ਤੁਹਾਨੂੰ ਪੂਰੇ ਪੰਜਾਬ 'ਚ ਵੋਟਾਂ ਪਾਣਗੇ। ਤੁਸੀਂ ਕੋਈ ਬ੍ਰਾਂਡ ਲੈਣ ਜਾਂਦੇ ਹੋ, ਕੋਈ ਕੱਪੜਾ ਲੈਣ ਜਾਂਦੇ ਹੋ, ਤੇ ਸ਼ੋਅ ਕੇਸ ਦੇ ਵਿੱਚ ਵੀ ਉਹਨਾਂ ਨੇ ਬੁੱਤ ਲਗਾਏ ਹੁੰਦੇ, ਸ਼ੋਅ ਪੀਸ ਲਗਾਏ ਹੁੰਦੇ ਨੇ, ਤੁਸੀਂ ਕੀ ਦਿਖਾਓਗੇ? ਤੁਸੀਂ ਇੰਨੇ ਸਕੈਂਡਰਾਂ ਦੀ ਗੱਲ ਕਰ ਲਈ, ਤੁਸੀਂ 8 ਸਾਲਾਂ ਦਾ ਅੱਜ ਵਿਧਾਨ ਸਭਾ ਦੇ ਕਿੰਨੇ ਸੈਸ਼ਨ ਹੋ ਗਏ? ਬੈਂਸ ਸਾਹਿਬ ਦੇ ਹਲਕੇ 'ਚ ਡਿਸਪੈਂਸਰੀਆਂ ਵੀ ਨੇ, ESA ਡਿਸਪੈਂਸਰੀਆਂ ਵੀ ਨੇ, ਸਰਕਾਰੀ ਸਕੂਲ ਵੀ ਨੇ, ਜੀ ਪਾਰਕਾਂ ਵੀ ਨੇ, ਕਾਰਪੋਰੇਸ਼ਨ ਜ਼ੋਨ ਸੀ ਪੂਰਾ ਇਹਨਾਂ ਦੇ ਇਲਾਕੇ ਦਾ ਕੱਲਾ ਬਣਿਆ ਹੋਇਆ। ਜੀ ਉਹਦੇ ਉੱਤੇ ਬੈਂਸ ਸਾਹਿਬ ਦੱਸਣ ਵਿਧਾਨ ਸਭਾ 'ਚ ਕਿੰਨੇ ਕੁ ਸਵਾਲ ਚੁੱਕੇ। ਜੀ ਇਹ ਕਦੇ ਨਹੀਂ ਹੁੰਦਾ, ਤੁਸੀਂ ਸਰਕਾਰ 'ਚ ਨਹੀਂ ਹੋਵੇ ਤਾਂ ਤੁਹਾਡਾ ਕੰਮ ਨਾ ਹੋਊ। ਇਹਨਾਂ ਦੇ ਕੌਂਸਲਰ ਅੱਜ ਸੜਕਾਂ ਦੇ ਮੂਰਤ ਦੇ ਬੋਰਡ ਲਾਉਂਦੇ, ਬੈਂਸ ਸਾਹਿਬ ਕਈ ਜਗ੍ਹਾ ਤੇ ਟੱਕ ਲਾ ਕੇ ਆਂਦੇ ਹੁੰਦੇ ਆ ਨਾ, ਜੀ ਜੋ ਕੰਮ ਹੋ ਸਕਦੇ ਅਸੀਂ ਵੱਡੇ ਹੋਰ ਕਿਉਂ ਨਹੀਂ ਲੈ ਕੇ ਆਏ? ਬੈਂਸ ਸਾਹਿਬ ਆਪਣੇ ਇਲਾਕੇ ਦੀ ਕਰਪਸ਼ਨ ਦੱਸਣ ਕਿਹੜੇ ਪਾਸੇ ਜ਼ੀਰੋ ਹੋਈ, ਬੈਂਸ ਸਾਹਿਬ ਪੂਰੇ ਲੁਧਿਆਣੇ ਛੱਡ ਦੇਣ, ਜੋ ਸੀ ਦੇ ਵਿੱਚ ਹੋਏ ਕੱਪੜਿਆਂ ਦਾ ਵੇਰਵਾ ਕਿਉਂ ਨਹੀਂ? ਜੀ ਤੁਸੀਂ ਗੱਲ ਕੀਤੀ ਹੈ, ਪਹਿਲਾਂ ਗੱਲ ਕੀਤੀ ਹੈ, ਤੁਸੀਂ ਐਕਸਪੋਜ਼ ਕਰ ਰਹੇ ਹੋ ਬੈਂਸ ਸਾਹਿਬ ਨੂੰ, ਤੁਹਾਨੂੰ ਬਾਅਦ ਚੋਂ ਪਤਾ ਲੱਗੇ ਬੰਦਾ ਨਹੀਂ ਐਕਸਪੋਜ਼ ਨਹੀਂ ਕਰ ਰਿਹਾ। ਜੀ ਐਕਸਪੋਜ਼ ਕਰਨ ਦੀ ਗੱਲ ਹੈ ਤਾਂ ਐਕਸਪੋਜ਼ ਤਾਂ ਹਜੇ ਮੈਂ ਬਹੁਤ ਵਧੀਆ ਤਰੀਕੇ ਨਾਲ ਜਦੋਂ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਜਾਊਂਗਾ, ਉਹਨਾਂ ਦੀ ਇਲੈਕਸ਼ਨ ਕਮਿਸ਼ਨ ਕੋਲ ਲੈ ਕੇ ਜਾਊਂਗਾ, ਉਦੋਂ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਆਣਗੀਆਂ। ਇਹ ਗੱਲ ਐਕਸਪੋਜ਼ ਇਸ ਗੱਲ ਦੀ ਕਰ ਰਹੇ ਹਾਂ ਵੀ ਕ੍ਰਾਂਤੀਕਾਰੀ ਹੋਣ ਦਾ ਸਿਰਫ ਮੁਖੌਟਾ ਪਾਇਆ ਹੋਇਆ, ਇੱਕ ਅੰਦਰੋਂ ਇਹ ਇਨਸਾਨ ਪੰਜਾਬ ਦੇ ਭਲੇ ਲਈ ਚੰਗਾ ਨਹੀਂ ਹੈ। ਤੁਸੀਂ ਇਹ ਗੱਲ ਕੀਤੀ ਆ ਮਖੌਟਾ ਪਾਇਆ, ਤੁਹਾਨੂੰ ਪਹਿਚਾਨਣ 'ਚ ਦੇਰ ਹੋ ਗਈ, ਉਹ ਚੀਜ਼ ਮੰਨਣ ਚਾਹੀਦੀ ਵੀ ਤੁਹਾਨੂੰ ਬੰਦੇ ਨੂੰ ਪਹਿਚਾਨ ਆ ਜਾਂਦੀ ਹੈ। ਮੈਂ ਵੀ ਹੋਵਾਂ ਕਿਸੇ ਬੰਦੇ ਨੂੰ ਪਛਾਣਨਾ ਹੋਵੇ ਤਾਂ ਮੇਰੇ ਵਾਸਤੇ ਵੀ ਔਖਾ ਹੋਇਆ ਜਦੋਂ ਮੈਂ ਕਿਸੇ ਨਾਲ ਦਿਲੋਂ ਜੁੜਿਆ ਹੋਵਾਂ। ਜਦੋਂ ਗੱਲ ਡਿਵੈਲਪਮੈਂਟ ਦੀ ਹੁੰਦੀ ਉਦੋਂ ਤੁਹਾਨੂੰ ਦਿਖ ਰਿਹਾ ਸੀ ਨਾ ਪਿਛਲੇ 8 ਸਾਲਾਂ ਦੇ ਹਲਕੇ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਹੈਗੀ, ਉੱਥੇ ਤੁਹਾਨੂੰ ਲੱਗਦਾ ਤੁਸੀਂ ਵੀ ਨਾਲ ਦੋਸ਼ੀ ਹੋ ਉਸ ਚੀਜ਼ ਦੇ ਵਿੱਚ? ਬਿਲਕੁਲ ਦੋਸ਼ੀ ਹਾਂ ਜੀ, ਜੀ ਕਿਉਂਕਿ ਮੈਨੂੰ ਆਵਾਜ਼ ਉਦੋਂ ਹੀ ਚੱਕ ਲੈਣੀ ਚਾਹੀਦੀ ਸੀ। ਜੀ ਮੈਂ ਬਿਲਕੁਲ ਦੋਸ਼ੀ ਹਾਂ, ਜੀ ਕੱਲਾ ਉਸੇ ਜਗ੍ਹਾ ਤੇ ਨਹੀਂ, ਮੈਂ ਪੂਰੇ ਲੁਧਿਆਣੇ ਦਾ ਦੋਸ਼ੀ ਹਾਂ। ਜੀ ਅਸੀਂ ਮੈਨੀਫੈਸਟੋ ਲਿਖਿਆ, ਮੇਰਾ ਅੱਜ ਵੀ ਮੇਰੇ ਚਲੋ PC ਦੇ ਉੱਤੇ ਮੈਂ ਤੁਹਾਨੂੰ ਦਿਖਾਣਾ ਮੈਨੀਫੈਸਟੋ ਲਿਖਣ ਵਾਲਾ ਸ਼ਾਮਲ ਕੌਣ ਸੀਗਾ। ਜੀ ਲੁਧਿਆਣੇ ਦੇ ਵਾਰਡ ਪ੍ਰਧਾਨ ਲਗਾਏ, ਉਹਨਾਂ ਦੇ ਕੌਣ ਸੀਗਾ? ਅਸੀਂ ਗੰਦੇ ਨਾਲੇ ਦੀ ਗੱਲ ਕੀਤੀ, ਜੀ ਲੁਧਿਆਣੇ ਦੇ ਸਮਾਰਟ ਸਿਟੀ ਦੇ ਪੈਸੇ ਆ ਗਏ, ਤੇ ਬੈਂਸ ਸਾਹਿਬ ਆਵਾਜ਼ ਦਾ ਬੈਂਸ ਸਾਹਿਬ ਨੇ ਜੀ ਫੀਤੀ ਬੈਂਸ ਸਾਹਿਬ ਦੇ MLA ਦੇ ਲੱਗੀ, ਰਾਜੇ ਦੇ ਥੋੜੀ ਲੱਗੀ ਹੈ। ਜੀ ਰਾਜਾ ਤਾਂ ਬੈਂਸ ਸਾਹਿਬ ਨੂੰ ਕਹਿ ਸਕਦਾ ਨਾ, ਜੀ ਤਾਂ ਸਮੇਂ-ਸਮੇਂ ਤੇ ਕਹਿੰਦਾ ਰਿਹਾ, ਜਦੋਂ ਉਸ ਚੀਜ਼ ਦਾ ਹੱਲ ਨਹੀਂ ਹੋਇਆ ਤੇ ਅੱਜ ਹੁਣ ਜ਼ਰੂਰਤ ਬਣ ਗਈ ਹੈ ਵੀ ਬੈਂਸ ਸਾਹਿਬ ਦਾ ਚਿਹਰਾ ਨੰਗਾ ਕਰਨਾ, ਕਿਉਂਕਿ ਸਭ ਤੋਂ ਵੱਡੀ ਇਹਨਾਂ ਨੇ ਪੀੜ੍ਹੀ ਦਾ ਜਿਹੜਾ ਨੁਕਸਾਨ ਪਹੁੰਚਾਇਆ ਪੰਜਾਬ ਦੇ ਵਿੱਚ, ਤੀਜੀ ਧਿਰ ਬਣ ਕੇ ਪੰਜਾਬ ਦੇ ਭਲੇ ਲਈ ਇੱਕ ਵੱਡਾ ਨਵਾਂ ਗਚੋੜ ਆ ਸਕਦਾ ਸੀਗਾ, ਉਹਨੂੰ ਬੈਂਸ ਸਾਹਿਬ ਨੇ ਤਾਰ ਵੇਖ ਪਿੱਟੋ। ਤੁਹਾਨੂੰ ਕੀ ਲੱਗਦਾ ਗਾਛੜ ਬਣੇਗਾ ਕੋਈ ਭਵਿੱਖ 'ਚ? ਦੇਖੋ ਹਰ ਬੰਦਾ ਆਪਣੀ ਜਿੰਦੀ ਦੇਖੋ ਦੁਕਾਨਦਾਰੀ ਹੈ, ਹੁਣ ਬੈਂਸ ਸਾਹਿਬ ਦੀ ਦੁਕਾਨਦਾਰੀ ਹੈ, ਜੀ ਬੈਂਸ ਸਾਹਿਬ ਸਾਰਾ ਦਿਨ ਰਾਜਨੀਤੀ ਵਿਚਰਦੇ ਨੇ ਜੀ ਤੇ ਬੈਂਸ ਸਾਹਿਬ ਦੀਆਂ ਰਿਟਰਨਾਂ ਦਿਨ ਬ ਦਿਨ ਵਧੀ ਜਾ ਰਹੀਆਂ, ਜੀ ਬੈਂਸ ਸਾਹਿਬ ਕਰੋੜਾਪਤੀ ਹੋਈ ਜਾ ਰਹੇ ਨੇ, ਕੰਮ ਉਹਨਾਂ ਦਾ ਕੌਣ ਚਲਾ ਰਿਹਾ? ਬੈਂਸ ਸਾਹਿਬ ਦਾ ਸ਼ਟਰ ਹੋ ਗਿਆ ਨਾ, ਸਵੇਰੇ ਸ਼ਟਰ ਖੋਲਿਆ, ਸ਼ਾਮੀ ਸ਼ਟਰ ਬੰਦ ਕਰ ਲਿਆ। ਜਿਨ੍ਹਾਂ ਲੋਕਾਂ ਦੀ ਰਾਜਨੀਤੀ ਉਹਨਾਂ ਨੇ ਵੀ ਕੰਮ ਕਰਨਾ ਹੈ, ਜਿਹੜੇ ਪੰਜਾਬ ਦੇ ਭਲੇ ਦੀ ਸੋਚ ਲੈ ਕੇ ਨਿਕਲਦੇ ਨੇ, ਪੰਜਾਬ ਦਾ ਭਲਾ ਚਾਹੁੰਦੇ ਨੇ, ਉਹਨਾਂ ਨੇ ਵੀ ਕੰਮ ਕਰਨਾ ਹੈ। ਜੀ ਮੈਂ ਬਿਲਕੁਲ ਤੁਹਾਨੂੰ ਸਪਸ਼ਟ ਕਹਿ ਦਿਆਂ, ਮੇਰਾ ਅੱਜ ਤੱਕ ਦਾ ਰਾਜਨੀਤੀ 'ਚ ਕਿਸੇ ਪ੍ਰਕਾਰ ਦਾ ਕੋਈ ਇੰਟਰਸਟ ਨਹੀਂ, ਜੀ ਪਰ ਇਸ ਬੰਦੇ ਨੂੰ ਐਕਸਪੋਜ਼ ਕਰਨਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਇਹਨੇ ਪੀੜ੍ਹੀ ਦਾ ਨੁਕਸਾਨ ਕੀਤਾ। ਜੀ ਮੈਂ ਇਸ ਕਰਕੇ ਸਾਹਮਣੇ ਆਇਆ ਜੀ ਕਿਉਂਕਿ ਉਹਦੇ ਵਿੱਚ ਬਹੁਤ ਸਾਰਾ ਵੱਡਾ ਅਲਾਈਅੰਸ ਜਿਹੜਾ ਪੰਜਾਬ ਦੇ ਭਲੇ ਲਈ ਕੰਮ ਕਰ ਸਕਦਾ, ਵੱਡੀ ਸੋਚ ਲੈ ਕੇ ਆਈ ਇਹ ਉਹਨੇ ਕਿ ਇਹਨੇ ਨਵਜੋਤ ਸਿੰਘ ਸਿੱਧੂ ਦਾ ਬੇਵਕੂਫ ਬਣਾਇਆ, ਇਹਨੇ ਸੁਖਪਾਲ ਖਹਿਰੇ ਦਾ ਬਣਾਇਆ, ਇਹਨੇ ਆਮ ਆਦਮੀ ਪਾਰਟੀ ਦਾ ਬਣਾਇਆ। ਇਹ ਲੋਕ ਮੈਨੂੰ ਸਵਾਲ ਕਰਦੇ ਵੀ ਦੂਜੀਆਂ ਪਾਰਟੀਆਂ ਚੱਲ ਗਏ, ਬੈਂਸ ਸਾਹਿਬ ਨੂੰ ਕਿਉਂ ਨਹੀਂ ਪੁੱਛਦੇ? ਜੀ ਬੈਂਸ ਸਾਹਿਬ ਕਦੀ ਸਿਮਰਜੀਤ ਸਿੰਘ ਮਾਨ ਨਾਲ, ਕਦੀ ਬਲਵੰਤ ਸਿੰਘ ਰਾਮੂ ਵਾਲੀਆ, ਕਦੀ ਸ਼੍ਰੋਮਣੀ ਅਕਾਲੀ ਦਲ, ਕਦੀ ਆਮ ਆਦਮੀ, ਬੈਂਸ ਸਾਹਿਬ ਨੇ ਤਾਂ ਕਿੰਨੇ ਚਿਹਰੇ ਬਦਲ ਲਏ। ਜੀ ਜੇ ਮੇਰੇ ਵਰਗਾ ਆਮ ਘਰ ਦਾ ਨੌਜਵਾਨ ਉੱਠ ਕੇ ਰਾਜਨੀਤੀ 'ਚ ਵੀ ਮੈਂ ਕਹਿੰਦਾ ਵੀ ਮੈਂ ਕੰਮ ਕਰਨਾ ਚਾਹੁੰਦਾ ਤੇ ਕਿ ਮੇਰੇ ਕੋਲ ਅਧਿਕਾਰ ਨਹੀਂ ਹੈ? ਜੀ ਮੈਂ ਇਸ ਉੱਤੇ ਤੁਹਾਨੂੰ ਜ਼ਰੂਰ ਕਹਿ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਦਾ ਮੈਂ ਪੂਰਨ ਰੂਪ ਦੇ ਉੱਤੇ ਲੋਕਾਂ ਨੂੰ ਇੱਕ ਰੋਲ ਮਾਡਲਿੰਗ ਤੌਰ ਤੇ ਲੈ ਕੇ ਆਉਂਗਾ, ਵੀ ਐਕਸਪੋਜ਼ ਕਰੂੰਗਾ, ਕਿਉਂਕਿ ਲੋਕ ਡਰ ਜਾਂਦੇ ਨੇ, ਲੋਕ ਘਰਾਂ 'ਚ ਬਹਿ ਜਾਂਦੇ ਨੇ। ਦੇਖੋ ਮੌਤ ਇੱਕ ਵਾਰੀ ਆਣੀ ਹੈ, ਮੈਂ ਤੁਹਾਡੇ ਅੱਗੇ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਸੀਗਾ, ਮੈਨੂੰ ਬੈਂਸ ਸਾਹਿਬ ਦੇ PA ਨੇ ਪਰਸੋਂ ਫੋਨ ਕਰਕੇ ਧਮਕਾਇਆ ਵੀ ਹੈ। ਜੀ ਮਣੀ ਬੈਂਸ
ਜਿੰਦੇ ਉੱਤੇ ਕੱਲ ਨਸ਼ੇ ਦੇ ਉੱਤੇ ਗੱਲ ਕੀਤੀ ਗਈ ਹੈ ਜੀ। ਇਹ ਉਹਦੇ ਕਾਲ ਵੇਰਵਾ WhatsApp ਦੀ ਕਾਲ ਹੈ ਜਿੰਦੇ ਉੱਤੇ ਮੈਂ ਕੰਪਲੇਂਟ ਤਿਆਰ ਕਰ ਲਈ ਕੀ ਹੈ। ਕਾਰਨ ਕੀ ਉਹਨਾਂ ਵੱਲੋਂ ਤੁਹਾਨੂੰ ਧਮਕਾਉਣ ਦਾ ਕੀ ਕਾਰਨ? ਕਿਉਂਕਿ ਮੇਰੀ ਥੋੜੇ ਦਿਨ ਪਹਿਲੇ ਇੰਟਰਵਿਊ ਆਈ ਸੀਗੀ ਜੀ। ਉਹਦੇ ਮੁਤਲਕ ਉਹਨੇ ਮੈਨੂੰ ਕਿਹਾ ਵੀ ਤੇ ਦੇਖ ਲਾਂਗੇ ਜੀ, ਜਿੰਦੇ ਬਾਰੇ ਉਹਨੇ ਮੈਨੂੰ ਧਮਕਾਇਆ ਔਰ ਇਹ ਚੀਜ਼ ਬੰਦ ਕਰਨ ਦੀ ਕਹੀ ਹੈ। ਫਿਰ ਉਹਨੂੰ ਮੈਂ ਬੈਕ ਕਾਲ ਕੀਤੀ ਹੈ ਤੇ ਉਸ ਗੱਲ ਦਾ ਵੇਰਵਾ ਪੁੱਛਿਆ ਜੀ। ਇਹ ਤੁਸੀਂ ਦੇਖ ਸਕਦੇ ਹੋ WhatsApp ਤੇ ਜੀ। ਇਹ ਨੰਬਰ ਲੈ ਲਓ ਤੇ ਪਤਾ ਕਰ ਲਓ ਮਨੀ ਬੈਂਸ ਕੌਣ ਹੈ। ਜੀ। ਜਦੋਂ ਮੈਂ ਬੈਕ ਕਾਲ ਕੀਤੀ ਵੀ ਇਹ ਤੂੰ ਆਪਣੇ ਤੌਰ ਤੇ ਕਹਿ ਰਿਹਾ, ਕਹਿੰਦਾ ਵੀ ਮੈਂ ਕੌਣ ਹੁੰਨਾ ਜੀ। ਜਿਨ੍ਹਾਂ ਬਾਰੇ ਤੂੰ ਬੋਲਦਾ ਹੈ ਤੇ ਉਹਨਾਂ ਵੱਲੋਂ ਹੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜਿੱਦਣ ਸਾਈਕਲ ਯਾਤਰਾ ਮੁੱਕਦੀ ਹੈ ਜੀ। ਸਾਈਕਲ ਯਾਤਰਾ ਮੁੱਕਦੀ ਹੈ ਉਦੋਂ ਤੈਨੂੰ ਦੇਖ ਲਾਂਗੇ ਜੀ। ਸਾਈਕਲ ਯਾਤਰਾ ਮੁੱਕੇ ਨਾ ਮੁੱਕੇ ਜੀ। ਰੋਲਾ ਪਾ ਕੇ ਆਪਾਂ ਕੈਪਟਨ ਦੀ ਅਮਰਿੰਦਰ ਸਿੰਘ ਦੇ ਚਲੇ ਗਏ, ਉਹ ਸੱਤਾ 'ਚ ਬੈਠੇ ਨੇ। ਜੇ ਸਿਮਰਜੀਤ ਮਾਨ ਨਹੀਂ ਆਪਣੇ ਆਪ ਨੂੰ ਇਮਾਨਦਾਰ ਕਹਿੰਦਾ ਤਾਂ ਲੋਕ ਚੁਣਦੇ ਨਾ। ਚਲੋ ਇੱਕ ਹੋਰ ਸਵਾਲ, ਅਸੀਂ ਕੈਪਟਨ ਅਮਰਿੰਦਰ ਦੀ ਗੱਲ ਕੀਤੀ ਤਾਂ ਆਰਡੀਨੈਂਸ ਉਹ ਸਹੀ ਹੈ ਗਲਤ ਹੈ ਉਹ ਬਾਤ ਦੀ ਗੱਲ ਹੈ। ਉਹ ਜਿਹੜਾ ਆਰਡੀਨੈਂਸ ਉਹ ਸੈਂਟਰ ਗਵਰਨਮੈਂਟ ਨੇ ਪਾਸ ਕੀਤਾ ਤੇ ਮੁੱਖ ਮੰਤਰੀ ਕੋਠੀ ਤੱਕ ਜਾਣ ਦਾ ਕੀ ਹੈਗਾ, ਸਮਝ ਤੋਂ ਬਾਹਰ ਹੈ ਇਹ ਸਿਰਫ ਡਰਾਮਾ। ਜੀ। ਕਿਉਂਕਿ ਆਮ ਤੌਰ ਤੇ ਕਿ ਕਿਸਾਨ ਜਿਹੜਾ ਖੇਤਾਂ 'ਚ ਕੰਮ ਕਰਨ ਵਾਲਾ ਵੀ ਵੱਡੇ ਪੱਧਰ ਦੇ ਉੱਤੇ ਇਹਨਾਂ ਬਣਦੇ ਐਕਟ ਨੂੰ ਜਿਹੜੇ ਵੀ ਸੰਵਿਧਾਨ 'ਚ ਦਾਇਰ ਕੀਤੇ ਜਾਂਦੇ ਨੇ ਜਾਇਦਾਦ ਦੇ ਐਕਟ ਲੈ ਕੇ ਜਾਂਦੇ ਨੇ ਨਿਯਮ ਬਣਦੇ ਨੇ ਉਹਨਾਂ ਨੂੰ ਪੜ੍ਹਦੇ ਨਹੀਂ ਜੀ। ਅੱਜ ਹੁਣ ਜਿਵੇਂ ਲੇਬਰ ਦੀ ਸ਼ੋਰਟੇਜ ਹੋਣ ਕਰਕੇ ਕਿਸਾਨ ਨੂੰ ਆਪ ਵੱਟਾਂ ਵਾਲੀ ਖੇਤੀ ਕਰਕੇ ਆਪ ਕੱਲਾ ਪਰਿਵਾਰ ਦਾ ਜੀ ਝੋਨਾ ਲਗਾ ਰਿਹਾ, ਉਹਦੇ ਚੋਂ ਵਿਹਲਾ ਹੋ ਕੇ ਹੀ ਇਹ ਨਿਯਮ ਨੂੰ ਪੜ੍ਹੇਗਾ, ਉਹਦੇ ਫਾਇਦੇ ਦੀ ਹੈ ਨੁਕਸਾਨ ਦੀ ਹੈ। ਸਰਦਾਰਾ ਸਿੰਘ ਜੋਲ ਨੇ ਅਗਰ ਕਿਸੇ ਪ੍ਰਕਾਰ ਦੀ ਉਹ ਸਟੇਟਮੈਂਟ ਦਿੱਤੀ ਹੈ ਤਾਂ ਕੋਈ ਉਹਦਾ ਰੀਜ਼ਨ ਹੋਊਗਾ, ਉਹਦੇ ਬੈਕ ਦੇ ਉੱਤੇ ਰੀਜ਼ਨ ਹੋਊਗਾ। ਉਹ ਪੰਜਾਬ ਦਾ ਸਾਰੀ ਉਮਰ ਆਪਣੀ ਸੀਟ ਤੇ ਬਹਿ ਕੇ ਇਮਾਨਦਾਰੀ ਨਾਲ ਕੰਮ ਕੀਤਾ, ਉਹਨਾਂ ਨੇ ਪੰਜਾਬ ਦਾ ਕਿਤੇ ਨੁਕਸਾਨ ਨਹੀਂ ਕੀਤਾ। ਉਹ ਆਪਣੀ ਜਾਂਦੀ ਉਮਰ ਦੇ ਟਾਈਮ ਤੇ ਕਿਉਂ ਨੁਕਸਾਨ ਕਰਨਗੇ, ਕਿਉਂ ਧੋਖਾ ਦੇਣਗੇ? ਉਹਨਾਂ ਦਾ ਕਹਿਣ ਦਾ ਭਾਵ ਨਾਲ ਇਹ ਵੀ ਸੀ ਵੀ ਜਿਹੜੇ ਨਿਯਮ ਬਣਾਏ ਗਏ ਨੇ ਅਗਰ ਉਹਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਕਿਸਾਨਾਂ ਦੇ ਹਿੱਤ 'ਚ ਖੜਾ ਕੀਤਾ ਜਾਵੇ ਕਿਸਾਨਾਂ ਦੇ ਹਿੱਤ 'ਚ ਖੜਾ ਕੀਤਾ ਜਾਵੇ ਤੇ ਇਹਦਾ ਕੋਈ ਨੁਕਸਾਨ ਨਹੀਂ ਹੈ। ਮੰਡੀਆਂ ਦੇ ਨਾਲ ਕੋਈ ਨੁਕਸਾਨ ਨਹੀਂ। ਇਹਦੇ 'ਚ ਮੈਂ ਵੀ ਕਹਿੰਦਾ ਅਗਰ ਕੋਈ ਉਹ ਐਕਟ ਆ ਰਿਹਾ, ਦੇਖੋ ਸਰਕਾਰੀ ਪੱਧਰ ਦੇ ਉੱਤੇ ਬੜਾ ਵੱਡਾ ਘਪਲੇਬਾਜ਼ੀ ਇਹ ਜਿਹੜੀ MSPਆਂ ਲਗਾ ਕੇ ਕਿਸਾਨਾਂ ਨਾਲ ਨੁਕਸਾਨ ਕੀਤਾ ਜਾ ਰਿਹਾ। 17 ਜਾਂ 18 ਰੁਪਏ ਦੇ ਕਰੀਬ ਕਣਕ ਕਿਸਾਨ ਤੋਂ ਚੱਕੀ ਜਾਂਦੀ ਹੈ, ਤੁਸੀਂ ਮੈਂ ਆਪਾਂ ਆਟਾ ਲੈ ਕੇ ਆਉਂਦੇ 50 ਤੇ 52 ਰੁਪਏ ਤੇ ਕਿਸਾਨ ਫਿਰ ਕਰਜ਼ਾਈ ਹੋ ਕੇ ਸੁਸਾਈਡ ਕਰ ਰਿਹਾ। ਤੇ ਵੇਚਣ ਦਾ ਜਿਹੜਾ ਮੁਨਾਫਾ ਜਾ ਰਿਹਾ ਉਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ, ਕਿਸਾਨ ਦੀ ਆਮਦਨ ਵਧਾ ਸਕਦੇ ਹਾਂ। ਅਗਰ ਕਾਰਪੋਰੇਟ ਘਰਾਣੇ ਵਧੀਆ ਤਰੀਕੇ ਨਾਲ ਸਰਕਾਰ ਉਹਦੇ ਤੇ ਮੈਨੇਜ ਕਰੇ, ਐਗਰੀਮੈਂਟ ਦੇ ਵਿੱਚ ਸਰਕਾਰ ਸ਼ਾਮਲ ਹੋਵੇ ਜਿੰਦੇ ਨਾਲ ਕਾਰਪੋਰੇਟ ਘਰਾਣਾ ਕਿਸਾਨ ਦਾ ਨੁਕਸਾਨ ਨਾ ਕਰ ਸਕੇ। ਕਾਰਪੋਰੇਟ ਘਰਾਣਾ ਅਗਰ ਵਿੱਚ ਦਾਖਲ ਹੁੰਦਾ ਹੈ ਤਾਂ ਜ਼ਰੂਰ ਹੈ। ਮੇਰੀ ਗੱਲ ਦੱਸੋ, ਬੈਂਸ ਸਾਹਿਬ ਨੇ ਫੈਕਟਰੀਆਂ ਲਾਈ ਹੋਈਆਂ, ਅਰਬਾਂ ਰੁਪਏ ਦੀਆਂ ਪ੍ਰਾਪਰਟੀਆਂ ਬਣਾ ਲਈਆਂ ਫੈਕਟਰੀਆਂ ਲਾ ਕੇ, ਘੁਟਾਲੇ ਉਹ ਵੀ ਉਹ ਅੱਗੇ ਆਉਣ ਵਾਲੇ ਟਾਈਮ ਆਗੇ। ਬੈਂਸ ਸਾਹਿਬ ਚਾਹਣਗੇ ਵੀ ਮੈਂ ਕੋਈ ਪ੍ਰੋਡਕਟ ਖਰੀਦ ਰਿਹਾ ਉਹਨੂੰ ਮੈਂ ਨੁਕਸਾਨ ਪਹੁੰਚਾਊਂਗਾ, ਮੈਂ ਜਿੰਦੇ ਕੋਲ ਰਾ ਮਟੀਰੀਅਲ ਲੈ ਰਿਹਾ ਉਹਨੂੰ ਮਾਰ ਹੀ ਦਿਆਂ। ਕਾਰਪੋਰੇਟ ਘਰਾਣਾ ਜਿਹੜਾ ਅਰਬਾਂ ਰੁਪਏ ਲਾ ਰਿਹਾ, ਬੈਂਕਾਂ ਤੋਂ ਲੋਨ ਲੈ ਕੇ ਲਾ ਰਿਹਾ, ਉਹ ਕਿਵੇਂ ਜਾਊਗਾ? ਕਿਸਾਨ ਮਰ ਜੇ। ਹੁਣ ਉਹ ਅਦਾਨੀ ਦੀ ਗੱਲ ਕਰ ਰਿਹਾ, ਆਉਣ ਵਾਲੇ ਸਮੇਂ 'ਚ ਇਦਾਂ ਹੋ ਜਾਊਗਾ। ਮੈਨੂੰ ਬੈਂਸ ਸਾਹਿਬ ਦੱਸਣਗੇ ਵੀ ਉਹ ਅਦਾਨੀ ਨੇ ਅੱਗੇ ਖੇਤਾਂ 'ਚ ਝੋਨਾ ਲਾਣਾ ਕਿ ਫਲ ਫਰੂਟ ਲਾਣਾ ਤਾਂ ਕਿਸਾਨ ਨਹੀਂ ਹੈ। ਗੱਲ ਕਰਨ ਦੀ ਇਹ ਵੀ ਉਹਦੇ ਤੇ ਬਹਿ ਕੇ ਉੱਤੇ ਵਿਸ਼ਾ ਬਣਾਉਣਾ ਚਾਹੀਦਾ, ਕਿਉਂਕਿ ਜਦ ਤੱਕ ਕਿਸਾਨੀ ਨੂੰ ਐਕਸਪੋਰਟ ਪੱਧਰ ਦੇ ਉੱਤੇ ਮਾਰਕੀਟ ਕ੍ਰੀਏਟ ਕਰਕੇ ਅਸੀਂ ਨਹੀਂ ਲੈ ਕੇ ਆਉਂਦੇ, ਅਸੀਂ ਤਰੱਕੀ ਨਹੀਂ ਕਰ ਸਕਦੇ। ਤੁਸੀਂ ਦੇਖੋ ਕਿਸਾਨ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ, ਸ਼ਹਿਰੀਆਂ ਦੇ ਟੈਕਸ ਦੇ ਉੱਤੇ ਮਿਲ ਰਹੀ ਹੈ, ਕਿਸਾਨ ਨੂੰ ਇਨਕਮ ਟੈਕਸ 'ਚ ਛੂਟ ਹੈ, ਸ਼ਹਿਰੀ ਟੈਕਸ ਭਰ ਰਹੇ ਨੇ, ਬਿਜ਼ਨਸਮੈਨ ਭਰ ਰਿਹਾ, ਸੈਲਰੀ ਵਾਲਾ ਬੰਦਾ ਭਰ ਰਿਹਾ, ਫਿਰ ਵੀ ਕਿਸਾਨ ਸੁਸਾਈਡ ਕਰ ਰਿਹਾ। ਇਹਦੇ ਉੱਤੇ ਵਿਸ਼ਾ ਬਹੁਤ ਵੱਡਾ ਗੰਭੀਰ ਹੈ, ਇਹਨੂੰ ਉੱਪਰ ਲੈ ਕੇ ਆਉਣ ਦਾ ਵਿਸ਼ਾ ਬਣਦਾ ਹੈ। ਇਹਦੇ ਉੱਤੇ ਬਹਿ ਕੇ ਆਉਣਾ ਚਾਹੀਦਾ। ਇਹ ਤਾਂ ਫੋਕੀਆਂ ਗੱਲਾਂ ਨੇ ਆਪਣੇ ਆਪ ਨੂੰ ਚਿਹਰਾ ਬਣਾਉਣ ਦੀਆਂ। ਜੇ ਚਿਹਰੇ ਬਣਾਉਣਾ ਤਾਂ ਬੈਂਸ ਸਾਹਿਬ ਨੇ ਬੀਜ ਘੁਟਾਲੇ ਦੀ ਗੱਲ ਕਰ ਲਈ, ਸੈਣ ਮਾਫੀਆ ਦੀ ਗੱਲ ਕਰ ਲਈ, ਟੋਲ ਮਾਫੀਆ ਦੀ ਗੱਲ ਕਰ ਲਈ, ਹੈਲਥ ਮਾਫੀਆ ਦੀ ਗੱਲ ਕਰ ਲਈ। ਬੈਂਸ ਸਾਹਿਬ ਸਕੂਲ ਮਾਫੀਆ ਬਾਰੇ ਬੋਲੇ ਨਹੀਂ, ਸਕੂਲਾਂ ਦਾ ਇੰਨਾ ਮੁੱਦਾ ਬਣਿਆ, ਲੋਕਾਂ ਕੋਲ ਪੈਸਾ ਦੇਣ ਨਹੀਂ ਹੈਗਾ। ਲੋਕ ਬੈਂਸ ਸਾਹਿਬ ਸਿਰਫ ਡਰਾਮਾ ਕਰਕੇ ਆਪਣੇ ਹਲਕੇ 'ਚੋਂ ਨਿਤਾਰਤ ਨੇ ਤਾਂ ਕਿ ਲੋਕ ਉਹਨਾਂ ਨੂੰ ਆ ਕੇ ਰਾਸ਼ਨ ਨਾ ਮੰਗ ਲੈਣ। ਲੋਕ ਕਹਿਣਾ ਕਹਿੰਦੇ ਨੇ ਬੈਂਸ ਸਾਹਿਬ ਸਾਡੇ ਦਵਾਈਆਂ ਦੇ ਖਰਚਾ ਹੋ ਰਿਹਾ, ਸਰਕਾਰਾਂ ਦੇ ਨਾਲ ਇਸ ਗੱਲ ਦਾ ਗੱਲ ਕਰੋ, ਕਿਉਂਕਿ ਬੈਂਸ ਸਾਹਿਬ ਆਪਣੇ ਹਲਕੇ ਦਾ ਡਿਵੈਲਪਮੈਂਟ ਨਹੀਂ ਕਰਾਈਆਂ ਡਿਸਪੈਂਸਰੀਆਂ। ਸਿਰਫ ਇਹੀ ਗੱਲ ਹੈ। ਬੈਂਸ ਸਾਹਿਬ ਨੂੰ ਲੋਕ ਸਵਾਲ ਕਰ ਰਹੇ ਨੇ, ਆਪਣੇ ਵਿਧਾਨ ਸਭਾ ਹਲਕੇ ਦਾ ਕਿਹੜਾ ਰੋਲ ਮਾਡਲ ਤੁਸੀਂ ਪੰਜਾਬ ਦੇ ਲੋਕਾਂ ਨੂੰ ਲੈ ਕੇ ਜਾਓਗੇ? ਤੁਸੀਂ ਕਿਹੜੇ 117 MLA ਖੜੇ ਕਰ ਲੋਗੇ? ਪੰਜਾਬ ਦਾ ਮੁੱਖ ਮੰਤਰੀ ਕਿਸੇ ਤਾਂਤਰਿਕ ਦੇ ਕਹਿਣ ਦੇ ਉੱਤੇ ਪੀਲੀਆਂ 50 ਬਣ ਕੇ ਤੁਸੀਂ ਬਣਨ ਤੁਰ ਪਏ। ਤੁਹਾਡੇ ਕੋਲ ਲੋਕ ਸਵਾਲ ਪੁੱਛ ਰਹੇ ਨੇ ਕਿਹੜਾ ਰੋਲ ਮਾਡਲ ਦਿਖਾਓਗੇ, ਜਦੋਂ ਤੁਹਾਡੇ ਕੋਲ ਆਪਣੇ ਕੋਲ ਲੁਧਿਆਣੇ ਦੇ 95 ਵਾਰਡਾਂ ਦੇ ਕੌਂਸਲਰ ਨਹੀਂ ਖੜੇ ਕਰ ਹੋਏ, ਤੁਸੀਂ 117 ਪੰਜਾਬ ਦੇ MLA ਕਿੱਥੋਂ ਖੜੇ ਕਰ ਲੋਗੇ? ਤੁਸੀਂ ਤਾਂਤਰਿਕ ਦੀ ਗੱਲ ਕੀਤੀ ਹੈ, ਇੱਥੇ ਕਿਤੇ ਨਾ ਕਿਤੇ ਕਮੈਂਟ ਅਸੀਂ ਵੀ ਦੇਖਿਆ, ਇਹ ਕਮੈਂਟ ਆਇਆ ਸੀ ਵੀ ਤੁਸੀਂ ਹਿੰਦੂ ਜਿਹੜਾ ਧਰਮ ਹੈ ਉਹਦੀ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਗੱਲ ਕੀਤੀ। ਨਹੀਂ, ਮੈਂ ਕਿਸੇ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਗੱਲ ਨਹੀਂ ਕੀਤੀ। ਜੋ ਲੋਕਾਂ ਦੀ ਰਾਏ ਹੈ, ਠੇਸ ਪਹੁੰਚਾਉਣ ਦੀ ਗੱਲ ਨਹੀਂ ਕੀਤੀ ਜੀ। ਲੋਕਾਂ ਨੂੰ ਮੈਂ ਇਸ ਗੱਲ ਨੂੰ ਦੂਜੇ ਪਾਸੇ ਲਾਉਣਾ, ਭਾਵਨਾ ਦੀ ਗੱਲ ਕੀਤੀ ਹੈ। ਅੱਜ ਦੇ ਸਾਇੰਸ ਯੁੱਗ ਦੀ ਗੱਲ ਕਹਿ ਰਹੇ ਹਾਂ ਵੀ ਆਪਾਂ ਸਿਰਫ ਪੀਲੀ 50 ਅਗਰ ਕਿਸੇ ਨੇ ਕਹਿਤਾ ਚੰਗੇ ਲਈ ਕਈ ਮਾੜੇ ਲਈ, ਮੈਨੂੰ ਉਹਦੇ ਬਾਰੇ ਵਿਦਿਆ ਦੀ ਜਾਣਕਾਰੀ ਨਹੀਂ ਹੈ, ਬਟ ਆਪਾਂ ਲੋਕਾਂ ਦਾ ਭਲਾ ਕਰਨਾ ਛੋੜ ਦਈਏ।
ਜੀ ਤੁਸੀਂ ਮੈਂ ਕਿਤੇ ਗਲਤ ਕਿਹਾ ਹੋਵੇ ਤਾਂ ਤੁਸੀਂ ਅੱਜ ਗੂਗਲ ਦੇ ਉੱਤੇ ਇਮੇਜ ਖੋਲ ਲੈਣ, ਜੀ ਬੈਂਸ ਸਾਹਿਬ ਦੇ ਟੋਟਲ ਇਮੇजेस ਤੇ ਸਿਮਰਜੀਤ ਸਿੰਘ ਬੈਂਸ ਪੜੋ ਗੂਗਲ ਤੇ ਜਾ ਕੇ, ਨੀਚੇ ਕਾਲਮ ਆਦਾ ਇਮੇਜ ਚੈੱਕ ਕਰ ਲਓ, ਪੀਲੀ 50 ਆ ਤੁਸੀਂ ਉਹ ਛੱਡੋ, ਜੀ ਝੰਡੇ ਦਾ ਰੰਗ ਪੀਲਾ ਉਹ ਵੀ ਛੱਡੋ, ਬੈਂਸ ਸਾਹਿਬ ਜਿਹੜੀ ਸਾਈਕਲ ਯਾਤਰਾ ਕਰ ਰਹੇ ਹੋ ਸਾਈਕਲ ਵੀ ਪੀਲਾ ਹੈ। ਜੀ ਤੁਸੀਂ ਦੇਖੋ ਇੱਕ ਬੰਦਾ ਕਿਹੜੀ ਮਾਈਂਡ ਨਾਲ ਖੇਡਦਾ। ਬੈਂਸ ਸਾਹਿਬ ਲਈ ਕਹਿ ਸਕਦੇ ਆ ਲੱਕੀ ਹੈ ਹੋ ਸਕਦਾ ਜੀ, ਪਰ ਬੈਂਸ ਸਾਹਿਬ ਉਹ ਪੀਲੇ ਰੰਗ ਨਾਲ ਲੋਕਾਂ ਦੇ ਘਰੇ ਪੀਲੇ ਚੌਲ ਹੀ ਪਹੁੰਚਾ ਦਿਓ, ਜੀ ਕੋਈ ਹਲਦੀ ਸਾਬਣ ਹੀ ਪਹੁੰਚਾ ਦਿਓ। ਲੋਕ ਕਰੋਨਾ ਕਰਕੇ ਤੁਹਾਡੇ ਹਲਕੇ ਤੇ ਤਰਾਈ ਕਰ ਗਏ, ਉਹ ਲੋਕ ਸਾਨੂੰ ਮੈਨੂੰ ਗੁਲਾਮੀਆਂ ਫੜ ਲਾਹਨਤਾਂ ਪਾਉਂਦੇ ਨੇ ਜਿਨ੍ਹਾਂ ਦੇ ਕੋਲੋਂ ਤੁਹਾਡੇ ਲਈ ਵੋਟਾਂ ਮੰਗੀਆਂ ਸੀ, ਜੀ ਉਹ ਲਾਹਨਤਾਂ ਪਾ ਰਹੇ ਨੇ। ਦੂਜੀ ਜਿਹੜੀ ਹੁਣ ਜਿਹੜੀ ਪੀਲੀ 50 ਦੀ ਗੱਲ ਮੈਂ ਜਿਹੜੀ ਗੱਲ ਕੀਤੀ ਉਹਦੇ ਨਾਲ ਇੱਕ ਹੋਰ ਬੜੀ ਵੱਡੀ ਗੱਲ ਹੈ, ਜੀ ਅੱਜ ਤੋਂ ਸਾਲ ਪਹਿਲਾਂ ਬੈਂਸ ਸਾਹਿਬ ਰੈਫਰੈਂਡਮ ਦੇ ਹੱਕ 'ਚ ਬੜੇ ਵੱਡੇ ਬਿਆਨ ਦੇ ਰਹੇ ਸੀਗੇ। ਜੀ ਅੱਜ ਬੈਂਸ ਸਾਹਿਬ ਕੋਲ ਪੰਜਾਬ ਦਾ ਚਿਹਰਾ ਬਣਨ ਲਈ, ਜੀ ਹਰ ਭਾਈਚਾਰੇ ਦੀ ਵੋਟ ਲੈਣ ਲਈ, ਜੀ ਅੱਜ ਉਹ ਖਾਲਿਸਤਾਨ ਦੇ ਖਿਲਾਫ ਸਟੇਟਮੈਂਟ ਦਿੱਤੀ ਇਹਨਾਂ ਨੇ ਪਿੱਛੇ। ਜੀ ਕੱਲ ਇੱਕ ਸੱਜਣ ਨੇ ਉਹਨਾਂ ਨੂੰ ਖਾਲਿਸਤਾਨ ਤੇ ਸਵਾਲ ਕੀਤਾ ਇੰਟਰਵਿਊ ਦੇ ਉੱਤੇ, ਉਹਨਾਂ ਨੇ ਜਵਾਬ ਨਹੀਂ ਦਿੱਤਾ। ਇਹ ਮੈਂ ਇਹੀ ਪੱਤਰਕਾਰ ਵੀਰਾਂ ਨੂੰ ਕਹਿਣਾ ਜਿਹੜੇ ਉਹਨਾਂ ਦੇ ਨਾਲ ਲਾਈਵ ਹੋ ਕੇ ਵੀ ਬੈਠਦੇ, ਕਈ ਵਾਰੀ ਕਈ ਅਖਬਾਰਾਂ ਵਾਲੇ ਚੱਲਣ, ਮੈਂ ਕਿਸੇ ਤੋਂ ਕਿਉਂ ਕਵਾਂ, ਉਹਨਾਂ ਨੂੰ ਇਸ ਗੱਲ ਦਾ ਜਵਾਬ ਵੀ ਪੁੱਛੋ ਨਾ। ਬੈਂਸ ਸਾਹਿਬ ਇਹਨਾਂ ਗੱਲਾਂ ਦਾ ਨਤੀਜਾ ਕੀ ਹੈ? ਬੈਂਸ ਸਾਹਿਬ ਹਰ ਗੱਲ ਦੇ ਉੱਤੇ ਕਹਿੰਦੇ ਮੈਂ ਵਿਧਾਨ ਸਭਾ 'ਚ ਚੁੱਕਾਂਗਾ, ਮੈਂ ਹਾਈ ਕੋਰਟ ਲੈ ਕੇ ਜਾਵਾਂਗਾ, ਸੁਪਰੀਮ ਕੋਰਟ ਲੈ ਕੇ ਜਾਵਾਂਗਾ। ਬੈਂਸ ਸਾਹਿਬ ਕਿਸੇ ਮੁੱਦੇ ਨੂੰ ਅੱਜ ਤੱਕ ਸੁਪਰੀਮ ਕੋਰਟ ਜਾਂ ਹਾਈ ਕੋਰਟ ਨਹੀਂ ਲੈ ਕੇ ਗਏ। ਜੀ ਲੈ ਕੇ ਗਏ ਨੇ ਤਾਂ ਦੱਸਣ। ਇੱਕ ਮੁੱਦਾ ਸਿਰਫ ਔਰ ਸਿਰਫ ਲੈ ਕੇ ਗਏ ਸਿਟੀ ਸੈਂਟਰ ਘੁਟਾਲੇ ਦੇ ਉੱਤੇ, ਕਿ ਬੈਂਸ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਇਸ ਗੱਲ ਦਾ ਬਲੈਕਮੇਲਿੰਗ ਜਾਂ ਥ੍ਰੈਟਨਿੰਗ ਪਾਉਣ ਲਈ ਲੈ ਕੇ ਗਏ। ਜੀ ਔਰ ਉਹਦੇ ਵਿੱਚ ਬੈਂਸ ਸਾਹਿਬ ਦਾ ਸੁਮੇਧ ਸੈਣੀ ਨਾਲ ਕੀ ਕਨੈਕਸ਼ਨ ਹੈ? ਜੀ ਸੇਮ ਪਟੀਸ਼ਨਾਂ ਦੋਨੋਂ ਦਾਇਰ ਕਰ ਰਹੇ ਨੇ। ਜੀ ਬੈਂਸ ਸਾਹਿਬ ਇਸ ਬਾਰੇ ਕਿਉਂ ਨਹੀਂ ਬੋਲਦੇ? ਜੀ ਪੁਲਿਸ ਮਹਿਕਮੇ ਦੇ ਖਿਲਾਫ ਇੰਨੀਆਂ ਸਟੇਟਮੈਂਟਾਂ ਬੈਂਸ ਸਾਹਿਬ ਦੇ ਰਹੇ ਤੇ ਬੈਂਸ ਸਾਹਿਬ ਨੂੰ ਫੜਿਆ ਨਹੀਂ ਜਾ ਰਿਹਾ। ਜੀ ਕਈ ਮੁੱਦਿਆਂ ਦੇ ਨੌਨ ਬੇਲਿੰਗ ਵਾਰੰਟ ਨੇ। ਸਰਕਾਰ ਨਾਲ ਕੌਣ ਰਲਿਆ ਹੋਇਆ? ਆਪਾਂ ਅਕਾਲੀ ਦਲ ਦੀ ਗੱਲ ਕਰ ਰਹੇ ਤੇ ਬੈਂਸ ਸਾਹਿਬ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ? ਜੀ ਅਗਰ ਮੇਰੇ ਵਰਗਾ ਬੰਦਾ ਕੋਈ ਕ੍ਰਾਈਮ ਕਰਦਾ, ਮੈਂ ਤਾਂ ਸਵੇਰੇ ਚੱਕ ਕੇ ਦੇ ਦਿੰਦੇ ਨੇ। ਜੀ ਲੋਕ ਤਾਂ ਪੈਂਡੈਮਿਕ ਦੇ ਵਿੱਚ 118 ਜਾਂ ਨੈਸ਼ਨਲ ਡਿਸਾਸਟਰਿੰਗ ਦਾ ਐਕਟ ਲੱਗਦਾ, ਉਹਨੂੰ ਚੱਕ ਕੇ ਆਉਂਦੇ ਤੇ ਬੈਂਸ ਸਾਹਿਬ ਤਾਂ ਸੜਕਾਂ ਤੇ ਰੈਲੀਆਂ ਕੱਢੀ ਜਾਂਦੇ ਨੇ। ਜੀ ਇਹ ਰਾਜਨੀਤਿਕ ਤਾਣਾ ਬਾਣਾ ਜਿਹੜਾ ਇਹਨੂੰ ਚੇਂਜ ਲਿਆਉਣ ਲਈ ਮੈਂ ਵੀਰਾਂ ਨੂੰ ਵੀ ਬੇਨਤੀ ਕਰਾਂਗਾ, ਜਿਹੜੇ ਵੀ ਇਹ ਕਮੈਂਟ ਕਰਦੇ ਨੇ ਇਸ ਗੱਲਾਂ ਦਾ, ਮੈਨੂੰ ਅਗਰ ਮਾੜਾ ਕਹੋ ਜੋ ਮਰਜ਼ੀ ਕਹੋ, ਮੈਨੂੰ ਕੋਈ ਪਰਵਾਹ ਨਹੀਂ। ਤੁਸੀਂ ਬੈਂਸ ਸਾਹਿਬ ਸਾਰੀ ਉਮਰ ਹੋ ਗਈ ਜਿੰਨੀ ਦੇਰ ਦਾ ਰਾਜਨੀਤੀ ਕਰ ਰਹੀ, ਉਂਗਲ ਚੱਕ ਕੇ ਦੂਜਿਆਂ ਦੇ ਸਵਾਲ ਕਰ ਰਹੇ ਨੇ। ਜੇ ਮੇਰੇ ਗੱਲਾਂ ਦੇ ਵਿੱਚ ਦਮ ਨਹੀਂ ਹੈਗਾ ਤਾਂ ਉਹਨਾਂ ਨੂੰ ਸਵਾਲ ਪੁੱਛ ਲਓ, ਬੈਂਸ ਸਾਹਿਬ ਤੋਂ ਜਵਾਬ ਲੈ ਲਓ। ਮੈਂ ਪੱਤਰਕਾਰ ਭਾਈਚਾਰੇ ਨੂੰ ਕਹਿੰਦਾ ਇਹਨਾਂ ਗੱਲਾਂ ਉੱਤੇ ਜ਼ਰੂਰ ਉਹਨਾਂ ਤੋਂ ਸਵਾਲ ਕਰੋ, ਪੁੱਛੋ। MSP ਦੇ ਮੁੱਦੇ ਹੱਲ ਹੋਣੇ ਨਹੀਂ ਹੋਣੇ, ਕਿਹੜੇ ਮੁੱਦੇ ਅੱਜ ਤੱਕ ਹੱਲ ਹੋਏ ਨੇ, ਕਿੱਡੇ ਵੱਡੇ ਸਕੈਂਡਲ ਹੋ ਗਏ। ਬਟ ਜਿਹੜੀ ਤੀਜੀ ਧਿਰ ਦੀ ਆਵਾਜ਼ ਪੰਜਾਬ ਦੇ ਵਿੱਚ ਬਣ ਰਹੀ ਹੈ, ਇਹ ਚਿਹਰਾ ਉਸ ਨੂੰ ਖਰਾਬ ਕਰ ਰਿਹਾ। ਪੰਜਾਬ ਦੇ ਭਲੇ ਲਈ ਜਿਹੜੇ ਗਰੁੱਪ ਖੜੇ ਹੁੰਦੇ ਨੇ ਉਹਨਾਂ ਨੂੰ ਇਹ ਖਰਾਬ ਕਰ ਰਿਹਾ। ਇਸ ਗੱਲ ਦਾ ਮੈਂ ਗਵਾਹ ਹਾਂ। ਠੀਕ ਹੈ, ਮੈਂ ਪਹਿਲਾਂ ਨਹੀਂ ਬੋਲਿਆ, ਉਹਦੇ ਲਈ ਮੈਂ ਮਾਫੀ ਚਾਹੁੰਦਾ, ਪਰ ਅੱਜ ਮੈਨੂੰ ਜਾਗ ਆ ਗਈ ਹੈ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੇਰੇ 'ਚ ਭਾਵਨਾ ਨਹੀਂ ਹੈਗੀ ਵੀ ਮੈਂ ਪੰਜਾਬ ਦਾ ਭਲਾ ਨਹੀਂ ਚਾਹੁੰਦਾ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਜਸਵਿੰਦਰ ਰਾਜਾ, ਜਿਹੜੇ ਰਾਜਾ ਬੈਂਸ ਦੇ ਨਾਮ ਨਾਲ ਜਾਣੇ ਜਾਂਦੇ ਸਨ ਤੇ ਜਿਨ੍ਹਾਂ ਨੇ ਅੱਜ ਆਪਣੇ ਨਾਮ ਤੋਂ ਕਹਿ ਸਕਦੇ ਬੈਂਸ ਨਾਮ ਹਟਾ ਲਿਆ, ਕਿਉਂਕਿ ਇਹਨਾਂ ਨੇ ਬੈਂਸ ਭਰਾਵਾਂ ਨੂੰ ਛੱਡ ਦਿੱਤਾ ਤੇ ਉਹਨਾਂ ਨੇ ਕਈ ਗੱਲਾਂ, ਕਈ ਰਾਜ਼ ਖੋਲ੍ਹੇ ਨੇ। ਉਹਨਾਂ ਨੇ ਇਹ ਗੱਲ ਕੀਤੀ ਹੈ ਵੀ ਬੈਂਸ ਸਾਹਿਬ ਭਾਵੇਂ ਸੈਂਡ ਮਾਫੀਆ ਦੀ ਗੱਲ ਕਰਦੇ ਆ, ਲੈਂਡ ਮਾਫੀਆ ਦੀ ਗੱਲ ਕਰਦੇ ਆ, ਕੇਬਲ ਮਾਫੀਆ ਦੀ, ਟਰਾਂਸਪੋਰਟ ਮਾਫੀਆ ਦੀ, ਸਕੂਲ ਮਾਫੀਆ ਦੀ ਗੱਲ ਕਰਦੇ ਆ, ਟੋਲ ਪਲਾਜ਼ਾ ਦੀ ਗੱਲ ਕਰਦੇ ਆ। ਜਿਹੜੇ ਸਾਰੇ ਮਸਲੇ ਨੇ ਜਿਉਂ ਦੇ ਜਿਉਂ ਪਏ ਨੇ। ਸਟਿੰਗ ਆਪਰੇਸ਼ਨ ਹੁੰਦਾ ਹੈ, ਉੱਥੇ ਮੀਡੀਆ ਬੁਲਾਇਆ ਜਾਂਦਾ, ਲਾਈਵ ਹੋਇਆ ਜਾਂਦਾ, ਪਰ ਉਸ ਤੋਂ ਬਾਅਦ ਉਹ ਮਾਮਲਾ ਕਿੱਥੇ ਜਾਂਦਾ ਉਸ ਦੀ ਸਮਝ ਨਹੀਂ ਆਉਂਦੀ। ਕੋਈ ਮਾਮਲਾ ਅੱਗੇ ਤੱਕ ਨਹੀਂ ਲਿਆਇਆ ਜਾਂਦਾ। ਤੇ ਇੱਕ ਮਾਮਲਾ ਕਹਿੰਦੇ ਲੈ ਕੇ ਗਏ ਆ, ਖਾਸ ਤੌਰ ਤੇ ਦਿਖਾਇਆ ਜਿਹੜਾ ਬਿਜਲੀ ਚੋਰੀ ਦੇ ਬਾਰ-ਬਾਰ ਬੈਂਸ ਭਰਾਵਾਂ ਤੇ ਇਲਜ਼ਾਮ ਲੱਗਦੇ ਰਹੇ ਨੇ, 12 ਲੱਖ ਦਾ ਕਹਿੰਦੇ ਜੁਰਮਾਨਾ ਵੀ ਹੋਇਆ। ਉਸ ਚੀਜ਼ ਨੂੰ ਲੈ ਕੇ ਇਹ ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਸਨ ਤੇ ਖਾਸ ਤੌਰ ਤੇ ਜਸਵਿੰਦਰ ਰਾਜਾ ਨੇ ਇਹ ਕਿਹਾ ਵੀ ਜਿਹੜਾ PDA ਦਾ ਅਲਾਈਅੰਸ ਟੁੱਟਿਆ ਉਸ ਲਈ ਜ਼ਿੰਮੇਵਾਰ ਬੈਂਸ ਭਰਾ ਨੇ ਤੇ ਭਵਿੱਖ ਵਿੱਚ ਵੀ ਜੇ ਕੋਈ ਤੀਜੀ ਧਿਰ ਆਏਗੀ, ਜੇ ਉਹਦੇ ਵਿੱਚ ਚਿਹਰਾ ਬੈਂਸ ਭਰਾ ਹੋਣਗੇ ਤਾਂ ਉਹ ਵੀ ਕਾਮਯਾਬ ਨਹੀਂ ਹੋਏਗਾ। ਜਿਹੜੇ ਇਲਜ਼ਾਮ ਜਸਵਿੰਦਰ ਰਾਜਾ ਨੇ ਵਿਧਾਇਕ ਸਿਮਰਜੀਤ ਬੈਂਸ ਦੇ ਉੱਤੇ ਲਾਏ ਨੇ, ਉਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਸਿਮਰਜੀਤ ਬੈਂਸ ਕੋਲ ਵੀ ਅਪਰੋਚ ਕਰਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜੇ ਇਹਨਾਂ ਨੇ ਇਲਜ਼ਾਮ ਲਗਾਏ ਨੇ ਜਸਵਿੰਦਰ ਰਾਜਾ ਨੇ, ਜਿਹੜੇ ਪਹਿਲਾਂ ਸਪੋਕਸਪਰਸਨ ਰਹੇ ਨੇ। ਸਭ ਤੋਂ ਵੱਡੀ ਗੱਲ ਹੈ ਬੈਂਸ ਸਾਹਿਬ ਇਹ ਕਹਿੰਦੇ ਨੇ ਵੀ ਮੈਂ ਉਹਦੀ ਗੱਲ ਦਾ ਜਵਾਬ ਨਹੀਂ ਦਊਂਗਾ ਜਿਹਨੂੰ ਗਵਾਂਢੀ ਨਹੀਂ ਜਾਣਦਾ। ਜੇ ਕੋਈ ਬੰਦੇ ਨੂੰ ਗਵਾਂਢੀ ਨਹੀਂ ਜਾਣਦਾ, ਤੁਸੀਂ ਸਪੋਕਸਪਰਸਨ ਲਾਇਆ ਤੇ ਵੱਡੀ ਗੱਲ ਹੈ। ਤੇ ਉਹਨਾਂ ਦੇ ਸਾਬਕਾ ਸਪੋਕਸਪਰਸਨ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ, ਇਹਨਾਂ ਦੇ ਸਵਾਲਾਂ ਦੇ ਜਵਾਬ ਅਸੀਂ ਬੈਂਸ ਸਾਹਿਬ ਤੋਂ ਜ਼ਰੂਰ ਲਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਪ੍ਰਾਈਮ ਉਹਦੇ। ਕੈਮਰਾਮੈਨ ਹੈਰੀ ਦੇ ਨਾਲ ਮੈਂ ਇੰਦਰਪਾਲ ਸਿੰਘ ਧੁੰਨਾ। ਸਤਿ ਸ਼੍ਰੀ ਅਕਾਲ।